कि IT च बच्चे बैठे आ, पढ़े लिखे बच्चे आ, अज भी पंडितां को तुरे फिरदे आ। ये चीज़ असीं कढ नहीं पाए लोकां दे मनां चों। ਸਾਡੇ ਸਿਸਟਮ ਦਾ, ਜੇ ਮੈਂ ਭਾਰਤੀ ਸਿਸਟਮ ਦੀ ਗੱਲ ਕਰਾਂ, ਕਿ ਉਹਦਾ ਇੰਟਰਸਟ ਨਹੀਂ ਹੈ ਕਿ ਲੋਕੀ ਇਹਦੇ ਚੋਂ ਨਿਕਲਣ। ਦੇਖੋ, ਉਹ ਜਦੋਂ ਗੱਲ ਹੱਥ ਦੀਆਂ ਲਕੀਰਾਂ ਪੜ੍ਹ ਕੇ, ਕਿ ਤੁਹਾਡੇ ਇੱਥੇ ਲਿਖਿਆ, ਤੁਹਾਡੇ ਕੋਲ ਸਰਜੀਤ ਦੋਹਦਰ ਜੀ ਆ ਕੇ ਗਏ ਆ, ਹੱਥ ਦੀਆਂ ਲਕੀਰਾਂ ਦਾ ਚੱਕਰ ਕੁਛ ਨਹੀਂ ਹੈ। ਬੱਚਾ ਜਦੋਂ ਗਰਭ ਅਵਸਥਾ 'ਚ ਆ, ਸਾਰਿਆਂ ਨੂੰ ਪਤਾ ਵੀ ਮੁੱਠੀਆਂ ਬੰਦ ਹੁੰਦੀਆਂ। ਜਦੋਂ ਇਹ ਮੁੱਠੀ ਨੂੰ ਤੁਸੀਂ ਖੋਲੋਗੇ, ਹੁਣ ਵੀ ਖੋਲ ਲਓ, ਬਾਅਦ 'ਚ ਖੋਲ ਕੇ ਦੇਖ ਲਿਓ। ਮੈਂ ਸਾਰੇ ਸਰੋਤਿਆਂ ਨੂੰ ਕਹਿੰਦਾ ਕਿ ਆਪਦੀ ਮੁੱਠੀ ਖੋਲ ਕੇ ਦੇਖਿਓ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ। ਜਿੱਥੇ ਵੱਡਾ ਵਲ ਪੈਂਦਾ, ਡੂੰਘਾ ਵਲ ਪੈਂਦਾ, ਉੱਥੇ ਗੂੜੀ ਲਕੀਰ ਹੈ। ਜਿੱਥੇ ਛੋਟੇ ਵਲ ਪੈਂਦੇ ਆ, ਫਿੱਕੇ ਫਿੱਕੇ ਵਲ ਪੈਂਦੇ ਆ, ਉੱਥੇ ਲਕੀਰਾਂ ਫਿੱਕੀਆਂ ਨੇ। ਤੇ ਇਹ ਲਕੀਰਾਂ ਕੰਮ ਦੇ ਲਿਹਾਜ਼ ਨਾਲ ਬਦਲ ਜਾਂਦੀਆਂ। ਕਿ ਜਦੋਂ ਕਿਸੇ ਵਿਅਕਤੀ 'ਚ ਗੈਬੀ ਸ਼ਕਤੀਆਂ ਬਾਰੇ, ਰੱਬ ਬਾਰੇ ਧਾਰਨਾਵਾਂ ਬਣ ਜਾਂਦੀਆਂ, ਫਿਰ ਉਹਦੇ 'ਚ ਉਹੋ ਜਿਹੀਆਂ ਹੀ ਉਮੀਦਾਂ ਪੁਜਾਰੀ ਵਰਗ ਹੋਰ ਜਗਾ ਦਿੰਦਾ। ਪਰ ਮੱਥਾ ਟੇਕਣ ਨਾਲ, ਮੰਨਤਾਂ ਮੰਨਣ ਨਾਲ, ਪ੍ਰਾਰਥਨਾਵਾਂ ਕਰਨ ਨਾਲ ਕੁਝ ਵੀ ਨਹੀਂ ਵਾਪਰਦਾ। ਤਰਕਸ਼ੀ ਸੋਸਾਇਟੀ ਦਾ ਤਾਂ ਇਹ ਵੀ ਕਹਿਣਾ ਕਿ ਇਸ ਸਮਾਜ ਦੇ ਵਿੱਚ ਕਦੇ ਵੀ ਕੋਈ ਕਰਾਮਾਤ ਨਹੀਂ ਹੋਈ, ਕਿਉਂਕਿ ਹੁਣ ਤੱਕ ਤਰਕਸ਼ੀ ਸੋਸਾਇਟੀ ਦਾ ਜਿੰਨਾ ਕੁ ਤਜਰਬਾ 38 ਸਾਲਾਂ ਦਾ, ਸਾਇੰਸ ਦਾ, ਵਿਗਿਆਨੀਆਂ ਦਾ ਜਿਹੜਾ ਤਜਰਬਾ, ਉਹ ਇਹ ਹੈ ਕਿ ਕਿਸੇ ਵੀ ਥਾਂ 'ਚ, ਕਿਸੇ ਵੀ ਵਿਅਕਤੀ 'ਚ ਕੋਈ ਦੇਵੀ ਸ਼ਕਤੀ ਨਹੀਂ ਹੁੰਦੀ। ਸਾਡਾ ਵਿਸ਼ਵਾਸ ਹੈ ਜਿਹੜਾ, ਉਹ ਵਕਤੀ ਤੌਰ 'ਤੇ ਕਿਤੋਂ ਰਾਹਤ ਤਾਂ ਲੈ ਸਕਦਾ, ਪਰ ਕੋਈ ਇਸ ਤਰ੍ਹਾਂ ਦੀ ਸ਼ਕਤੀ ਨਹੀਂ ਹੁੰਦੀ ਵੀ ਉੱਥੋਂ ਜੀ ਟੂਣਾ ਕਰਾਇਆ, ਟੂਣੇ ਨਾਲ ਆਰਾਮ ਆ ਗਿਆ। ਅਸੀਂ ਤਾਂ ਬਹੁਤ ਵਾਰੀ ਇਹ ਵੀ ਕਰਕੇ ਦੇਖਿਆ ਵੀ ਕਈਆਂ ਦੇ ਤਵੀਤ ਝੂਠੇ ਪੈ ਜਾਂਦੇ ਆ। ਅਤੇ ਧੱਕੇਸ਼ਾਹੀ ਵਿਰੁੱਧ ਡਟ ਕੇ ਮੁਕਾਬਲਾ ਕਰਨ ਵਾਲਿਆਂ ਅਣਖੀਲੇ ਪੰਜਾਬੀ ਯੋਧਿਆਂ ਦੇ ਹੌਸਲੇ ਅਤੇ ਦਲੇਰੀ ਦੀ ਦਾਸਤਾਨ ਪੇਸ਼ ਕਰਦਾ ਹੈ। ਤੁਸੀਂ ਵੇਖ ਰਹੇ ਹੋ TV ਪੰਜਾਬੀ ਦੁਨੀਆ। ਅੱਜ ਸਾਡੇ ਕੋਲ ਟੀਮ ਪਹੁੰਚੀ ਹੋਈ ਹੈ ਜੀ ਤਰਕਸ਼ੀਲ ਲਹਿਰ ਦੇ ਆਗੂਆਂ ਦੀ, ਤੇ ਹੁਣ ਮੇਰੇ ਨਾਲ ਬੈਠੇ ਨੇ ਮਾਸਟਰ ਰਜਿੰਦਰ ਭਦੌੜ ਹੀਰੀ। ਇਹਨਾਂ ਦੇ ਨਾਂ ਤੋਂ ਮੈਨੂੰ ਲੱਗਦਾ ਕਿ ਸਾਰਾ ਪੰਜਾਬ ਜਾਣੂ ਆ। ਭਦੌੜ ਮੰਡਲੀ ਆਪਾਂ ਉਹਨਾਂ ਸਮਿਆਂ ਤੋਂ ਸੁਣਦੇ ਆਏ ਹਾਂ ਜਿਨ੍ਹਾਂ ਸਮਿਆਂ 'ਚ ਜੇ ਲੋਕ ਕੁਝ ਹੋਰ ਤਰ੍ਹਾਂ ਸੋਚਦੇ ਹੁੰਦੇ ਸੀ ਤਰਕਸ਼ੀਲਤਾ ਬਾਰੇ, ਜਾਂ ਜਿਹੜਾ ਸਾਡਾ ਇੱਕ ਲੈਫਟ ਦੀ ਧਾਰਾ ਸੀ ਉਹਦੇ ਬਾਰੇ ਕੁਝ ਵਿਚਾਰ ਹੋਰ ਹੋਇਆ ਕਰਦੇ ਸੀ। ਪਰ ਹੌਲੀ ਹੌਲੀ ਜਿਸ ਤਰੀਕੇ ਨਾਲ ਤਰਕਸ਼ੀਲ ਸੁਸਾਇਟੀਆਂ ਬਣੀਆਂ ਔਰ ਉਹਨਾਂ ਨੇ ਜਿਸ ਤਰ੍ਹਾਂ ਸਮਾਜ ਵਿੱਚ ਜਿਹੜਾ ਵਿਗੜਿਆ ਹੋਇਆ ਤਾਣਾ ਬਾਣਾ ਉਹਨੂੰ ਦਰੁਸਤ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਲੈ ਕੇ ਆਉਂਦੀਆਂ, ਉਹ ਸਾਡੀ ਸੋਚ ਬਹੁਤ ਸਾਰੀ ਬਦਲੀ। ਉਹ ਇਹਨਾਂ ਆਗੂਆਂ ਦਾ ਕਰਕੇ ਹੀ ਸਾਡੇ 'ਤੇ ਉਹਨਾਂ ਚੀਜ਼ਾਂ ਦਾ ਅਸਰ ਹੋਇਆ। ਮੈਂ ਸਭ ਤੋਂ ਪਹਿਲਾਂ ਤਾਂ ਮਾਸਟਰ ਜੀ ਤੁਹਾਡਾ ਸਵਾਗਤ ਕਰਦੇ ਹਾਂ ਜੀ। ਸ਼ੁਕਰੀਆ ਹਰਜੀਤ ਜੀ, ਬਹੁਤ ਬਹੁਤ ਧੰਨਵਾਦ। ਆਪਣੇ ਦਰਸ਼ਕਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜੀ। ਤੇ ਤਰਕਸ਼ੀਲ ਜਿਹੜਾ ਇੱਕ ਸਮਾਗਮ ਹੋ ਰਿਹਾ ਆ, ਜਿਹੜਾ ਐਤਵਾਰ ਆ ਰਿਹਾ, ਇੱਥੇ ਮਾਸਟਰ ਰਜਿੰਦਰ ਹੀਰੀ ਤੇ ਨਾਲ ਦੀ ਨਾਲ ਆਪਣੇ ਦੋਦਰ ਸਾਹਿਬ ਹੀਰੀ ਆਏ ਆ, ਹੋਰ ਬਹੁਤ ਸਾਰੇ ਬੁਲਾਰੇ ਉੱਥੇ ਹੋਣਗੇ। ਤੇ ਤਰਕਸ਼ੀਲਤਾ ਦੀ ਲਹਿਰ ਦੇ ਇਤਿਹਾਸ ਬਾਰੇ, ਤਰਕਸ਼ੀਲਤਾ ਹੈ ਕੀ, ਔਰ ਅਸੀਂ ਇਸ ਜਿਹੜਾ ਸਾਨੂੰ ਫਸਾਇਆ ਹੋਇਆ ਕੁਝ ਅਖੌਤੀ ਸਾਧਾ ਸੰਤਾਂ ਬਾਬਿਆਂ ਨੇ ਕੋਈ ਚੱਕਰਾਂ 'ਚ ਪਾਇਆ ਹੈ, ਉਹ 'ਚੋਂ ਕਿਵੇਂ ਨਿਕਲਣਾ, ਪਰਿਵਾਰਕ ਤੁਹਾਡੀਆਂ ਕੋਈ ਸਮੱਸਿਆਵਾਂ ਹੁੰਦੀਆਂ ਨੇ, ਬਹੁਤ ਸਾਰੀਆਂ ਸਮੱਸਿਆਵਾਂ ਤਰਕਸ਼ੀਲ ਸੁਸਾਇਟੀ ਨੇ ਹੱਲ ਕੀਤੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਤੁਹਾਨੂੰ ਮਿਲ ਜਾਏਗਾ। ਅੱਜ ਅਸੀਂ ਇੱਥੇ ਕੈਨੇਡਾ 'ਚ ਬੈਠੇ ਹਾਂ। ਅੱਜ ਵੀ ਕਦੀ ਕਦੀ ਆਪਾਂ ਸੁਣਦੇ ਹਾਂ ਚੌਂਕਾਂ ਦੇ ਵਿੱਚ ਦਾਣੇ ਖਿਲਰੇ ਦਿਖਦੇ ਆ, ਨਾਰੀਅਲ ਦਿਖਦੇ ਆ, ਤੇ ਫਿਰ ਸਾਡਾ ਸ਼ਰਮ ਨਾਲ ਸਿਰ ਝੁਕ ਜਾਂਦਾ ਕਿ ਅਸੀਂ ਕਿਹੜੀ ਦੁਨੀਆ 'ਚ ਰਹਿੰਦੇ ਹਾਂ, ਕਿ ਅਸੀਂ ਸਾਰਾ ਕੁਝ ਬਦਲ ਲਿਆ, ਦੇਸ਼ ਵੀ ਬਦਲ ਲਿਆ, ਵਿਗਿਆਨ ਵੀ ਪੜ੍ਹ ਲਿਆ, ਤੇ ਪਰ ਖੜੇ ਅਜੇ ਵੀ ਉੱਥੇ ਹੀ ਆ। ਮੇਰੇ ਅਧਿਆਪਕ ਹੁੰਦੇ ਸੀਗੇ ਜੀ ਮਾਸਟਰ ਜੀ ਪ੍ਰੋਫੈਸਰ ਭਾਰਦਵਾਜ ਹੀਰੀ, MC ਭਾਰਦਵਾਜ, ਤੁਸੀਂ ਨਾਂ ਸੁਣਿਆ ਹੋਣਾ ਉਹਨਾਂ ਦਾ। ਸੁਣਿਆ, ਮੈਨੂੰ ਦਾ ਮੌਕਾ ਵੀ ਮਿਲਿਆ। ਹਾਂਜੀ, ਮੇਰੇ ਉਹ ਟੀਚਰ ਵੀ ਰਹੇ ਤੇ ਮੇਰੇ ਬਹੁਤ ਪਿਆਰੇ ਸੱਜਣ ਸੀਗੇ। ਉਹ ਕਹਿੰਦੇ ਹੁੰਦੇ ਸੀ ਇਹੋ ਜਿਹੇ ਵਿਗਿਆਨ ਨੂੰ ਲੱਖ ਲਾਹਨਤ ਕਿ ਪੇਪਰ ਅਸੀਂ ਫਿਜ਼ਿਕਸ ਦਾ ਦੇਣ ਜਾਂਦੇ ਹਾਂ ਤੇ ਦੁਆਤ ਨੂੰ ਹੱਥ ਮਾਤਾ ਦਾ ਲਵਾ ਕੇ ਖੜਦੇ ਹਾਂ। ਤੇ ਹਾਲਾਤ ਸਾਡੇ ਅੱਜ ਵੀ ਉੱਥੇ ਖੜੇ ਆ। ਮੈਂ ਪਹਿਲਾ ਸਵਾਲ ਦੋਦਰ ਸਾਹਿਬ ਨੂੰ ਇਹੋ ਕੀਤਾ ਸੀਗਾ ਕਿ IT 'ਚ ਬੱਚੇ ਬੈਠੇ ਆ, ਪੜ੍ਹੇ ਲਿਖੇ ਬੱਚੇ ਆ, ਅੱਜ ਵੀ ਪੰਡਤਾਂ ਕੋ ਤੁਰੇ ਫਿਰਦੇ ਆ। ਇਹ ਚੀਜ਼ ਅਸੀਂ ਕੱਢ ਨਹੀਂ ਪਾਏ ਲੋਕਾਂ ਦੇ ਮਨਾਂ 'ਚੋਂ ਜੀ। ਦੇਖੋ, ਇੱਕ ਤਾਂ ਇਹ ਕਿ ਸਾਡੇ ਸਿਸਟਮ ਦਾ, ਜੇ ਮੈਂ ਭਾਰਤੀ ਸਿਸਟਮ ਦੀ ਗੱਲ ਕਰਾਂ, ਕਿ ਉਹਦਾ ਇੰਟਰਸਟ ਨਹੀਂ ਹੈ ਕਿ ਲੋਕੀ ਇਹਦੇ 'ਚੋਂ ਨਿਕਲਣ। ਦੂਜੀ ਗੱਲ ਜਿਹੜੀ ਹੈ ਵੀ ਸਾਡਾ ਐਜੂਕੇਸ਼ਨ ਸਿਸਟਮ ਹੈ ਜਿਹੜਾ ਭਾਰਤ ਦਾ, ਪੰਜਾਬ ਦਾ ਆਪਾਂ ਕਹਿ ਲਈਏ, ਉਹ ਬੱਚੇ ਨੂੰ ਵਿਗਿਆਨ ਦੀ ਪੜ੍ਹਾਈ ਕਰਾਉਂਦਾ ਇਸ ਵਾਸਤੇ ਕਰਾਉਂਦਾ ਕਿ ਵਿਗਿਆਨ ਦੀ ਪੜ੍ਹਾਈ ਕਰਕੇ ਨੌਕਰੀ ਜਲਦੀ ਮਿਲ ਜਾਂਦੀ ਹੈ ਤੇ ਚੰਗੀ ਮਿਲ ਜਾਂਦੀ ਹੈ। ਉਹ ਇਸ ਵਾਸਤੇ ਵਿਗਿਆਨ ਦੀ ਪੜ੍ਹਾਈ ਨਹੀਂ ਕਰਾਉਂਦੇ ਪਏ ਕਿ ਇਹਦੇ ਨਾਲ, ਪੜ੍ਹਨ ਦੇ ਨਾਲ, ਇਸ ਸਿੱਖਿਆ ਦੇ ਨਾਲ ਅਸੀਂ ਸੱਚ ਤੇ ਝੂਠ ਦਾ ਸਹੀ ਨਿਤਾਰਾ ਜਿਹੜਾ ਉਹ ਕਰਨ ਦੇ ਯੋਗ ਬਣ ਸਕੀਏ। ਹੁੰਦਾ ਜੋ ਕੀ ਹੈ ਕਿ ਬਹੁਤ ਸਾਰੇ ਵਿਗਿਆਨ ਪੜ੍ਹਦੇ ਆ, ਤੁਸੀਂ IT ਦੀ ਗੱਲ ਕੀਤੀ, ਕੁਛ ਵੀ ਹੈ, ਜਿੰਨੇ ਵੀ ਪੜ੍ਹੇ ਲਿਖਿਆ ਹੋਰ ਆ, ਸਾਰਾ ਕੁਛ ਉਹ ਪੜ੍ਹੇ ਆ। ਇੱਕ ਹੁੰਦਾ ਕਿ ਆਪਾਂ ਸਿੱਖਣਾ ਕਿਸੇ ਗੱਲ ਨੂੰ। ਮੈਂ ਇੱਕ ਗੱਲ ਕਹਿੰਦਾ ਹੁੰਦਾ ਕਿ
ਤੀਜੀ ਕਲਾਸ ਦੇ ਵਿੱਚ ਇੱਕ ਸਟੋਰੀ ਹੁੰਦੀ ਸੀ ਲੂੰਬੜੀ ਤੇ ਕੌਏ ਦੀ। ਉਹ ਸਟੋਰੀ ਜੇ ਮੈਂ ਅੱਜ ਵੀ ਕਹਾਂ, ਉਹ ਜਿਹਨਾਂ ਤੁਸੀਂ ਪੜ੍ਹੇ ਲਿਖਿਆਂ ਦੀ ਗੱਲ ਕਰਦੇ ਹੋ, ਜਿਹੜੇ ਉਹਨਾਂ ਬਾਬਿਆਂ ਕੋਲ ਜਾਂਦੇ ਆ, ਉਹ ਕਹਾਣੀ ਉਹਨਾਂ ਨੂੰ ਯਾਦ ਆ, ਉਹ ਲਿਖ ਦੇਣਗੇ, ਉਹ 10/10 ਨੰਬਰ ਵੀ ਲੈ ਜਾਣਗੇ। ਤੇ ਜਦੋਂ ਸਿੱਖਣ ਦੀ ਗੱਲ ਆ ਗਈ, ਜਿਹੜੀ ਮੈਂ ਗੱਲ ਕੀਤੀ ਸੀ ਕਿ ਅਸੀਂ ਸਿੱਖੇ ਨਹੀਂ ਆ, ਸਿੱਖਣ ਦੀ ਗੱਲ ਆ ਜੂਗੀ। ਅੱਜ ਵੀ ਕੀ ਹੁੰਦਾ, ਸੋਸ਼ਲ ਮੀਡੀਆ ਤੇ ਮੇਰੇ ਕੋਲ ਬਹੁਤ ਉਦਾਹਰਨਾਂ ਨੇ ਜਿਹੜੀਆਂ ਪੜ੍ਹੇ ਲਿਖਿਆਂ ਨਾਲ ਹੋਈਆਂ। ਕੀ ਹੋਇਆ, ਐਡ ਆਉਂਦੀ ਆ, ਮੈਸੇਜ ਆਉਂਦਾ, ਕਈ ਵਾਰੀ ਕਾਲ ਆਉਂਦੀ ਆ ਕਿ ਤੁਹਾਡੀ ਜੀ ਲਾਟਰੀ ਨਿਕਲੀ ਹੈ। ਉਹ ਇਹ ਨਹੀਂ ਸੋਚਦੇ ਕਿ ਭਾਈ ਤਾਂ ਨਹੀਂ ਨਿਕਲੀ ਕਿਵੇਂ। ਹਾਂ, ਤੁਹਾਡੀ ਲਾਟਰੀ ਨਿਕਲੀ ਹੈ, ਪਰ ਤੁਹਾਨੂੰ ਕਰਨਾ ਇਹ ਪਊਗਾ ਕਿ ਤੁਹਾਨੂੰ ਇਹਦੇ ਲਈ ਆ ਫਾਰਮੈਲਿਟੀਆਂ, ਤੁਹਾਨੂੰ ਅਕਾਊਂਟ ਨੰਬਰ, ਤੁਹਾਨੂੰ ਆਪਣਾ ਆਧਾਰ ਕਾਰਡ, ਤੁਹਾਨੂੰ ਆਹ ਦੇਣਾ ਪਊਗਾ, ਅਸੀਂ ਤੁਹਾਡੇ ਖਾਤੇ 'ਚ ਪੈਸੇ ਪਾ ਦਾਂਗੇ। ਕਈ ਵਾਰੀ ਉਹ ਐਂ ਵੀ ਕਹਿ ਦਿੰਦੇ ਆ, ਮੈਨੂੰ ਵੀ ਕੱਲ ਆਈਆਂ ਹੋਈਆਂ ਵੀ ਜੀ ਤੁਹਾਨੂੰ 10 ਲੱਖ ਨਿਕਲਿਆ, ਸਰਕਾਰੀ ਰੇਟਾਂ ਅਨੁਸਾਰ 1 ਲੱਖ ਤੁਹਾਡਾ ਇਨਕਮ ਟੈਕਸ ਬਣ ਗਿਆ, ਤੁਸੀਂ 1 ਲੱਖ ਪਾ ਦਿਓ ਤੇ ਤੁਹਾਨੂੰ 10 ਲੱਖ ਮਿਲ ਜਾਣਾ। ਜਾਣੀ ਮੇਰੇ ਕੋਲ ਬੜੀਆਂ ਉਦਾਹਰਨਾਂ ਮੇਰੇ ਕੋਲ ਆ ਕੇ ਬਾਅਦ 'ਚ ਕਹਿਣਗੇ ਮਾਸੀ ਇਹਦਾ ਕੁਝ ਹੋ ਸਕਦਾ। ਸੋ ਮੈਂ ਇਹ ਕਹਿਣਾ ਹੁੰਦਾ ਕਿ ਇਹਦਾ ਜੇ ਕਿ ਤੁਸੀਂ ਪਹਿਲਾਂ ਆ ਜਾਂਦੇ ਹੋ ਸਕਦਾ ਸੀ, ਜਾਂ ਜੇ ਤੁਸੀਂ ਉਹ ਕਊਏ ਤੇ ਲੂੰਬੜੀ ਦੀ ਕਹਾਣੀ ਸਿੱਖੀ ਹੁੰਦੀ ਤਾਂ ਅੱਜ ਤੁਸੀਂ ਇਹਨਾਂ ਦੀਆਂ ਗੱਲਾਂ 'ਚ, ਇਹਨਾਂ ਦੀਆਂ ਨਾ ਕੋ ਤਾਂਤਰਿਕਾਂ, ਬਾਬਿਆਂ, ਜੋਸ਼ੀਆਂ ਦੇ ਗੱਲਾਂ 'ਚ ਨਾ ਆਓ। ਮੈਂ 1 ਮਿੰਟ ਦੇ ਵਿੱਚ ਉਹ ਕਹਾਣੀ ਰਿਪੀਟ ਕਰਨੀ ਚਾਹੁੰਦਾ ਕਿ ਸਾਡੇ ਸਰੋਤਿਆਂ ਇਹ ਕਹਾਣੀ ਅੱਜ ਸਿੱਖ ਲੈਣ। ਜਿਹੜਾ ਕੁਝ ਉਹਨਾਂ ਦੀ ਜ਼ਿੰਦਗੀ 'ਚ ਪਹਿਲਾਂ ਹੋ ਗਿਆ ਹੋ ਗਿਆ। ਕਹਾਣੀ ਕੀ ਸੀ, ਜਦੋਂ ਅਸੀਂ ਪੜ੍ਹਦੇ ਸੀ ਉਦੋਂ ਕਾਂ ਦੇ ਮੂੰਹ 'ਚ ਟੁੱਕ ਹੁੰਦਾ ਸੀ ਤੇ ਦਰਖਤ ਤੇ ਬੈਠਾ ਹੁੰਦਾ ਸੀ। ਹੁਣ ਆ ਗਿਆ 21ਵੀਂ ਸਦੀ, ਹੁਣ ਕਾਂ ਦੇ ਮੂੰਹ 'ਚ ਟੁੱਕ ਨਹੀਂ ਹੈ, ਹੁਣ ਪਨੀਰ ਦਾ ਟੁਕੜਾ। ਕਾਂ ਦੇ ਮੂੰਹ 'ਚ ਪਨੀਰ ਦਾ ਟੁਕੜਾ, ਉਹ ਦਰਖਤ ਤੇ ਬੈਠਾ, ਲੂੰਬੜੀ ਨੇ ਭੁੱਖ ਲੱਗੀ ਗੇੜੇ ਗੂੜੇ ਦਿੱਤੇ, ਛਾਵਿਆਂ ਕੇ ਬਹਿ ਗਈ, ਉੱਪਰ ਨਿਗਾਹ ਗਈ, ਕਾਂ ਦਿਸ ਗਿਆ, ਮੂੰਹ 'ਚ ਪਨੀਰ ਦਿਸ ਗਿਆ। ਉਹ ਕਾਂ ਦੀਆਂ ਸਿਫਤਾਂ ਕਰਨ ਲੱਗੀ, ਕਾਵਾਂ ਸੋਹਣਾ ਬਹੁਤ ਆ, ਤੇਰੀ ਆਵਾਜ਼ ਬੜੀ ਸੁਰੀਲੀ ਹੈ, ਕੋਈ ਮਿੱਠਾ ਮਿੱਠਾ ਗੀਤ ਸੁਣਾ। ਕਾਂ ਦੀਆਂ ਗੱਲਾਂ 'ਚ ਆਇਆ, ਮੂੰਹ ਖੁੱਲ ਗਿਆ, ਪਨੀਰ ਦਾ ਟੁਕੜਾ ਥੱਲੇ ਡਿੱਗਿਆ, ਲੂੰਬੜੀ ਨੇ ਖਾਧਾ ਤੇ ਤੁਰਦੀ ਬਣੀ। ਸਿੱਖਿਆ ਕੀ ਮਿਲੀ, ਕਹਿੰਦੇ ਕਿਸੇ ਦੀਆਂ ਗੱਲਾਂ 'ਚ ਨਾ ਆਓ। ਹੁਣ ਇਹ ਗੱਲ ਤਾਂ ਤੀਜੀ 'ਚ ਪੜ੍ਹੀ ਆ ਅਸੀਂ, ਤੇ IT ਕਰਨ ਦੀ ਲੋੜ ਆ ਕੋਈ ਸਿੱਖਿਆ ਲੈਣ ਦੇ ਲਈ। ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਸਿੱਖੀਏ। ਮੈਂ 10 ਜਮਾਤਾਂ ਪੜ੍ਹਿਆ, ਪਰ ਮੈਨੂੰ ਇਹ ਲੱਗਦਾ ਕਿ ਮੈਂ 10 ਦੀਆਂ 10 ਸਿੱਖੀਆਂ ਹੋਈਆਂ। ਮੇਰੇ ਨਾਲ ਕਦੇ ਨਾ ਧੋਖਾ ਹੋਇਆ, ਨਾ ਠੱਗੀ ਨਹੀਂ ਹੋ ਵੀ ਨਹੀਂ ਸਕਦਾ। ਸੋ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਜੇ ਕੋਈ ਸਕੂਲ 5 ਸਾਲ ਵੀ ਗਿਆ ਨਾ, ਉਹ ਇੰਨਾ ਕੁ ਚੇਤਨ ਹੋ ਸਕਦਾ, ਉਹਦੀ ਜਿਹੜੀ ਸੋਚਣੀ ਆ ਉਹ ਵਿਗਿਆਨਕ ਹੋ ਸਕਦੀ ਹੈ ਕਿ ਉਹ ਅਜਿਹੇ ਠੱਗਾਂ ਦੀਆਂ ਗੱਲਾਂ 'ਚ ਨਹੀਂ ਆਉਂਦਾ। ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਡਾ ਸਿਸਟਮ ਨਹੀਂ ਚਾਹੁੰਦਾ। ਉਹ ਕੀ ਚਾਹੁੰਦਾ ਵੀ ਇਹ ਇਹਨਾਂ ਬਾਬਿਆਂ ਦੀਆਂ ਗੱਲਾਂ 'ਚ, ਤਾਂਤਰਿਕਾਂ ਦੀਆਂ ਗੱਲਾਂ 'ਚ, ਡੇਰਿਆਂ ਦੀਆਂ ਗੱਲਾਂ 'ਚ, ਚੌਂਕੀਆਂ ਭਰਨ 'ਚ ਪਏ ਰਹਿਣ। ਇਹੀ ਸੋਚੀ ਜਾਣ ਵੀ ਜੇ IT ਕਰਨ ਤੋਂ ਬਾਅਦ ਵੀ ਸਾਨੂੰ ਨੌਕਰੀ ਨਹੀਂ ਮਿਲੀ ਤਾਂ ਸਾਡੇ ਕੋਈ ਪਿਛਲੇ ਜਨਮ 'ਚ ਕਰਮ ਮਾੜੇ ਕੀਤੇ ਹੋਏ ਆ, ਸਾਡੀ ਵਿਉਮਤਾ ਨੇ ਤਕਦੀਰ ਮਾੜੀ ਲਿਖਤੀ ਵੀ ਜਿਹਦੇ ਕਰਕੇ ਸਾਨੂੰ ਨੌਕਰੀ ਨਹੀਂ ਮਿਲੀ। ਪਰ ਤਰਕਸ਼ੀਲ ਸੁਸਾਇਟੀ ਦਾ ਕਹਿਣਾ ਇਹ ਹੈ ਕਿ ਤੁਹਾਡੇ ਕਿਸੇ ਵੀ ਕੰਮ ਦੀ ਸਫਲਤਾ ਜਾਂ ਅਸਫਲਤਾ, ਉਹਨੂੰ ਉਹਦੇ ਵਿੱਚੋਂ ਦੇਖੋ। ਜੇ ਤੁਸੀਂ ਪੜ੍ਹਾਈ ਪੂਰੀ ਕਰ ਲਈ, ਇਹਦਾ ਮਤਲਬ ਤੁਸੀਂ ਆਪਦੇ ਕਰਮ ਸਹੀ ਕਰ ਲਏ। ਜੇ ਤੁਹਾਨੂੰ ਨੌਕਰੀ ਨਹੀਂ ਮਿਲੀ ਤੇ ਕਿ ਸਿਸਟਮ ਤੁਹਾਨੂੰ ਨੌਕਰੀਆਂ ਨਹੀਂ ਦੇ ਰਿਹਾ, ਜਾਂ ਤਾਂ ਉਹ ਦੇ ਰਿਹਾ ਕਿਹਨਾਂ ਨੂੰ, ਆਪਦੇ ਭਾਈ ਭਤੀਜਾਵਾਦ। ਆਪ ਨੂੰ ਪਤਾ ਹੀ ਹੈ ਕਿ ਬੜਾ ਕੁਛ ਨਿਕਲ ਰਿਹਾ ਹੁਣ ਪੰਜਾਬ ਦੇ ਅੰਦਰ ਵੀ ਇੱਧਰ ਵੀ ਘਪਲਾ, ਇੱਧਰ ਵੀ ਘਪਲਾ, ਆਪਦੇ ਭਰਤੀ ਕਰ ਲਏ, ਕੋ ਹਰਿਆਣੇ 'ਚੋਂ ਭਰਤੀ। ਕਹਿਣ ਦਾ ਮਤਲਬ ਕੀ ਹੈ ਕਿ ਉਹ ਸਿਸਟਮ 'ਚ ਪਾਰਦਰਸ਼ਤਾ ਨਹੀਂ ਹੈ। ਜਿਹੜੇ ਮਤਲਬ ਨੌਕਰੀ ਦੇ ਵੱਧ ਜੋਗਾ ਉਹਨਾਂ ਨੂੰ ਉਸ ਨੌਕਰੀ 'ਚ ਪ੍ਰਾਇਓਰਟੀ ਨਹੀਂ ਮਿਲਦੀ, ਜਾਂ ਇਹ ਵੀ ਕਹਿ ਲਓ ਕਿ ਨੌਕਰੀਆਂ ਇੰਨੀਆਂ ਥੋੜ੍ਹੀਆਂ ਨੇ। ਜਿਹੜੀ ਉਹ ਕਾਰਨ ਜਦੋਂ ਅਸੀਂ ਲੱਭਾਂਗੇ ਵੀ ਸਾਡੀ ਅਸਫਲਤਾ ਦਾ ਕਾਰਨ ਕੀ ਹੈ, ਤਾਂ ਅਸੀਂ ਉਹਦੇ 'ਚੋਂ ਲੱਭਾਂਗੇ। ਤਾਂ ਫਿਰ ਮੈਂ ਕਹੂੰਗਾ ਵੀ ਚਾਹੇ ਜਮਾਤਾਂ 5 ਹੀ ਪੜ੍ਹਿਆ ਕੋਈ, ਤਾਂ ਵਿਗਿਆਨਕ ਸੋਚ ਉਹਦੀ ਬਣ ਗਈ। ਮਾਸਟਰ ਜੀ, ਤੁਸੀਂ ਕਿਹਾ ਕਿ ਜਿਹੜਾ ਅਸੀਂ ਸਾਇੰਸ ਪੜ੍ਹਦੇ ਆ ਉਹ ਨੌਕਰੀ ਨੂੰ ਮੁੱਖ ਰੱਖ ਕੇ ਉਹ ਨੌਕਰੀ ਓਰੀਐਂਟਡ ਹੁੰਦੀ ਆ, ਤੇ ਜ਼ੋਰ ਵੀ ਇਸੇ ਗੱਲ ਤੇ ਦਿੱਤਾ ਜਾਂਦਾ। ਬਹੁਤ ਸਾਰੇ ਲੋਕ ਜਦੋਂ ਪੰਜਾਬੀ ਭਾਸ਼ਾ ਦੀ ਅਸੀਂ ਗੱਲ ਕਰਦੇ ਆ ਨਾ, ਉਹ ਕਹਿੰਦੇ ਇਹਨੂੰ ਇਸ ਯੋਗ ਬਣਾਓ ਕਿ ਇਹ 'ਚੋਂ ਨੌਕਰੀ ਲੱਭੇ ਲੋਕਾਂ ਨੂੰ, ਤਾਂ ਇਹਦੇ ਨਾਲ ਜੁੜਨਗੇ। ਤੇ ਜਿਹੜੇ ਸਬਜੈਕਟ ਅਸੀਂ ਪੜ੍ਹ ਕੇ ਨੌਕਰੀ ਲਈ ਜਾਂਦੇ ਆ, ਜਿੱਦਾਂ ਫਿਜ਼ਿਕਸ ਪੜ੍ਹਦੇ ਆ, ਕੈਮਿਸਟਰੀ ਪੜ੍ਹਦੇ ਆ, ਉਹ ਤੇ ਹੱਥੇ ਸਰੋਂ ਜਮਾ ਕੇ ਦੱਸਦੇ ਆ ਕਿ ਇਹ ਚੀਜ਼ਾਂ ਵਿਗਿਆਨਕ ਵਰਤਾਰਾ ਤੇ ਇਦਾਂ ਹੀ ਹੋਣੀਆਂ। ਉਹ ਲੋਕੀ ਪੜ੍ਹ ਕੇ ਆਉਂਦੇ ਆ, ਲੈਬੋਰਟਰੀਆਂ 'ਚ ਤਜਰਬੇ ਕਰਕੇ ਆਉਂਦੇ ਆ, ਪਰ ਸਿਰ ਉੱਥੇ ਹੀ ਆ। ਦੇਖੋ, ਉਹ ਜਦੋਂ ਗੱਲ ਹੱਥ ਦੀਆਂ ਲਕੀਰਾਂ ਪੜ੍ਹ ਕੇ ਕਿ ਤੁਹਾਡੇ ਇੱਥੇ ਲਿਖਿਆ, ਤੁਹਾਡੇ ਕੋਲ ਸਰਜੀਤ ਦੋਦਰ ਜੀ ਆ ਕੇ ਗਏ ਆ, ਹੱਥ ਦੀਆਂ ਲਕੀਰਾਂ ਦਾ ਚੱਕਰ ਕੁਛ ਨਹੀਂ ਹੈ। ਬੱਚਾ ਜਦੋਂ ਗਰਭ ਅਵਸਥਾ 'ਚ ਆ, ਸਾਰਿਆਂ ਨੂੰ ਪਤਾ ਵੀ ਮੁੱਠੀਆਂ ਬੰਦ ਹੁੰਦੀਆਂ। ਜਦੋਂ ਇਹ ਮੁੱਠੀ ਨੂੰ ਤੁਸੀਂ ਖੋਲੋਗੇ, ਹੁਣ ਵੀ ਖੋਲ ਲਓ, ਬਾਅਦ 'ਚ ਖੋਲ ਕੇ ਦੇਖ ਲਿਓ। ਮੈਂ ਸਾਰੇ ਸਰੋਤਿਆਂ ਨੂੰ ਕਹਿੰਦਾ ਕਿ ਆਪਦੀ ਮੁੱਠੀ ਖੋਲ ਕੇ ਦੇਖਿਓ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ। ਜਿੱਥੇ ਵੱਡਾ ਵਲ ਪੈਂਦਾ, ਡੂੰਘਾ ਵਲ ਪੈਂਦਾ, ਉੱਥੇ ਗੂੜੀ ਲਕੀਰ ਹੈ। ਜਿੱਥੇ ਛੋਟੇ ਵਲ ਪੈਂਦੇ ਆ, ਫਿੱਕੇ ਫਿੱਕੇ ਵਲ ਪੈਂਦੇ ਆ, ਉੱਥੇ ਲਕੀਰਾਂ ਫਿੱਕੀਆਂ ਨੇ। ਤੇ ਇਹ ਲਕੀਰਾਂ ਕੰਮ ਦੇ ਲਿਹਾਜ਼ ਨਾਲ ਬਦਲ ਜਾਂਦੀਆਂ।
ਇੱਕ ਮਜ਼ਦੂਰ ਆ ਸਖਤ ਕੰਮ ਕਰਨ ਵਾਲਾ, ਫੈਕਟਰੀ 'ਚ ਲੋਹੇ ਦਾ ਕੰਮ ਕਰਦਾ, ਇੱਕ ਕਿਸਾਨ ਆ ਸਖਤ ਕੰਮ ਕਰਦਾ, ਉਹਦੇ ਘਾਸੀ ਜਾਂਦੀਆਂ ਜੀ, ਉਹਦੇ ਅੱਟੜ ਪਏ ਹੁੰਦੇ ਤੇ 3 ਲਕੀਰਾਂ ਹੀ ਆ ਮੋਟੀਆਂ ਤੇ ਜੇ ਸਾਡੀ ਕੋਈ ਭੈਣ ਸਲਾਈ ਦਾ ਕੰਮ ਕਰਦੀ ਆ, ਕੋਈ ਟਾਈਪ ਦਾ ਕੰਮ ਕਰਦਾ, ਉੱਥੇ ਲਕੀਰਾਂ ਫਿੱਕੀਆਂ ਲਕੀਰਾਂ ਦੀ ਗਿਣਤੀ ਵੱਧ ਜਾਂਦੀ। ਜਾਣੀ ਕਹਿਣ ਦਾ ਮਤਲਬ ਕਿ ਇਹਦੇ 'ਚ ਫੋਲਡਾਂ ਦੀ ਗਿਣਤੀ ਹੈ, ਪਰ ਜਿਨ੍ਹਾਂ ਦਾ ਇਹ ਧੰਦਾ, ਜਿਹੜੇ ਪ੍ਰੋਫੈਸ਼ਨਲੀ ਇਹ ਗੱਲਾਂ ਕਰਦੇ ਆ, ਜਿਨ੍ਹਾਂ ਨੂੰ ਪਤਾ ਕਿ ਸਾਡਾ ਇਹ ਜਿਹੜਾ ਸਮਾਜ ਆ ਉਹ ਫਿਊਚਰ ਬਾਰੇ ਪਹਿਲਾਂ ਜਾਣਨਾ ਚਾਹੁੰਦਾ, ਤੇ ਫਿਊਚਰ ਬਾਰੇ ਜਾਣਨ ਦੇ ਵਿੱਚ ਵੀ 2 ਹੀ ਗੱਲਾਂ ਹੁੰਦੀਆਂ ਵੀ ਥੋੜਾ ਜਿਹਾ ਡਰਾ ਦਿਓ, ਥੋੜਾ ਜਿਹਾ ਲਾਲਚ ਦੇ ਦਿਓ, ਫਿਰ ਉਹਦਾ ਉਪਾਅ ਕਰਨ ਦੇ ਬਹਾਨੇ ਜੇਬ ਖਾਲੀ ਕਰਾ ਲਓ। ਤੇ ਜਿਹਦੇ 'ਚੋਂ ਕਿਸੇ ਨੇ ਬਹੁਤ ਸਾਰੇ, ਅਸੀਂ ਤਾਂ ਇਹ ਦੇਖਿਆ ਵੀ ਭਾਵੇਂ ਲੋਕੀ ਪੰਜਾਬ ਤੋਂ, ਇੰਡੀਆ ਤੋਂ ਕੈਨੇਡਾ ਤੱਕ ਆ ਗਏ ਆ, ਪਰ ਉਹ ਸਾਰਾ ਕੁਝ ਉੱਥੋਂ ਉਵੇਂ ਹੀ ਲਿਆਏ ਆ। ਉੱਥੇ ਤਾਂ ਰੁਪਈਆਂ 'ਚ ਲੁੱਟ ਖਾਂਦੇ ਸੀ, ਇੱਥੇ ਡਾਲਰਾਂ 'ਚ ਖਾਈ ਜਾਂਦੇ। ਬਹੁਤ ਸਾਰੀਆਂ ਉਦਾਹਰਨਾਂ, ਆਪਣੇ ਕੋਲ ਅੱਜ ਟਾਈਮ ਘੱਟ ਆ, ਆਪਾਂ ਉਹ ਨਹੀਂ ਦੇਣੀਆਂ ਚਾਹਾਂਗਾ। ਇੱਕੋ ਹੀ ਗੱਲ ਇਹ ਕਹਿੰਦਾ ਹੋਇਆ ਕਿ ਹੱਥਾਂ ਦੀਆਂ ਲਕੀਰਾਂ ਦਾ ਕੁਛ ਨਹੀਂ, 2-4 ਗੱਲਾਂ ਨੇਗੀਆਂ। ਮੇਰੀਆਂ ਗੱਲਾਂ ਸੁਣ ਲਓ ਤੁਸੀਂ। ਜਿਹੜਾ ਸਾਡਾ ਪ੍ਰੋਗਰਾਮ ਨਹੀਂ ਵੇਖ ਰਿਹਾ ਉਹਨੂੰ ਜਾ ਕੇ ਕਹੋ ਵੀ ਅੱਜ ਪ੍ਰੋਗਰਾਮ ਵੇਖਿਆ ਸੀ, ਹੱਥ ਦੇਖਣਾ ਸਿੱਖਿਆ। ਹੱਥ ਦੇਖੋ, ਸਿੰਪਲ ਨਹੀਂ ਦੇਖਣਾ, ਇਹਨੂੰ ਪੁੱਠਾ ਸਿੱਧਾ ਕਰੋ ਵੱਧ ਤੋਂ ਵੱਧ, ਇੱਧਰੋਂ ਵੀ ਕੋਈ ਪਾਸਾ ਛੱਡਿਆ ਹੀ ਨਹੀਂਗਾ। ਦੇਖਣ ਸਾਰ ਉਹਨੂੰ ਕਹਿ ਦਿਓ ਮਾਇਆ ਆਉਂਦੀ ਤਾਂ ਬਹੁਤ ਆ, ਤੁਹਾਡੇ ਖੜਦੀ ਨਹੀਂ। ਤੇ ਹਰੇਕ ਨੂੰ ਲੱਗਦਾ ਕਿ ਸਾਡੇ ਪੈਸਾ ਤਾਂ ਬਹੁਤ ਆਉਂਦਾ, ਮੈਂ ਕੰਮ ਵੀ ਬਹੁਤ ਕਰਦਾ, ਪਰ ਇਹ ਸਾਡੇ ਖੜਦੇ ਨਹੀਂ ਹੈ। ਤੁਸੀਂ ਕਿਸੇ ਨੂੰ ਕਹਿ ਦਿਓ ਹੱਥ ਦੇਖ ਕੇ ਥੋੜਾ ਵੱਧ ਪੁੱਠਾ ਸਿੱਧਾ ਕਰਨਾ, ਵੀ ਲਕੀਰ ਕੋਈ ਰਹਿ ਨਾ ਜਾਵੇ। ਉਹਨੂੰ ਕਹਿ ਦਿਓ ਤੂੰ ਤਾਂ ਦੂਜਿਆਂ ਦੇ ਬਹੁਤ ਕੰਮ ਆਉਣਾ, ਜਿੱਦੇ ਤੈਨੂੰ ਲੋੜ ਪਈ ਨਾ ਤੇਰੇ ਕੋਈ ਖੜਿਆ ਨਹੀਂ ਆ। ਹਰੇਕ ਨੂੰ ਲੱਗਦਾ ਮੈਂ ਉਹਦੇ ਕੰਮ ਮੈਂ ਬਹੁਤ ਚੰਗਾ। ਫਿਰ ਕੀ ਕਹਿਣਗੇ, ਤੂੰ ਬੰਦਾ ਤਾਂ ਬੜਾ ਦਿਲ ਦਾ ਨੇਕ ਆ, ਪਰ ਭੇਤ ਛੇਤੀ ਦੇ ਦੇਣਾ। ਹਰੇਕ ਨੂੰ ਲੱਗਦਾ ਮੈਂ ਬੜਾ ਭਰੜ ਭਾਣਾ, ਮੈਂ ਤਾਂ ਉਹਦੀ ਚਿੱਤ ਦੀ ਗੱਲ, ਲੋਕ ਨਹੀਂ ਦੱਸਦੇ ਆਪਦੇ ਚਿੱਤ ਦੀਆਂ ਗੱਲ। ਇਹ ਤੋਂ ਵੀ ਗਾਹਾਂ ਉਹ ਇਕੱਲੇ ਚਲਾਕ ਨਹੀਂ, ਬੜੇ ਕਮੀਨੇ ਆ ਉਹ ਲੋਕ। ਪਤਾ ਕੀ ਕਰਨਗੇ, ਮਰਦਾਂ ਲਈ ਆ ਇਹ। ਇੱਥੋਂ ਮੁੱਠੀ ਬੰਦ ਕਰਾ ਕੇ ਬਾਢੇ ਜੇ ਕੱਢਣਗੇ, ਤੇਰੇ 2 ਵਿਆਹ, ਤੇਰਾ 1.5 ਵਿਆਹ, ਤੇਰੇ 3 ਵਿਆਹ। ਮੇਰੇ ਵਰਗਾ ਸੋਚੀ ਜਾਂਦਾ ਹਿਸਾਬ ਲਾ ਕੇ, ਮੰਗਣੇ ਦੀ ਗੱਲ ਪਹਿਲਾਂ ਇੱਧਰ ਚੱਲੀ ਸੀ, ਉਹ ਤਾਂ ਵਿਚਾਲੇ ਰਹਿ ਗਈ, ਵਿਆਹ ਫਿਰ ਇੱਧਰ ਹੋ ਗਿਆ, ਇਹਦਾ 1.5 ਹੋ ਗਿਆ। ਇਹ ਤੋਂ ਵੀ ਹਾਂ ਸਾਡਾ ਤਜਰਬਾ, ਅਸੀਂ ਕਈ ਵਾਰੀ ਥੋੜਾ ਜਿਹਾ ਮਖੌਲੀ ਲਹਿਜੇ 'ਚ ਕਈ ਵਾਰੀ ਬਜ਼ੁਰਗਾਂ ਨੂੰ ਪੁੱਛ ਲੈਂਦੇ ਐ ਕਰਕੇ, ਤੇਰੇ 2 ਵਿਆਹ, ਇੱਕ ਹੋ ਗਿਆ। ਇੱਕ ਹੋਰ ਲਿਖਿਆ, ਉਹ ਪਤਾ ਕੀ ਪੁੱਛਦਾ, ਉਹ ਐਂ ਨਹੀਂ ਕਹਿੰਦਾ ਵੀ ਮੈਂ ਤਾਂ ਮਰਨ ਵਾਲਾ, ਉਹ ਕਹਿੰਦਾ ਕਿੱਥੋਂ ਆ ਸਕਦਾ ਹੈ। ਕਦੋਂ ਹੋਊਗਾ? ਸਾਡੇ ਇਸ ਸਮਾਜ ਦੇ ਅੰਦਰ ਮਰਦਾਂ ਨੂੰ ਖਾਸ ਕਰਕੇ ਇਹ ਗੱਲ ਲੱਗਦੀ ਰਹਿੰਦੀ ਹੈ ਵੀ ਜਿਹੜੀਆਂ ਘਰ ਦੀਆਂ ਮੁਸ਼ਕਲਾਂ, ਦੁੱਖਾਂ, ਤਕਲੀਫਾਂ, ਪਤਾ ਨਹੀਂ ਪਹਿਲਾਂ ਵਾਲੇ ਟੱਬਰ ਕਰਕੇ ਇਹ ਤੋਂ ਖੜਾ ਛੁੱਟ ਕੇ ਹੋਰ ਜੁੜ ਜੇ, ਪਤਾ ਨਹੀਂ ਕੱਟੀਆਂ ਹੀ ਜਾਣਗੀਆਂ। ਉਹ ਚਲਾਕ ਲੋਕ, ਉਹ ਪਖੰਡੀ ਲੋਕ, ਉਹ ਜੋਤਸ਼ੀ ਲੋਕ, ਉਹ ਕਦੇ ਵੀ ਮੇਰੀ ਭੈਣ ਨੂੰ, ਕਿਸੇ ਨੂੰ, ਮੇਰੀ ਧੀ ਨੂੰ, ਕਿਸੇ ਮਾਂ ਨੂੰ ਐ ਮੁੱਠੀ ਬੰਦ ਕਰਾ ਕੇ ਆਹ ਵਾਢੇ ਗਿਣ ਕੇ ਉਹਨੇ ਹੁੰਦੇ ਸਭ ਦੇ, ਕਦੇ ਨਹੀਂ ਉਹ ਕਹਿੰਦੇ ਵੀ ਤੇਰੇ 2 ਵਿਆਹ। ਕਿਉਂਕਿ ਉਹਨਾਂ ਚਲਾਕ ਲੋਕਾਂ ਨੂੰ ਪਤਾ ਕਿ ਸਾਡੇ ਸਮਾਜ ਦੇ ਅੰਦਰ ਅਗਰ ਕੋਈ ਔਰਤ ਵਿਧਵਾ ਹੋ ਜੇ, ਕਿਸੇ ਔਰਤ ਦਾ ਤਲਾਕ ਹੋਏ, ਕਿਸੇ ਕਾਰਨ ਉਹਨਾਂ ਦਾ ਟੁੱਟ-ਟੁੱਟਾ ਹੋ ਜੇ, ਤਾਂ ਦੁਬਾਰੇ ਉਹਨੂੰ ਕਿਸੇ ਨਵੇਂ ਪਰਿਵਾਰ 'ਚ ਜਾ ਕੇ ਜਿਹੋ ਜੀ ਜ਼ਿੰਦਗੀ ਲਾਲਤ ਭਰੀ ਜਿਉਣੀ ਪੈਂਦੀ ਆ, ਉਹ ਕਦੇ ਨਹੀਂ। ਕਿਉਂਕਿ ਉਹਨਾਂ ਨੇ ਜੇਬ 'ਚੋਂ ਤਾਂ ਕੋਈ ਤਾਂ ਹੀ ਕੱਢੂ ਨਾ, ਖੁਸ਼ ਕਰਨਾ। ਤਰਕਸ਼ੀ ਸੋਸਾਇਟੀ ਦਾ ਤਾਂ ਚੈਲੰਜ ਹੈ ਕਿ ਅਗਰ ਕੋਈ ਜਿਹੜਾ ਕਹਿੰਦਾ ਵੀ ਹੱਥ ਦੀਆਂ ਲਕੀਰਾਂ ਦੇਖ ਕੇ ਕੁਝ ਦੱਸ ਸਕਦਾ, ਤੇ ਉਹ ਸਾਡਾ 5 ਲੱਖ ਤਾਂ ਪੰਜਾਬ ਦਾ, $1,00,000 ਕੈਨੇਡਾ ਵਾਲੀ ਸੁਸਾਇਟੀ ਦਾ, ਇੰਡੀਆ ਦੇ ਵਿੱਚ ਹੋਰ ਸਿਮਿਲਰ ਸੰਸਥਾਵਾਂ ਨੇ, ਤੇ ਉਹ ਉਹਨਾਂ ਦਾ ਇਨਾਮ ਜਿੱਤ ਸਕਦਾ। ਉਹ ਕਿਉਂ ਮੈਂ ਕਹਿ ਸਕਦਾ ਭੋਲੇ ਭਾਲੇ ਲੋਕਾਂ ਨੂੰ $10, $20, $50, $100 ਦੀ ਇੱਛਾ ਰੱਖਦਾ ਹੈ। ਮਾਸਟਰ ਜੀ ਹਸਤ ਰੇਖਾ ਤੁਸੀਂ ਦੱਸੀ, ਉਹ ਮਸਤ ਦੀ ਵੀ ਰੇਖਾ ਕਹਿੰਦੇ, ਮਸਤਕ ਰੇਖਾ ਵੀ ਹੁੰਦੀ ਆ, ਉੱਥੋਂ ਵੀ ਪੜ੍ਹ ਲੈਂਦੇ ਕਿ ਮੱਥਾ ਪੜ੍ਹ ਕੇ ਦੱਸਦੇ ਉਹ ਕਿਦਾਂ? ਇੱਕੋ ਹੀ ਗੱਲ ਆ, ਤੁਸੀਂ ਮੱਥੇ ਤੋਂ ਇਸ ਤਰ੍ਹਾਂ ਕਰੋਗੇ ਬਲ ਪੈਣਗੇ। ਜਿਹਦੇ ਜ਼ਿਆਦਾ ਬਲ ਕਹਿੰਦੇ ਤਿਉੜੀਆਂ ਜ਼ਿਆਦਾ ਪੈਂਦੀਆਂ, ਉਹਦੇ ਲਕੀਰਾਂ ਬਾਹਲੀਆਂ। ਉਦਾਂ ਤਾਂ ਕਹਿੰਦੇ ਤਿਉੜੀਆਂ ਵਾਲਾ ਬੰਦਾ ਗੁੱਸੇਖੋਰ ਬੜਾ ਹੁੰਦਾ, ਨਾਲੇ ਆਂਦੇ ਇਹਦੇ ਵਿੱਚ ਹਾਂ ਉਹ ਕਹਿ ਸਕਦੇ ਆ। ਹੁਣ ਤੁਹਾਨੂੰ ਅਗਲੀ ਗੱਲ ਵੀ ਦੱਸਦੇ ਆ, ਬਾਂਦਰ ਦੇ ਵੀ ਜਿਹੜੇ ਹੱਥ ਹੈ, ਪੈਰ ਆ, ਮੱਥਾ ਸਾਡੇ ਵਾਂਗੂ ਆ, ਲਕੀਰਾਂ ਉਹਦੇ ਵੀ ਆ। ਉਹਦੇ ਹੱਥ ਅੱਜ ਤੱਕ ਕਿਸੇ ਨੇ ਨਹੀਂ ਦੇਖਿਆ। ਕਿਉਂ? ਉਹਦੀ ਜੇਬ 'ਚ ਡਾਲਰ ਨਹੀਂ ਹੈ। ਜੇ ਉਹਦੀ ਜੇਬ 'ਚ ਕਿਤੇ ਡਾਲਰ ਹੁੰਦੇ, ਇਹਨਾਂ ਨੇ ਬਾਂਦਰ ਦਾ ਹੱਥ ਵੀ ਦੇਖ ਦੇਣਾ। ਬਿਲਕੁਲ ਠੀਕ ਹੈ, ਬਿਲਕੁਲ ਸਹੀ ਗੱਲ ਹੈ, ਬਿਲਕੁਲ। ਅੱਛਾ ਗੱਲ ਸੁਣੋ, ਚਲੋ ਇਹ ਤੇ ਹੋ ਗਿਆ ਨਾ ਜਿਹੜਾ ਗੈਰ ਵਿਗਿਆਨਕ ਜਿਹੜਾ ਪ੍ਰਚਾਰ ਜਾਂ ਜੋ ਸਾਡੇ ਤੇ ਜਿਹੜਾ ਉਹਦਾ ਅਸਰ, ਉਹਦੀ ਗੱਲ ਕਰ ਰਹੇ ਹਾਂ। ਜਿਹੜਾ ਆਪਾਂ ਧਾਰਮਿਕ ਸ਼ਰਧਾ ਵਾਲੇ ਲੋਕ ਆ ਜੀ, ਉਹਨਾਂ ਦਾ ਕਰਾਮਾਤ 'ਚ ਬੜਾ ਵਿਸ਼ਵਾਸ ਹੁੰਦਾ ਕਿ ਜੇ ਅਸੀਂ ਗੁਰੂ ਸਾਹਿਬ ਦੇ ਅੱਗੇ ਜਾ ਕੇ ਅਰਦਾਸ, ਸਿੱਖ ਧਰਮ ਵਾਲੇ ਇੱਦਾਂ ਕਰ ਰਹੇ, ਹਿੰਦੂ ਧਰਮ ਵਾਲੇ ਆਪਣੇ ਆਪਣੇ ਇਸ਼ਟ ਨੂੰ ਜਿੱਥੇ ਜਿੱਥੇ ਮੰਨਦੇ ਆ ਕਿ ਉਹ ਕੋਈ ਇੱਕ ਕਰਾਮਾਤੀ ਸ਼ੈ ਆ ਕਿ ਸਾਡੀ ਅਰਦਾਸ ਸੁਣ ਕੇ ਕੋਈ ਕਰਾਮਾਤ ਵਾਪਰ ਜਾਊਗੀ ਤੇ ਜਿਹੜੀ ਚੀਜ਼ ਮੈਂ ਮੰਗ ਰਿਹਾ ਉਹ ਪੂਰੀ ਹੋ ਜਾਊਗੀ। ਇਹਦਾ ਕੋਈ ਸਿਧਾਂਤ ਕੋਈ ਹੈ ਪਿੱਛੇ ਕਿ ਇਹ ਵੀ ਕੋਈ ਐਵੇਂ ਲੋਕਾਂ ਨੂੰ ਜੋ ਲੱਗਦਾ ਧਰਮਾਂ ਬਾਰੇ ਮੋਟੀ ਜੀ ਗੱਲ ਆ ਜਿਹੜੀ ਕਿ ਸਮਾਜ ਦੇ ਵਿੱਚ ਕੁਰੀਤੀਆਂ ਫੈਲਦੀਆਂ। ਹੁੰਦਾ ਹੀ ਹੈ ਕਿ ਪਹਿਲਾਂ ਕੁਝ ਗੱਲਾਂ ਆਪਾਂ ਨੂੰ ਪਤਾ, ਇੱਥੇ ਰਾਜਿਆਂ ਦਾ ਰਾਜ ਰਿਹਾ, ਜਗੀਰਦਾਰਾਂ ਦਾ ਰਿਹਾ, ਜਿੰਨਾ ਉਹਨਾਂ ਨੇ ਜ਼ਬਰ ਜ਼ੁਲਮ ਕਰਦੇ ਰਹੇ, ਉਸ ਜ਼ਬਰ ਦੇ ਖਿਲਾਫ ਲਹਿਰਾਂ ਉੱਠੀਆਂ। ਹੋਰ ਜਿਹੜੀਆਂ ਕੋਈ ਸਮਾਜਿਕ ਕੁਰੀਤੀਆਂ ਸੀ, ਸਤੀ ਪ੍ਰਥਾ ਸੀ, ਉਹ ਲਹਿਰਾਂ ਉੱਠੀਆਂ, ਲਹਿਰਾਂ ਉੱਠਦੀਆਂ ਰਹੀਆਂ ਹਮੇਸ਼ਾ ਹੀ। ਉਹ ਜਦੋਂ ਲਹਿਰਾਂ ਉੱਠਦੀਆਂ ਉਹਦੇ 'ਚ ਸੁਧਾਰ ਕਰਦੀਆਂ।
ਇੱਕ ਲੈਵਲ ਤੇ ਜਾ ਕੇ ਉਹ ਲਹਿਰਾਂ ਰੁਕ ਜਾਂਦੀਆਂ, ਜਾਂ ਐਂ ਕਹਿ ਲਓ ਵੀ ਇੱਕ ਲੈਵਲ ਤੇ ਜਾ ਕੇ ਜਦੋਂ ਉਹਨਾਂ ਨੂੰ ਧਰਮ ਦਾ ਦਰਜਾ ਦੇ ਦਿੱਤਾ ਜਾਂਦਾ, ਜਦੋਂ ਉਹਨਾਂ ਨੂੰ ਪੂਜਿਆ ਜਾਣ ਲੱਗ ਜਾਂਦਾ, ਜਾਂ ਐਂ ਕਹਿ ਲਓ ਜਦੋਂ ਉਹਨਾਂ ਤੇ ਕਿੰਤੂ ਪਰੰਤੂ ਹੋਣੋਂ ਹਟ ਜਾਂਦਾ, ਜਦੋਂ ਅਸੀਂ ਉਹਨਾਂ ਤੇ ਸਵਾਲ ਨਹੀਂ ਖੜੇ ਕਰ ਸਕਦੇ, ਉਦੋਂ ਬਾਅਦ ਉਹ ਇੱਕ ਧਰਮ ਹੈ ਜਿਹੜਾ ਉਹ ਸਥਾਪਿਤ ਹੋ ਜਾਂਦਾ। ਤੇ ਜਦੋਂ ਕੋਈ ਚੀਜ਼ ਧਾਰਮਿਕ ਤੌਰ ਤੇ ਸਥਾਪਿਤ ਹੋ ਜੇ, ਪੂਜਣਯੋਗ ਹੋ ਜੇ, ਤਾਂ ਫਿਰ ਉਹਦੇ 'ਚ ਸੁਧਾਰ ਦੀ ਗੁੰਜਾਇਸ਼ ਖਤਮ ਹੋ ਜਾਂਦੀ ਹੈ। ਲਹਿਰ 'ਚ ਤਾਂ ਹੁੰਦਾ ਕਿ ਲਹਿਰ ਦਾ ਮੁਲਾਂਕਣ ਕੀਤਾ ਜਾਵੇ, ਉਹਦੀਆਂ ਕਮੀ ਪੇਸ਼ੀਆਂ ਨੂੰ ਦੂਰ ਕਰਕੇ ਲਹਿਰ ਨੂੰ ਹੋਰ ਵੱਡਾ ਕੀਤਾ ਜਾਵੇ, ਹੋਰ ਜੋ ਕੁਝ ਸਮਾਜ ਦੇ ਵਿੱਚ ਗਲਤ ਹੋ ਰਿਹਾ ਠੀਕ, ਪਰ ਧਰਮ ਇਹ ਗੁੰਜਾਇਸ਼ ਖਤਮ ਕਰ ਦਿੰਦਾ। ਤੇ ਜਿਹਦੇ ਕਰਕੇ ਕੀ ਆ, ਉਹ 'ਚ ਫਿਰ ਪੁਜਾਰੀ ਵਰਗ, ਜਦੋਂ ਕੋਈ ਚੀਜ਼ ਪੂਜਣਯੋਗ ਹੋ ਗਈ ਫਿਰ ਉਹ 'ਚ ਪੁਜਾਰੀ ਵਰਗ ਆ ਜਾਂਦਾ। ਤੇ ਪੁਜਾਰੀ ਵਰਗ ਉਸ ਕਿਸੇ ਵੀ ਧਰਮ ਨਾਲ ਜੋੜ ਕੇ ਇਹੋ ਜਿਹੀਆਂ ਕਰਾਮਾਤਾਂ, ਇਹੋ ਜਿਹੀਆਂ ਆਪਾਂ ਕਹ ਲਓ ਚਮਤਕਾਰ ਦੀਆਂ ਗੱਲਾਂ ਮਸਾਲੇ ਲਾ ਲਾ ਕੇ ਸੁਣਾਉਂਦਾ, ਤਾਂ ਕਿ ਉਹਨੂੰ ਮੰਨਣ ਵਾਲੇ ਸ਼ਰਧਾਲੂਆਂ 'ਚ ਇਹ ਗੱਲ ਭਰ ਦਿੰਦਾ ਉਹ ਕਿ ਇੱਥੇ ਮੱਥਾ ਟੇਕਣ ਨਾਲ, ਇੱਥੇ ਪੂਜਾ ਕਰਨ ਨਾਲ ਤੁਹਾਡੀ ਕਿਸਮਤ ਖੁੱਲ੍ਹ ਸਕਦੀ ਹੈ। ਤੇ ਜਦੋਂ ਕਿ ਆਪਾਂ ਨੂੰ ਇਹ ਪਤਾ ਹੈ ਕਿ ਸਾਡੀਆਂ ਜਿਉਣ ਹਾਲਤਾਂ ਤਾਂ ਸਾਡੇ ਉਸ ਸਿਸਟਮ ਤੇ ਨਿਰਭਰ ਕਰਦੀਆਂ। ਸੋ ਮੈਂ ਕਹਿਣਾ ਇਹ ਚਾਹੂੰਗਾ ਕਿ ਜਦੋਂ ਕਿਸੇ ਵਿਅਕਤੀ 'ਚ ਗੈਬੀ ਸ਼ਕਤੀਆਂ ਬਾਰੇ, ਰੱਬ ਬਾਰੇ ਧਾਰਨਾਵਾਂ ਬਣ ਜਾਂਦੀਆਂ, ਫਿਰ ਉਹਦੇ 'ਚ ਉਹੋ ਜਿਹੀਆਂ ਹੀ ਉਮੀਦਾਂ ਪੁਜਾਰੀ ਵਰਗ ਹੋਰ ਜਗਾ ਦਿੰਦਾ। ਪਰ ਮੱਥਾ ਟੇਕਣ ਨਾਲ, ਮੰਨਤਾਂ ਮੰਨਣ ਨਾਲ, ਪ੍ਰਾਰਥਨਾਵਾਂ ਕਰਨ ਨਾਲ ਕੁਝ ਵੀ ਨਹੀਂ ਵਾਪਰਦਾ। ਤਰਕਸ਼ੀਲ ਸੋਸਾਇਟੀ ਦਾ ਤਾਂ ਇਹ ਵੀ ਕਹਿਣਾ ਕਿ ਇਸ ਸਮਾਜ ਦੇ ਵਿੱਚ ਕਦੇ ਵੀ ਕੋਈ ਕਰਾਮਾਤ ਨਹੀਂ ਹੋਈ, ਕਦੇ ਵੀ ਕੋਈ ਚਮਤਕਾਰ ਨਹੀਂ ਹੋਇਆ। ਹਾਂ, ਉਸ ਸਮੇਂ ਦੇ ਸਮਾਜ ਦੇ ਗਿਆਨ ਦੀ ਘਾਟ ਤਾਂ ਹੋ ਸਕਦੀ ਹੈ। ਹੌਲੀ ਹੌਲੀ ਜਿਵੇਂ ਧਰਤੀ ਹੈ, ਇਹਨੂੰ ਕਿਸੇ ਵੇਲੇ ਆਪਣੇ ਟੇਬਲ ਵਾਂਗੂ ਝਪਟੀ ਮੰਨਿਆ ਜਾਂਦਾ ਸੀ, ਵਿਗਿਆਨ ਨੇ ਸਿੱਧ ਕਰਤਾ ਵੀ ਨਹੀਂ, ਇਹ ਗੋਲਕਾਰ ਆ, ਉਹਨੂੰ ਮੰਨਣ, ਗੋਲਾਕਾਰ ਮੰਨਣ ਲੱਗ ਗਏ। ਜਾਣੀ ਵਿਗਿਆਨ ਇਹ ਕਹਿੰਦਾ ਕਿ ਜਿਹੜੀ ਗੱਲ ਦੀ ਖੋਜ ਹੋ ਚੁੱਕੀ ਹੈ ਉੱਥੋਂ ਮੰਨ ਕੇ ਚੱਲੋ, ਇਹ ਗੁੰਜਾਇਸ਼ ਰੱਖ ਕੇ ਚੱਲੋ ਕਿ ਜਦੋਂ ਇਹਦੇ ਵਿੱਚ ਹੋਰ ਕੋਈ ਵਾਧਾ ਹੁੰਦਾ ਤਾਂ ਆਪਾਂ ਉਹਨੂੰ ਮੰਨਾਂਗੇ। ਧਰਮ ਦੇ ਵਿੱਚ ਇਸ ਗੱਲ ਦੀ ਆਗਿਆ ਨਹੀਂ, ਉਹਦਾ ਕੋਈ ਗੱਲ ਚਾਹੇ ਕਿੰਨਾ ਸਮਾਂ ਪੁਰਾਣੀ ਕਹਿਤੀ, 1000 ਸਾਲ, 2000, 5000 ਵੀ ਉਹ ਕਹਿਤੀ, ਉਹ ਸਦੀਵੀ ਹੋਗੀ, ਉਹ ਸੱਚ ਹੋਗੀ, ਉਹਦੀ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਸੋ ਕਹਿਣਾ ਮੈਂ ਇਹ ਚਾਹੂੰਗਾ ਕਿ ਹਾਂ, ਅੱਡ ਅੱਡ ਧਰਮਾਂ 'ਚੋਂ ਨਿਕਲ ਕੇ ਕੋਈ ਹੋਰ ਲਹਿਰ ਉੱਠ ਖੜਦੀ ਹੈ ਸਮਾਜ ਸੇਵਾ ਦੀ, ਉਹ ਤਾਂ ਕੁਛ ਨਾ ਕੁਛ ਕਰ ਸਕਦੀ ਹੈ, ਪਰ ਸਮੁੱਚਾ ਧਰਮ ਬਹੁ ਗਿਣਤੀ ਸਮਾਜ ਦਾ ਜਿਹੜਾ ਕੋਈ ਕੁਛ ਸਵਾਰਨ ਦੀ ਸਥਿਤੀ 'ਚ ਨਹੀਂ ਰਹਿੰਦਾ। ਅੱਛਾ, ਹੁਣੇ ਦੋਦਰ ਸਾਹਿਬ ਸਾਨੂੰ ਗੁਰੂ ਨਾਨਕ ਸਾਹਿਬ ਦੀ ਗੱਲਾਂ ਬਾਤਾਂ ਕੀਤੀਆਂ ਉਹਨਾਂ ਨਾਲ, ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਬੜੇ ਸਾਇੰਟੀਫਿਕ ਵੇ ਦੇ ਨਾਲ ਸਾਨੂੰ ਸੰਵਾਦ ਦੇ ਵਿੱਚ ਪਾਇਆ ਤੇ ਸਾਨੂੰ ਦੁਨੀਆ ਦੀ ਜਿਹੜੀਆਂ ਸਾਰਾ ਕੁਝ ਸਾਨੂੰ ਚਾਨਣ ਕੀਤਾ। ਤੇ ਜਦੋਂ ਅਸੀਂ ਗੁਰੂ ਨਾਨਕ ਦੀ ਵੀ ਗੱਲ ਕਰਦੇ ਹਾਂ ਤੇ ਅੱਜ ਉਹਦੇ ਮੰਨਣ ਵਾਲੇ ਕਹਿੰਦੇ ਜੀ ਉਹ 16 ਕਲਾ ਸੰਪੂਰਨ ਸੀਗੇ, ਉਹਨਾਂ ਦੇ ਨਾਲ ਬਹੁਤ ਕੁਝ ਜੋੜਿਆ ਹੋਇਆ। ਚਲੋ ਅਸੀਂ ਇਹ ਵੀ ਮੰਨਦੇ ਹਾਂ ਕਿ ਅਸੀਂ ਗੁਰੂ ਨਾਨਕ ਨੂੰ ਪੜ੍ਹਨਾ ਤੇ ਗ੍ਰੰਥ ਸਾਹਿਬ 'ਚੋਂ ਪੜ੍ਹਨਾ, ਜਿਹੜੀਆਂ ਬਾਹਰ ਚੱਲਦੀਆਂ ਸਾਖੀਆਂ ਨੇ, ਜਿਹੜਾ ਸੈਕੰਡਰੀ ਜਿਹੜਾ ਸਾਹਿਤ ਨਾਲ ਜੁੜਿਆ, ਉੱਤੇ ਸਾਡਾ ਵਿਸ਼ਵਾਸ ਨਹੀਂ ਹੋਣਾ ਚਾਹੀਦਾ। ਪਰ ਇਹਦੇ ਬਾਵਜੂਦ ਅਸੀਂ ਮੰਨਦੇ ਹਾਂ ਕਿ ਉੱਥੇ ਗੁਰੂ ਨਾਨਕ ਸਾਹਿਬ ਗਏ ਤੇ ਪੰਜਾ ਲਾਇਆ ਤਾਂ ਪਹਾੜ ਰੁਕ ਗਿਆ ਉੱਥੇ ਆ, ਤੇ ਗੁਰੂ ਸਾਹਿਬ ਦੀ ਆਪਣੀ ਜਿਹੜੀ ਫਿਲਾਸਫੀ ਆ ਸਾਰੀ ਇਹਨਾਂ ਚੀਜ਼ਾਂ ਨੂੰ ਰੱਦ ਕਰਦੀ ਆ। ਇਹਨਾਂ ਚੀਜ਼ਾਂ 'ਚੋਂ ਲੋਕਾਂ ਨੂੰ ਕੱਢਣ ਲਈ ਕਿਹੜਾ ਬੈਲੈਂਸਡ ਰਾਹ ਹੈਗਾ ਕਿ ਲੋਕ ਇਹ ਵੀ ਨਾ ਕਹਿਣ ਕਿ ਯਾਰ ਇਹ ਤੇ ਲੋਕ ਧਰਮ ਵਿਰੋਧੀ ਨੇ। ਤਰਕਸ਼ੀਲਤਾ ਕਿਸ ਤਰੀਕੇ ਨਾਲ ਕੰਮ ਕਰੇ ਕਿ ਇਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਹੌਲੀ ਹੌਲੀ ਮਤਲਬ ਉਸ ਤਰ੍ਹਾਂ ਨਾਲ ਲੈ ਕੇ ਤੁਰੇ। ਦੇਖੋ, ਮੈਂ ਪਹਿਲੇ ਇਹ ਗੱਲ ਕਹੀ ਹੈ, ਜੇ ਤਾਂ ਅਸੀਂ ਇਹ ਮੰਨ ਕੇ ਚੱਲਾਂਗੇ ਕਿ ਫਰੀਦ ਤੋਂ, ਕਬੀਰ ਤੋਂ ਚੱਲੇ ਆਉਂਦੀ ਭਗਤੀ ਲਹਿਰ ਆ, ਗੁਰੂ ਨਾਨਕ ਤੱਕ ਆ ਕੇ ਹੋਰ ਰਿਫਾਈਨਡ ਹੁੰਦੀ ਤੁਰੀ ਆਉਂਦੀ ਹੈ, ਜੇ ਤਾਂ ਅਸੀਂ ਉਸ ਲਹਿਰ ਦਾ ਮੁਲਾਂਕਣ ਕਰਕੇ ਉਸ ਤੋਂ ਅੱਗੇ ਚੱਲਾਂਗੇ। ਹੁਣ ਬਾਬਾ ਨਾਨਕ 50 ਸਾਲ ਦੀ ਉਮਰ 'ਚ ਕਰਤਾਰਪੁਰ ਜਾ ਕੇ ਬੈਠ ਜਾਂਦੇ, ਜਦੋਂ ਉਹਨਾਂ ਨੂੰ ਲੱਗਿਆ ਵੀ ਤੋਰੇ ਫੇਰੇ ਦੀ ਸਥਿਤੀ ਉਸ ਤਰ੍ਹਾਂ ਦੀ ਨਹੀਂ, ਉਹ ਆਪਣੇ ਕੰਮ, ਉਸ ਲਹਿਰ ਦਾ ਮੁਲਾਂਕਣ ਕਰਕੇ ਕਿ ਕੀ ਅਧੂਰਾ ਰਹਿ ਗਿਆ, ਕੀ ਉਹਦੇ 'ਚ ਕਮੀਆਂ ਪੇਸ਼ੀਆਂ ਰਹਿ ਗਈਆਂ, ਉਹਨੂੰ ਅੱਗੇ ਤੋਰਨ ਦੀ ਗੱਲ ਹੋਵੇ। ਪਰ ਉਹਦੇ 'ਤੇ ਤਾਂ ਇੱਕ ਬੰਨਾ ਮਾਰਤਾ ਵੀ ਉਹ ਤਾਂ ਜੋ ਕੁਝ ਹੋ ਗਿਆ, ਉਹਦੇ 'ਤੇ ਤੁਸੀਂ ਨਾ ਕਿੰਤੂ ਕਰ ਸਕਦੇ ਹੋ, ਨਾ ਉਹ 'ਚ ਕੋਈ ਸੁਧਾਰ ਦੀ ਗੁੰਜਾਇਸ਼ ਆ। ਉਦੋਂ ਬਾਅਦ ਉਹ ਕੁਝ ਨਹੀਂ ਕਰ ਸਕਦਾ। ਤੁਸੀਂ ਜਿਹੜੀਆਂ ਗੱਲਾਂ ਅੱਜ ਸਾਡੇ ਸਵਾਲਾਂ 'ਤੇ ਕਹਿ ਲਓ ਕੀ, ਕਿਉਂ, ਕਿਵੇਂ, ਤੇ ਜੇ ਪੂਰੀਆਂ ਉਤਰਦੀਆਂ, ਉਹ ਬਾਬੇ ਨਾਨਕ ਵੇਲੇ ਦੀਆਂ ਵੀ ਹੋ ਸਕਦਾ, ਜ਼ਰੂਰੀ ਨਹੀਂ ਕਿ ਸਾਰੀਆਂ ਉਤਰਨ, ਹੋ ਸਕਦੀਆਂ ਉਤਰਦੀਆਂ, ਉਹਨਾਂ ਨੂੰ ਆਪਾਂ ਅੱਗੇ ਲੈ ਕੇ ਚੱਲੀਏ। ਜਿਵੇਂ ਫਿਜ਼ਿਕਸ ਦੇ ਵਿੱਚ, ਕੈਮਿਸਟਰੀ ਦੇ ਵਿੱਚ ਹੋਰ ਆਪਾਂ ਡਿਵੈਲਪਮੈਂਟ ਹੁੰਦੀ ਜਾਂਦੀ ਹੈ। ਜੇ ਤਾਂ ਆਪਾਂ ਉਸ ਰੂਪ 'ਚ ਚੱਲਾਂਗੇ ਫਿਰ ਤਾਂ ਆਪਾਂ ਕਹਿ ਸਕਦੇ ਹਾਂ ਕਿ ਬਾਬੇ ਨਾਨਕ ਨੂੰ ਆਪਾਂ ਉਸ ਤਰ੍ਹਾਂ ਇਤਿਹਾਸਕ ਤੌਰ 'ਤੇ ਅੱਗੇ ਉਸ ਗੱਲ ਨੂੰ ਜਾਂ ਜਿਹੜੀ ਉਹ ਲਹਿਰ ਚੱਲੀ ਸੀ ਵਧਾ। ਜੇ ਉਹ ਚੀਜ਼ ਪੂਜਣਯੋਗ ਹੋ ਗਈ, ਕਰਾਮਾਤਾਂ 'ਚ, ਕਿਸਮਤਾਂ 'ਚ ਵੜ ਗਈ ਹੈ, ਚਮਤਕਾਰਾਂ 'ਚ ਵੜ ਗਈ ਹੈ, ਫਿਰ ਉਹ ਲੋਕਾਂ ਦਾ ਕੋਈ ਸਵਾਰਥ ਨਹੀਂ, ਸਗੋਂ ਲੋਕਾਂ ਦਾ ਵਿਸ਼ਵਾਸ ਗਲਤ ਪਾਸੇ ਧਰਾਉਂਦੀ ਹੈ। ਕਿਉਂਕਿ ਹੁਣ ਤੱਕ ਤਰਕਸ਼ੀਲ ਸੋਸਾਇਟੀ ਦਾ ਜਿੰਨਾ ਕੁ ਤਜਰਬਾ 38 ਸਾਲਾਂ ਦਾ, ਸਾਇੰਸ ਦਾ, ਵਿਗਿਆਨੀਆਂ ਦਾ ਜਿਹੜਾ ਤਜਰਬਾ, ਉਹ ਇਹ ਹੈ ਕਿ ਕਿਸੇ ਵੀ ਥਾਂ 'ਚ, ਕਿਸੇ ਵੀ ਵਿਅਕਤੀ 'ਚ ਕੋਈ ਦੇਵੀ ਸ਼ਕਤੀ ਨਹੀਂ ਹੁੰਦੀ। ਸਾਡਾ ਵਿਸ਼ਵਾਸ ਹੈ ਜਿਹੜਾ, ਉਹ ਵਕਤੀ ਤੌਰ 'ਤੇ ਕਿਤੋਂ ਰਾਹਤ ਤਾਂ ਲੈ ਸਕਦਾ, ਪਰ ਕੋਈ ਇਸ ਤਰ੍ਹਾਂ ਦੀ ਸ਼ਕਤੀ ਨਹੀਂ ਹੁੰਦੀ ਵੀ ਉੱਥੋਂ ਜੀ ਟੂਣਾ ਕਰਾਇਆ, ਟੂਣੇ ਨਾਲ ਆਰਾਮ ਆ ਗਿਆ। ਅਸੀਂ ਤਾਂ ਬਹੁਤ ਵਾਰੀ ਇਹ ਵੀ ਕਰਕੇ ਦੇਖਿਆ ਵੀ ਕਈਆਂ ਦੇ ਤਵੀਤ ਝੂਠੇ ਪੈ ਜਾਂਦੇ ਆ,
ਤੁਸੀਂ ਉਹ ਤਵੀਤ, ਸਾਰੇ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ, ਤੁਸੀਂ ਉਹ ਤਵੀਤ ਕਰਵਾ ਕੇ ਲੈਣ ਦੀ ਬਾਬੇ ਤੋਂ ਆਪ ਜ਼ਿੰਮੇਵਾਰੀ ਲੈ ਲਓ, ਤਵੀਤ ਬਾਬੇ ਤੋਂ ਕਰਾ ਲਓ। ਬਾਬੇ ਦੇ ਜਿਹੜਾ ਤਵੀਤ ਕਰਕੇ ਦਿੱਤਾ ਉਹਨੂੰ ਸਿੱਟ ਦਿਓ। ਉਹਦੇ ਵਰਗਾ ਤਵੀਤ ਆਪਦੇ ਕੋਲ, ਜੇ ਕਾਗਜ਼ ਤੇ ਕਰਕੇ 12 ਡੀਟੀ ਜੀ ਮਾਰਦੇ ਹੁੰਦੇ ਆ, ਉਹ ਕਰਕੇ 12 ਖਾਨੇ ਮਾਰੇ 16 ਖਾਨੇ ਮਾਰੇ, ਉਵੇਂ ਹੀ ਲਿਖ ਲਓ, ਉਹਦੀ ਨਕਲ ਕਰਕੇ ਲਿਖ ਲਓ। ਉਹ ਲਿਖ ਕੇ ਨਕਲ ਨਾ ਕਰੋ, ਆਪਦੇ ਕੋਲੋਂ ਅੱਖਰ ਪਾ ਲਓ, ਕੋਈ ਪਾ ਲਓ, ਕੋਈ ਫਰਕ ਨਹੀਂ ਪੈਂਦਾ। ਉਹ ਤਵੀਤ ਲਿਆ ਕੇ ਉਹਦੇ ਪਾ ਦਿਓ, ਉਹ ਬਾਬੇ ਵਾਲੇ ਜਿੰਨਾ ਹੀ ਅਸਰ ਕਰੂ ਤੁਹਾਡੇ ਵਾਲਾ ਤਵੀਤ ਵੀ, ਕਿਉਂਕਿ ਜਿਹਦੇ ਪਾਉਣਾ ਉਹਨੂੰ ਇਹ ਉਹਦੇ ਮਨ 'ਚ ਸ਼ਰਧਾ ਬਣਾਈ ਹੋਈ ਆ ਕਿ ਉਹ ਬਾਬੇ ਦੇ ਤਵੀਤ 'ਚ ਇੰਨੀ ਸ਼ਕਤੀ ਹੁੰਦੀ, ਉਹਦੇ 'ਚ ਨਹੀਂ ਹੈ, ਸਾਡੀ ਸ਼ਰਧਾ 'ਚ। ਅੱਛਾ ਮਾਸਟਰ, ਜਦੋਂ ਤੁਸੀਂ ਕਰਦੇ ਹੋ ਲੋਕਾਂ ਦੇ ਮਸਲੇ ਹੱਲ, ਜੀ, ਜਿੱਦਾਂ ਹੁੰਦੇ ਆ ਤਰਕਸ਼ੀਲਾਂ ਬਾਰੇ ਆਮ ਤੌਰ ਤੇ ਮਸ਼ਹੂਰ ਹੈ ਕਿ ਲੋਕੀ ਅੰਧ ਵਿਸ਼ਵਾਸ 'ਚ ਫਸ ਕੇ ਕਈ ਵਾਰ ਜਿੱਦਾਂ ਨਿੱਕੀਆਂ ਨਿੱਕੀਆਂ ਗੱਲਾਂ ਉਹ ਕਪੂਰਾਂ ਦੀਆਂ ਕਿਤਾਬਾਂ 'ਚ ਪੜ੍ਹੀਆਂ, ਘਰਾਂ 'ਚ ਅੱਗ ਲੱਗਦੀ ਆ, ਪੇਟੀ 'ਚ ਅੱਗ ਲੱਗੀ, ਪੱਥਰ ਵੱਜਦੇ ਆ, ਲਹੂ ਦੇ ਛਿੱਟੇ ਪੈਂਦੇ ਆ। ਤੇ ਹੁਣ ਹੌਲੀ ਹੌਲੀ ਟ੍ਰੈਂਡ ਇਦਾਂ ਦਾ ਨਹੀਂ ਕਿਤੇ ਲੱਗਦਾ ਲੋਕਾਂ ਨੂੰ ਕਿ ਤਰਕਸ਼ੀਲ ਵੀ ਬਾਬਿਆਂ ਨੂੰ ਜਾ ਕੇ ਡੇਰਾ ਲਾ ਕੇ ਆਪਣਾ ਢੰਗ ਤਰੀਕੇ ਨਾਲ ਸਮਝਾਉਣ ਬਹਿ ਜਾਂਦੇ ਆ? ਉਹ ਵੀ ਜਿੱਦਾਂ ਬਾਬੇ ਉਲਝਣ 'ਚ ਫਸਾ ਦਿੰਦੇ ਆ ਬੰਦੇ ਨੂੰ ਵੀ ਤੇਰੇ ਇਦਾਂ ਹੋਇਆ, ਤੇ ਤਰਕਸ਼ੀਲ ਆਪਣੇ ਭਾਵੇਂ ਉਹ ਤਰਕ ਦੇ ਆਧਾਰ ਤੇ ਕਰਦੇ ਹੋਣਗੇ, ਮੈਂ ਇਹ ਗੱਲ ਤਾਂ ਸਹਿਮਤ ਆ, ਪਰ ਲੋਕੀ ਕਹਿੰਦੇ ਆ ਕਿ ਬਾਬਿਆਂ ਦੀ ਥਾਂ ਹੁਣੇ ਲਈ ਜਾਂਦੇ ਆ। ਦੇਖੋ, ਕਿਸੇ ਨੂੰ ਇਹ ਲੱਗ ਸਕਦਾ ਮਤਲਬ ਜਿਹਦੀ ਸਮੱਸਿਆ ਹੱਲ ਹੋ ਗਈ। ਮਸਲਨ ਮੈਂ ਇੱਕ ਕੇਸ ਦੇ ਉਦਾਹਰਨ ਦੇਣਾ ਚਾਹੂੰਗਾ ਕਿ ਕਿਸੇ ਘਰ ਦੇ ਵਿੱਚ ਕਸਰ ਹੁੰਦੀ ਹੈ, ਸਿਰ ਘੁੰਮਦਾ, ਉਹ 'ਚ ਮਰਿਆ ਹੋਇਆ ਬੋਲਦਾ, ਅਸੀਂ ਉਹਨੂੰ ਮਨੋਵਿਗਿਆਨ ਤਰੀਕੇ ਨਾਲ ਸੁਲਝਾਤਾ। ਹੋ ਸਕਦਾ ਉਹਨਾਂ ਦੇ ਮਨ 'ਚ ਇਹ ਗੱਲ ਇੱਕ ਵਾਰੀ ਬਣ ਜੇ ਵੀ ਇਹ ਤਾਂ ਉਹਨਾਂ ਤੋਂ ਵੀ ਵੱਡਿਆ, ਸਾਡਾ ਤਾਂ ਇੰਨੇ ਥਾਵਾਂ ਤੋਂ ਲੋਟ ਨਹੀਂ ਸੀ ਹੈ, ਪਰ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਇਹ ਵੀ ਸਮਝਾਉਂਦੇ ਹਾਂ ਵੀ ਇਹਦੇ 'ਚ ਜਿਹੜਾ ਕਾਰਨ ਹੈ, ਕਿਸੇ ਦਾ ਸਿਰ ਘੁਕਣ ਦਾ ਕਾਰਨ, ਕਿਸੇ 'ਚ ਮਰਿਆ ਹੋਇਆ ਬੋਲਣ ਦੇ ਆਹ ਕਾਰਨ ਨੇ, ਆਹ ਉਹਦੀਆਂ ਅਧੂਰੀਆਂ ਖੁਆਇਸ਼ਾਂ ਨੇ, ਆਹ ਉਹਦੀਆਂ ਰੀਝਾਂ ਨੇ, ਇਹਨਾਂ ਨੂੰ ਤੁਸੀਂ ਪੜਾਅ ਵਾਈਜ਼ ਪੂਰਾ ਕਰੋ ਤਾਂ ਕਿ ਉਹਦੀ ਜਿਹੜੀ ਮਾਨਸਿਕ ਅਵਸਥਾ, ਜਿਹੜਾ ਉਹਦਾ ਦਿਮਾਗ ਖਿੰਡਾ ਦਾ ਸ਼ਿਕਾਰ ਹੋਇਆ, ਉਹ ਨੋਰਮਲ ਹੋ ਸਕੇ। ਕਈ ਵਾਰੀ ਸਟੇਜ ਉਦੋਂ ਵੀ ਅੱਗੇ ਲੱਗ ਜਾਂਦੀ ਹੈ, ਸਾਨੂੰ ਵੀ ਡਾਕਟਰਾਂ ਕੋਲੇ ਭੇਜਣਾ ਪੈਂਦਾ, ਕਾਉਂਸਲਿੰਗ ਨਾਲ ਨਹੀਂ ਠੀਕ ਹੁੰਦੇ। ਕਹਿਣ ਦਾ ਮਤਲਬ ਕੀ ਹੈ ਕਿ ਦੋ ਤਰ੍ਹਾਂ ਦੇ ਇਹ ਕੇਸ ਵਾਪਰ ਜਾਂਦੇ ਆ। ਇੱਕ ਤਾਂ ਕੋਈ ਬੰਦਾ ਆ ਕੇ ਕਹਿੰਦਾ ਜੀ ਰਾਤ ਨੂੰ ਭੂਤ ਆਉਂਦਾ, ਦਗੜ ਦਗੜ ਕਰਦਾ, ਮੇਰੀ ਤਾਂ ਹਿੱਕ ਤੇ ਬਹਿ ਜਾਂਦਾ, ਬੋਲਿਆ ਨਹੀਂ ਜਾਂਦਾ, ਉੱਠਿਆ ਨਹੀਂ ਜਾਂਦਾ, ਮੇਰੇ ਤੋਂ ਆਵਾਜ਼ ਨਹੀਂ ਨਿਕਲਦੀ ਮੇਰੀ। ਕੋਈ ਇਹ ਕਹਿੰਦਾ ਜੀ ਉਹ ਮਰਿਆ ਹੋਇਆ ਵਿੱਚ ਬੋਲਦਾ, ਉਹ ਬੋਲ ਕੇ ਕੁਛ ਗੱਲਾਂ ਮੰਗਦਾ। ਇੱਕ ਕੇਸ ਹੈ ਜਿਨ੍ਹਾਂ ਨੂੰ ਅਸੀਂ ਮਾਨਸਿਕ ਕੇਸ ਕਹਿ ਲੈਂਦੇ, ਨਰੋਲ ਮਾਨਸਿਕ ਨੇ, ਉਹ ਸਾਡੇ ਸਮਾਜ ਦਾ ਸਿੱਟਾ ਹੈ। ਜਿਹੜਾ ਸਮਾਜ ਸਾਨੂੰ ਇਹ ਕਹਿੰਦਾ ਵੀ ਇੱਕ ਬੰਦਾ ਹੁੰਦਾ, ਜਦੋਂ ਉਹਦੀ ਮੌਤ ਹੁੰਦੀ ਆ, ਇਹਦੇ 'ਚ ਇੱਕ ਰੂਹ ਹੁੰਦੀ ਆ, ਉਹ ਨਿਕਲ ਜਾਂਦੀ ਹੈ, ਫਿਰ ਉਹਦੀ ਗਤੀ ਕਰਾਉਣੀ ਪੈਂਦੀ ਹੈ। ਜਿਹੜੀਆਂ ਆਣਾਈ ਮੌਤਾਂ ਹੁੰਦੀਆਂ, ਜਿਹਨੂੰ ਆਪਾਂ ਐਕਸੀਡੈਂਟਲ ਕਹਿ ਲਓ, ਕੋਈ ਖੁਦਕਸ਼ੀ ਕਹਿ ਲਓ, ਉਹਨਾਂ ਬਾਰੇ ਥੋੜ੍ਹਾ ਜ਼ਿਆਦਾ ਬਣਾਇਆ ਕਿ ਉਹ ਜਿਹੜੀਆਂ ਉਹਨਾਂ ਦੀਆਂ ਆਤਮਾਵਾਂ ਹੁੰਦੀਆਂ, ਉਹ ਇੱਥੇ ਭਟਕਦੀਆਂ ਰਹਿੰਦੀਆਂ, ਉਹ ਕਦੇ ਘਰਦਿਆਂ ਨੂੰ ਤੰਗ ਕਰਦੀਆਂ, ਸਾਧ ਸੱਦ ਲਿਆ, ਗੁਆਂਢੀਆਂ ਦੇ ਜਾ ਵੜੀਆਂ। ਇਹ ਧਾਰਨਾਵਾਂ ਜਦੋਂ ਸਾਡੇ ਸਮਾਜ 'ਚ ਚੱਲਦੀਆਂ ਤਾਂ ਜਿਹੜੇ ਕਮਜ਼ੋਰ ਮਨ ਹੁੰਦੇ ਆ, ਉਹ ਥੋੜ੍ਹੀ ਜਿਹੀ ਵੀ ਪਰੇਸ਼ਾਨੀ ਵੇਲੇ ਉਹਨਾਂ ਦਾ ਸ਼ਿਕਾਰ ਹੋ ਜਾਂਦੇ ਆ। ਇੱਕ ਇਹ ਕੇਸ ਹੈ। ਇੱਕ ਘਟਨਾਵਾਂ ਹੁੰਦੀਆਂ, ਕਿਸੇ ਘਰੇ ਅੱਗ ਲੱਗ ਗਈ, ਪੇਟੀ 'ਚ ਟਰੰਕ ਪਿਆ, ਟਰੰਕ ਨੂੰ ਵੀ ਜਿੰਦਾ ਲੱਗਿਆ, ਉਹਨੂੰ ਅੱਗ ਲੱਗ ਗਈ ਕੱਪੜਿਆਂ ਨੂੰ, ਉਹਦੇ ਵਿੱਚ ਪਏ ਕੱਪੜਿਆਂ ਨੂੰ। ਅੱਗ ਲੱਗਦੀ ਦਾ ਨਹੀਂ ਪਤਾ ਲੱਗਿਆ, ਅੱਗ ਲਾਉਂਦੀ ਦਾ ਨਹੀਂ ਪਤਾ ਲੱਗਿਆ, ਪਰ ਲੱਗੀ ਹੋਈ ਅੱਗ, ਮੱਚੇ ਹੋਏ ਕੱਪੜੇ ਸਾਰੇ ਆਂਢ ਗੁਆਂਢ ਵੀ ਆ ਕੇ ਦੇਖ ਜਾਂਦਾ। ਆਈਂ ਖੂਨ ਦੇ ਛਿੱਟੇ ਆ ਗਏ ਕਿਸੇ ਘਰੇ, ਸਿੱਟਣ ਵਾਲੇ ਦਾ ਨਹੀਂ ਪਤਾ, ਡਿੱਗਦਿਆਂ ਦਾ ਨਹੀਂ ਪਤਾ, ਤੇ ਸਾਰੇ ਆ ਕੇ ਦੇਖਦੇ ਆ। ਇੱਕ ਇਹ ਕੇਸ ਆ ਜਿਹਨੂੰ ਅਸੀਂ ਘਟਨਾਵਾਂ ਵਾਲੇ ਕੇਸ ਦੋਨਾਂ ਦੇ ਵੱਖੋ ਰੋ, ਉਹਦੇ ਮਾਨਸਿਕ ਕਾਰਨ ਆ। ਉਹਦੇ ਮਾਨਸਿਕ ਕਾਰਨਾਂ 'ਚੋਂ ਜਿਵੇਂ ਤੁਹਾਨੂੰ ਇੱਕ ਬਹੁਤ ਹੀ ਬੜੀ ਰੌਚਕ ਕੇਸ ਜਿਹੜਾ ਸੀਗਾ ਉਹ ਦੱਸਾਂ, ਤੇ ਪਹਿਲਾਂ ਵੀ ਇੱਕ ਦੋ ਵਾਰੀ ਮੈਂ ਉਹ ਦੱਸਿਆ ਕਿ ਬਹੁਤ ਪਹਿਲਾਂ ਜਦੋਂ ਸੁਸਾਇਟੀ ਬਣਦੀ ਆ, 87-88 ਦੀ ਗੱਲ ਆ ਇਹ। ਇੱਕ ਕੇਸ ਆਇਆ ਹੁਸ਼ਿਆਰਪੁਰ ਜ਼ਿਲ੍ਹੇ ਦਾ, 80 ਸਾਲਾ ਬਾਬਾ, ਉਹਦਾ ਰਾਤ ਨੂੰ ਜਦੋਂ ਸੌਂਦਾ ਠੀਕ ਪੈਂਦਾ, ਸਵੇਰ ਨੂੰ ਉਹਦਾ ਮੰਜਾ ਮੂਧਾ ਵੱਜਿਆ ਹੁੰਦਾ, ਘਰ ਦੇ ਉਹਨੂੰ ਥੱਲਿਓਂ ਕੱਢਦੇ ਆ। ਤੇ ਉਹ ਚੱਲਦਾ ਰਿਹਾ, ਬਾਬਿਆਂ ਕੋਲੇ ਗਏ ਜੀ, ਕਿਸੇ ਨੇ ਕੁਛ ਕਰਾਇਆ, ਜੋ ਕੁਛ ਵੀ ਕਰਾਇਆ। ਸੁਸਾਇਟੀ ਦਾ ਪ੍ਰਚਾਰ ਵੀ ਉਹਨਾਂ ਦਿਨਾਂ 'ਚ ਬੜਾ ਹੋਇਆ, ਮੀਡੀਆ ਨੇ ਬੜਾ ਸਾਥ ਦਿੱਤਾ। ਸਾਡੇ ਕੋਲੇ ਕੇਸ ਆ ਗਿਆ, ਤਜਰਬਾ ਸਾਡਾ ਹੈ ਨਹੀਂ। ਹੁਣ ਤਾਂ ਅਸੀਂ ਇਹ ਜਿਹਾ 90% ਕੇਸ ਫੋਨ ਤੇ ਸਮਝ ਲੈਨੇ, 10% ਜਿਹੜਾ ਰਹਿ ਜਾਂਦਾ ਜਾ ਕੇ ਹੱਲ ਕਰ ਦਿੰਦੇ ਹਾਂ। ਅਸੀਂ ਉਹੀ ਦੇਖਿਆ ਵੀ ਐਂ ਤਾਂ ਹੋ ਹੀ ਨਹੀਂ ਸਕਦਾ, ਮੰਜਾ ਆਪੇ ਮੂਧਾ ਕਿਵੇਂ ਵੱਜੂ? ਵਿਗਿਆਨ ਤਾਂ ਇਹ ਕਹਿੰਦਾ ਨਾ ਫੋਰਸ ਲੱਗੂ, ਬਲ ਲੱਗੂ। ਅਸੀਂ ਗਏ, ਪਹਿਰੇ ਲਾਏ, ਕੋਈ ਬਾਰੀ 'ਚ ਥੋੜ੍ਹੀ ਜਿਹੀ ਬਾਰੀ ਖੁੱਲੀ ਕਰਕੇ ਬਹਿ ਗਿਆ, ਕੋਈ ਦਰਵਾਜ਼ਾ ਖੁੱਲ੍ਹਾ ਕਰਕੇ ਬਹਿ ਗਿਆ, ਜਿੱਥੇ ਜਿੱਥੇ ਵੀ ਲੱਗਾ ਅਸੀਂ ਤਿੰਨੇ ਜਾਣੇ ਪਹਿਰੇ 'ਤੇ ਬਹਿ ਗਏ। ਜਦੋਂ 1:30 ਵੱਜਿਆ, ਉਹ ਬਾਬਾ ਉੱਠਿਆ, ਉੱਠ ਕੇ ਉਹਨੇ ਮੰਜਾ ਟੇਢਾ ਕਰਿਆ, ਥੱਲੇ ਲਿਟਿਆ, ਆਪਦੇ ਉੱਤੇ ਮੰਜਾ ਪਾ ਲਿਆ। ਅਸੀਂ ਦੇਖ ਲਿਆ ਕਿ ਐਂ ਹੋਇਆ। ਤਜਰਬਾ ਵਾਲਾ ਨਹੀਂ ਸੀ, ਸੌਂ ਗਿਆ। ਸਵੇਰੇ ਅਸੀਂ ਉਵੇਂ ਹੀ ਕੱਢ ਲਿਆ ਵੀ ਇਹਨੂੰ ਕੁਛ ਨਾ ਪਤਾ ਲੱਗੇ। ਦੂਜੇ ਦਿਨ ਅਸੀਂ ਕੀ ਕੀਤਾ, ਡਬਲ ਬੈੱਡ ਦਾ ਇੰਤਜ਼ਾਮ ਕਰਤਾ, ਫਿਕਸ ਹੁੰਦਾ ਜਿਹੜਾ, ਵੀ ਇਹ ਤੋਂ ਘੱਟੋ ਘੱਟ ਉਲਟਾ ਨਾ ਹੋਵੇ। ਉਹ ਜਦੋਂ ਕੀਤਾ, ਉਹ ਅਸੀਂ ਫੇਰ ਬਹਿ ਗਏ ਨਾਕਿਆਂ 'ਤੇ, ਉਹ ਵੀ ਉਹਨੇ ਘੇਰਿਆ, ਫੇਰ ਦੁਹਰਾਈ। ਹੁਣ ਡਬਲ ਬੈੱਡ ਨਹੀਂ ਚੱਕਿਆ ਜਾ ਰਿਹਾ। ਅਸੀਂ ਜਾ ਕੇ ਉਹਨੂੰ ਹਲੂਣਿਆ, ਉਹ ਸਾਨੂੰ ਕਹਿੰਦਾ ਕੀ ਗੱਲ ਹੋ ਗਈ? ਉਹਨੂੰ ਨਹੀਂ ਪਤਾ ਕਿ ਉਹ ਬੈੱਡ ਉਲਟਾ ਰਿਹਾ। ਜਿਵੇਂ ਆਪਣੇ ਕਈ ਵਾਰੀ ਚੱਲਦਾ ਹੁੰਦਾ ਵੀ ਫਲਾਣਾ ਬੰਦਾ, ਇਹਨੂੰ ਸੁੱਤੇ ਪਏ ਨੂੰ ਉੱਠ ਕੇ ਤੁਰਨ ਦੀ ਬਿਮਾਰੀ ਹੈ, ਬਿਲਕੁਲ ਸੇਮ। ਹੁਣ ਹਾਲਾਤ ਕੀ ਸੀ? ਅਸੀਂ ਉਹਨੂੰ ਬਿਠਾ ਲਿਆ, ਜਗਾਇਆ, ਸਵੇਰ ਨੂੰ ਉਹਦੇ ਨਾਲ ਗੱਲ ਕੀਤੀ ਵੀ ਕੀ ਹੁੰਦਾ ਸੀ, ਕੀ ਹੋਇਆ।
ਉਹ ਕਹਿੰਦੇ ਜੀ ਮੈਂ 1947 ਵੇਲੇ ਫੌਜ 'ਚ ਸੀ, ਮੈਂ ਤਾਂ ਫਿਰ ਬਹੁਤ ਉਦੋਂ ਨਾ ਲੋਕ ਵੱਡੇ, ਮੈਨੂੰ ਨਹੀਂ ਪਤਾ ਕਿੰਨੇ ਬੰਦੇ ਬੁੜੀਆਂ ਬੱਚੇ ਮੈਂ ਮਾਰੇ। ਫਿਰ ਹੁਣ ਨਾ ਉਹ ਸਾਰੀਆਂ ਰੂਹਾਂ ਇਕੱਠੀਆਂ ਹੋ ਕੇ ਮੇਰੇ ਕੋਲੇ ਆ ਜਾਂਦੀਆਂ ਤੇ ਮੇਰਾ ਮੰਜਾ ਮੁੱਦਾ ਮਾਰ ਜਾਂਦੀਆਂ। ਇਹ ਅਸਲ 'ਚ ਉਹਦੇ ਸਬਕੌਂਸ਼ੀਅਸ ਮਾਈਂਡ ਦਾ ਪਛਤਾਵਾ। ਅਸੀਂ ਦੇਖਿਆ ਕਿ ਇੱਥੋਂ ਤੱਕ ਵੀ ਅਸਰ ਹੁੰਦਾ। ਹੁਣ ਉਹਨੂੰ ਕੀ ਲੱਗਦਾ ਕਿ ਤੂੰ ਹੋ ਗਿਆ ਬੁੱਢਾ, ਤੂੰ ਹੁਣ ਮਰੇਂਗਾ, ਤੇ ਉਹ ਵੀ ਉੱਥੇ ਹੀ ਹੈ ਜਿੱਥੇ ਤੂੰ ਜਾਣਾ। ਇਹ ਉਹਦਾ ਸੰਕਲਪ ਹੈ ਨਾ, ਉੱਥੇ ਆ। ਫਿਰ ਤੇਰੇ ਨਾਲ ਹੋਊਗਾ ਕੀ? ਉਹੀ ਰੂਹਾਂ ਖੜੀਆਂ ਹੋ ਕੇ ਆ ਕੇ ਫਿਰ ਉਹਨੂੰ ਸਮਝਾਇਆ, ਉਹਨੂੰ ਸਮੂਹ ਨੀਂਦ 'ਚ ਲਿਆ ਕੇ ਇੱਕ ਸੁਝਾਅ ਦਿੱਤਾ ਕਿ ਜਦੋਂ ਤੈਨੂੰ ਅਜਿਹਾ ਸੁਪਨਾ ਆਊਗਾ ਤੇਰੀ ਜਾਗ ਖੁੱਲ੍ਹ ਜੂਗੀ। ਉਹ ਹਿਪਨੋਟਿਜ਼ਮ ਦੇ ਵਿੱਚ ਸੁਝਾਵਾਂ ਦਾ ਅਸਰ ਬਹੁਤ ਕੇਸਾਂ 'ਚ ਬਹੁਤ ਕਾਰਗਰ ਹੁੰਦਾ। ਤੇ ਉਦੋਂ ਬਾਅਦ ਸਾਨੂੰ ਉਹਨਾਂ ਨੇ ਜਿੰਨਾ ਕੁ ਦੱਸਿਆ, ਉਦੋਂ ਚਿੱਠੀ ਪਾ ਕੇ ਦੱਸਦੇ ਸੀ, ਫੋਨ ਨਹੀਂ ਸੀ ਹੁੰਦੇ। ਉਹਨਾਂ ਨੇ ਇਹੀ ਦੱਸਿਆ ਕਿ ਉਦੋਂ ਬਾਅਦ ਬਾਬੇ ਦਾ ਮੰਜਾ ਮੁੱਦਾ ਵੱਜਣੋਂ ਹਟ ਗਿਆ। ਸੋ ਇਹ ਕੁਛ ਹੈ ਸਾਡੇ ਸਮਾਜ। ਮਾਸਟਰ ਜੀ ਇੱਕ ਤੁਸੀਂ ਮੈਨੂੰ ਦੱਸੋ, ਚਲੋ ਮੈਂ ਸਵਾਲ ਤੁਹਾਨੂੰ ਦੋ ਹੁਣ ਕਰਨੇ ਆ। ਇੱਕ ਤੇ ਸੂਖ ਨੀਂਦ ਵਾਲੀ ਤੁਸੀਂ ਗੱਲ ਕਹੀ, ਤੇ ਕਿਸੇ ਨੂੰ ਹਿਪਨੋਟਾਈਜ਼ ਕਰਨ ਵਾਲੀ ਜੀ। ਇਹਦਾ ਸਾਇੰਟੀਫਿਕ ਆਧਾਰ ਕੀ ਆ? ਕਿਸ ਤਰੀਕੇ ਨਾਲ ਇਹ ਕੀਤਾ ਜਾਂਦਾ ਹੈ? ਇਹ ਆਪਾਂ ਇਹਨੂੰ ਐਂ ਕਹੀਏ ਕਿ ਵਿਗਿਆਨਕ ਤਾਂ ਨਹੀਂ ਇਹਨੂੰ ਆਪਾਂ ਕਹਿੰਦੇ, ਮਨੋਵਿਗਿਆਨਕ ਹੈ ਆਧਾਰ ਇਹਦਾ। ਅੱਛਾ। ਮਨੋਵਿਗਿਆਨਕ ਤਾਂ ਇਹ ਵੀ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਹੋਏ ਆ, ਸਾਡੀਆਂ ਗੱਲਾਂ ਸੁਣ ਰਹੇ ਆ, ਉਹਨਾਂ ਨੂੰ ਸਾਡੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ। ਜੇ ਸਾਨੂੰ ਉਹ ਦਿਸਦੇ ਹੋਣ ਤਾਂ ਹੋ ਸਕਦਾ ਉਹ ਸਿਰ ਵੀ ਮਾਰਦੇ ਹੋਣਗੇ ਵੀ ਗੱਲਾਂ ਤਾਂ ਬਹੁਤ ਠੀਕ ਆ। ਇਹਦਾ ਮਤਲਬ ਇਹ ਹੈ ਕਿ ਉਹ ਸੈਮੀ ਹਿਪਨੋਟਾਈਜ਼ ਹੋ ਗਏ, ਕਿਸੇ ਦੂਜੇ ਬੰਦੇ ਨੂੰ ਆਪਦੇ ਨਾਲ ਸਹਿਮਤ ਕਰ ਲੈਣਾ। ਅਸਲ 'ਚ ਇਹ ਸਮੋਨ ਦੀ ਪਹਿਲੀ ਪੌੜੀ ਆ, ਆਪਾਂ ਐਂ ਕਹਿ ਸਕਦੇ ਹਾਂ। ਦੂਜੀ ਗੱਲ, ਮਨ ਦੀਆਂ ਤਿੰਨ ਅਵਸਥਾ, ਇੱਕ ਕੌਨਸ਼ੀਅਸ ਕਹਿ ਲਓ, ਚੇਤਨ ਮਨ, ਆਪਾਂ ਗੱਲਾਂ ਕਰੀ ਜਾਂਦੇ, ਸਾਰੀਆਂ ਗੱਲਾਂ ਕਰਦੇ ਹਾਂ। ਇੱਕ ਹੈਗਾ ਸਬਕੌਂਸ਼ੀਅਸ, ਅਰਧ ਚੇਤਨ ਮਨ, ਜਿਹਦੇ 'ਚ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਇਹਦਾ ਇੱਕ ਹਿੱਸਾ ਛਾਣਪੁਣ ਹੋ ਕੇ ਸਬਕੌਂਸ਼ੀਅਸ 'ਚ ਜਾਈ ਜਾਂਦਾ ਹੈ, ਸੁੱਤੇ ਸਿੱਧੇ ਜਾਈ ਜਾਂਦਾ, ਭੇਜੇ ਤੋਂ ਨਹੀਂ ਜਾਈ ਜਾਂਦਾ। ਇੱਕ ਅਨਕੌਂਸ਼ੀਅਸ ਜਦੋਂ ਆਪਾਂ ਸੌਂ ਜਾਂਦੇ ਆਪਾਂ ਨੂੰ ਕੋਈ ਨਹੀਂ, ਜਿਹਨੂੰ ਕਹਿੰਦੇ ਸੁੱਤਾ ਬੰਦਾ ਮਰਿਆ ਬਰਾਬਰ। ਹੁਣ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ, ਇਹਦੇ 'ਚ ਜਿਹੜੀਆਂ ਗੱਲਾਂ ਜਾਂਦੀਆਂ ਉਹ ਕਿਸੇ ਵੇਲੇ ਐਕਟੀਵੇਟ ਹੋ ਜਾਂਦੀਆਂ। ਜਿਵੇਂ ਕੋਈ ਬੰਦਾ ਕਹਿੰਦਾ ਜੀ ਸੁਪਨਾ ਆਇਆ ਮੈਨੂੰ, ਸੁਪਨੇ 'ਚ ਐਂ ਹੋ ਗਿਆ ਐਂ ਹੋ ਗਿਆ। ਅਸਲ 'ਚ ਕੀ ਆ ਵੀ ਕੋਈ ਗੱਲ ਸੁਣੀ ਹੁੰਦੀ ਆ, ਬੀਤੀ ਹੁੰਦੀ ਆ, ਉਹ ਕਿਸੇ ਵੇਲੇ ਐਕਟੀਵੇਟ ਹੋ ਗਈ, ਥੋੜ੍ਹੀ ਜਿਹੀ ਉਹ ਹੋ ਗਈ, ਬਾਅਦ 'ਚ ਰਲ ਗੱਡ ਹੋ ਕੇ ਚੱਲ ਗਿਆ, ਇੱਕ ਪੂਰਾ ਸੁਪਨਾ ਬਣ ਜਾਂਦਾ। ਤੇ ਹਿਪਨੋਟਿਜ਼ਮ 'ਚ ਕੀ ਹੁੰਦਾ ਕਿ ਅਸੀਂ ਉਸ ਵਿਅਕਤੀ ਦਾ ਜਿਹੜਾ ਅਰਧ ਚੇਤਨ ਮਨ ਹੈ ਉਹਨੂੰ ਸਿੱਧੇ ਸੰਬੋਧਿਤ ਹੁੰਦੇ ਆ। ਇੱਕ ਛੋਟੀ ਜਿਹੀ ਪ੍ਰਕਿਰਿਆ ਜਿਹਦੇ ਰਾਹੀਂ ਕਿਸੇ ਵਿਅਕਤੀ ਨੂੰ ਸੰਬੋਧਿਤ ਕੀਤਾ ਜਾ ਸਕਦਾ। ਉਹ ਛੋਟੀ ਗੱਲ ਆ, ਕੋਈ ਵੱਡੀ ਗੱਲ। ਉਹਦੇ 'ਚ ਕੀ ਹੈ ਕਿ ਉਹਦੇ ਜਿਹੜੇ ਫਿਲਟਰ ਹੈ ਸਾਡੀ ਉਸ ਗੱਲ ਨੂੰ ਘੱਟ ਸੁਣਨ ਵਾਲੇ ਕਹਿ ਲਓ, ਘੱਟ ਧਿਆਨ ਦੇਣ ਵਾਲੇ, ਉਹ ਪਾਸੇ ਹੋ ਜਾਂਦੇ। ਸਾਡੀ ਸਿੱਧੀ ਦੀ ਸਿੱਧੀ ਗੱਲ ਉਹਦੇ ਸਬਕੌਂਸ਼ੀਅਸ ਮਾਈਂਡ 'ਚ ਚਲੀ ਜਾਂਦੀ ਹੈ, ਕਿਉਂਕਿ ਇਹ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਵੀ ਉਸੇ ਮਨ ਦੀ ਨਹੀਂ। ਜਦੋਂ ਬੰਦਾ ਉਸ ਅਵਸਥਾ 'ਚ ਆ ਜਾਂਦਾ, ਉਹ ਸਾਹਮਣੇ ਵਾਲੇ ਦਾ ਗੁਲਾਮ ਹੋ ਜਾਂਦਾ, ਜੋ ਕਹਿੰਦਾ ਉਦਾਂ ਹੁੰਦਾ ਨਹੀਂ ਹੁੰਦਾ। ਉਹ 'ਚ ਕੀ ਹੁੰਦਾ, ਤੁਸੀਂ ਉਹਦੀਆਂ ਭਾਵਨਾਵਾਂ ਦੇ ਖਿਲਾਫ ਕੁਝ ਨਹੀਂ ਕਰ ਸਕਦੇ। ਇੱਕ ਬੰਦਾ ਕੋਈ ਨਸ਼ਾ ਨਹੀਂ ਲੈਂਦਾ, ਮੰਨ ਲਓ, ਤੁਸੀਂ ਜੇ ਕਹੋ ਵੀ ਮੈਂ ਉਹਨੂੰ ਸਮੋਨ ਕਰਕੇ ਉਹਨੂੰ ਮੈਂ ਨਸ਼ਾ ਪੀਣ ਲਾ ਦੂੰਗਾ, ਜਾਂ ਨਸ਼ਾ ਉਹਨੂੰ ਜੇ ਤੁਸੀਂ ਉਹਦੇ ਮੂੰਹ ਨੂੰ ਲਾ ਦੋਗੇ, ਟੱਚ ਕਰ ਦੋਗੇ ਤਾਂ ਉਹ ਜਾਗ ਜੂਗਾ। ਤੁਸੀਂ ਜਦੋਂ ਕਿਸੇ ਵਿਅਕਤੀ ਨੂੰ ਸਮੋਨ ਕਰਨਾ ਹੈ ਤਾਂ ਤੁਸੀਂ ਉਹਦੀ ਫੇਵਰ 'ਚ ਹੀ ਕਰ ਸਕਦੇ ਹੋ, ਉਹਦੇ ਹੱਕ 'ਚ ਹੀ ਕਰ ਸਕਦੇ ਹੋ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੂੰਗਾ। ਇੱਕ ਵਾਰੀ ਅਸੀਂ ਨਾ ਹਰਿਆਣੇ 'ਚ ਵਰਕਸ਼ਾਪ ਲਾਉਣ ਗਏ, ਸਿਰਫ ਇਸੇ ਤੇ, ਹਿਪਨੋਟਿਜ਼ਮ ਤੇ ਸਮੋਨ ਦੀ ਵਿਧੀ ਤੇ। ਅਸੀਂ ਦੋਨੇ ਜਿਹੜੇ ਵਰਕਸ਼ਾਪ ਲਾਉਣ ਵਾਲੇ ਸੀ, ਦੋਨੇ ਇਸ ਗੱਲ ਦੇ ਮਾਹਰ ਸੀ। ਉਹ ਪਹਿਲਾਂ ਜਿਹੜਾ ਚਲੋ ਮੇਰੇ ਤੋਂ ਸੀਨੀਅਰ ਸੀ, ਪਹਿਲਾਂ ਉਹਨਾਂ ਨੇ ਸ਼ੁਰੂ ਕੀਤਾ ਵੀ ਚਲੋ, ਕਿਉਂਕਿ ਮੇਰਾ ਵੀ ਹੱਕ ਬਣਦਾ ਸੀ ਕਿ ਉਹੀ ਕਰਨ। ਉਹ ਜਦੋਂ ਕੀਤਾ ਤਾਂ ਸਿੰਪਲੀ ਜਦੋਂ ਉਹਨੂੰ ਬਿਠਾ ਕੇ ਕੁਰਸੀ ਤੇ ਹਿਪਨੋਟਾਈਜ਼ ਕਰਨ ਲੱਗੇ ਤੇ ਉਹ ਨਾ ਹੋਇਆ। ਮੇਰਾ ਵੀ ਮਨ ਵੀ ਯਾਰ ਕਿਉਂ ਨਹੀਂ ਹੋਇਆ, ਇਹ ਹੋਣਾ ਚਾਹੀਦਾ ਸੀ। ਇਹ ਜ਼ਰੂਰੀ ਵੀ ਨਹੀਂ ਹੁੰਦਾ ਵੀ ਹਰ ਇੱਕ ਹੋਵੇ। ਯਾਰ ਜਿੰਨੀਆਂ ਗੱਲਾਂ ਦਾ ਅਸੀਂ ਪ੍ਰਭਾਵ ਉਹ ਤੇ ਪਹਿਲਾਂ ਪਾ ਚੁੱਕੇ ਬਿਠਾ ਕੇ ਸੈਮੀਨਾਰ 'ਚ, ਵੀ ਇਹਨੂੰ ਹੋਣਾ ਚਾਹੀਦਾ ਸੀ। ਫਿਰ ਮੈਨੂੰ ਇਹ ਲੱਗਿਆ, ਮੈਂ ਕਿਹਾ ਵੀ ਮੈਨੂੰ ਦਿਓ ਇਹਨੂੰ 5 ਮਿੰਟ। ਮੈਨੂੰ ਪਾਸੇ ਕਮਰੇ 'ਚ ਬਿਠਾਇਆ। ਮੈਂ ਉਹਦੀ ਹਾਈਟ ਕਾਫੀ ਸੀ, 6+ ਸੀ, +1 ਦਾ ਸਟੂਡੈਂਟ ਸੀ। ਮੈਂ ਕਿਹਾ ਤੇਰੀ ਹਾਈਟ ਬੜੀ ਆ? ਕਹਿੰਦਾ ਹਾਂਜੀ। ਮੈਂ ਸਰੀਰ ਤੇਰਾ ਪਤਲਾ ਜਿਹਾ, ਸੁੱਕਿਆ ਜਿਹਾ, ਤੂੰ ਤਾਂ ਹਜੇ 4 ਸਾਲ ਹੋਰ ਵਧੇਗਾ, ਤੂੰ ਤਾਂ ਜਾਏਗਾ 7 ਫੁੱਟ ਤੇ ਜਮੀ ਕਾਨੇ ਵਰਗਾ। ਕਹਿੰਦਾ ਹਾਂਜੀ। ਮੈਂ ਕਿਹਾ ਜੇ ਤੂੰ ਚਾਹਵੇਂ ਤਾਂ ਮੈਂ ਇਹਨੂੰ ਅੱਜ ਇੱਥੇ ਰੋਕ ਸਕਦਾ, ਇੱਥੇ ਖੜ ਜੂ ਇਹ 6 ਫੁੱਟ ਤੇ ਤੂੰ ਭਰਮਾ ਹੋ ਜਾਏਗਾ 4 ਸਾਲਾਂ 'ਚ, ਤੂੰ ਤਾਂ ਐਂ ਬਣ ਜਾਏਗਾ। ਕਹਿੰਦਾ ਜੀ ਹੋ ਸਕਦਾ। ਮੈਂ ਕਿਹਾ ਹੋ ਸਕਦਾ। ਕਹਿੰਦਾ ਕਿੰਨਾ ਟਾਈਮ ਲੱਗੂ? ਮੈਂ ਕਿਹਾ ਅੱਜ ਹੁਣੇ ਹੋ ਜੂਏ ਤਾਂ। ਕਹਿੰਦਾ ਜੀ ਫਿਰ ਮੇਰਾ ਇੰਤਜ਼ਾਮ ਕਰੋ। ਤੇ ਮੈਂ ਉਹਨੂੰ ਸਾਰਿਆਂ 'ਚ ਲੈ ਆਇਆ, ਕੁਰਸੀ ਤੇ ਬਿਠਾਇਆ ਵੀ ਇਹਦੀ ਹੁਣ ਆਪਾਂ ਹਾਈਟ ਭਾਈ ਰੋਕਣੀ ਹੈ। ਮੈਂ ਸਾਰਿਆਂ ਨੂੰ ਪਬਲਿਕਲੀ ਕਿਹਾ। ਤੇ ਮੈਂ ਜਦੋਂ ਉਹਨੂੰ ਹਿਪਨੋਟਾਈਜ਼ ਕੀਤਾ, ਉਹ ਸਿੰਪਲੀ ਹੁੰਦਾ ਕਿ ਤੁਸੀਂ ਉਹਦੀਆਂ ਅੱਖਾਂ ਦੇ ਸਾਹਮਣੇ ਕੋਈ ਵੀ ਇੱਕ ਨਿਸ਼ਾਨਾ ਮਿੱਥ ਕੇ ਉਹਨੂੰ ਕਹਿਣਾ, ਉਹਨੂੰ ਸੁਝਾਅ ਦੇਣੇ ਆ ਕਿ ਤੇਰੀਆਂ ਅੱਖਾਂ ਭਾਰੀਆਂ ਹੋ ਗਈਆਂ, ਹੁਣ ਤੈਨੂੰ ਨੀਂਦ ਵਾਲੀ ਅਵਸਥਾ 'ਚ ਜਾ ਰਿਹਾ। ਮੈਂ ਉਸਨੂੰ ਜਾਣੀ ਯਕੀਨ ਨਾਲ ਕਹਿ ਰਿਹਾ ਕਿ 2 ਤੋਂ 3 ਮਿੰਟ ਲੱਗੇ, ਹਿਪਨੋਟਾਈਜ਼ ਹੋ ਗਿਆ। ਉਹਨੂੰ ਕਹਿਤਾ, ਸੁਝਾਅ ਦੇਤੇ ਵੀ ਤੇਰਾ ਕੱਦ ਰੋਕਤਾ, ਅੱਜ ਤੂੰ ਆ ਇਸ ਤੋਂ ਬਾਅਦ ਤੇਰਾ ਸਰੀਰ ਭਰਮਾ ਹੋ ਜਾਊਗਾ ਤੇ ਤੂੰ ਵਧੀਆ ਖਿਡਾਰੀ ਬਣੇਗਾ, ਹੋਰ ਬਣੇਗਾ। ਜਾਣੀ ਕਿਸੇ ਦੀ ਫੇਵਰ 'ਚ
ਤਾਂ ਉਹ ਕੀਤਾ ਜਾ ਸਕਦਾ। ਕਿਸੇ ਤੋਂ ਗਲਤ ਕੰਮ ਕੋਈ ਨਹੀਂ ਕਰਾਇਆ ਜਾ ਸਕਦਾ ਹਿਪਨੋਟਾਈਜ਼ ਕਰੇ। ਹਾਂ, ਕਿਸੇ ਨੂੰ ਮੰਨ ਲਓ ਆਪਣੇ ਕੋਲ ਆਪਾਂ ਕਹੀਏ ਕਿ ਮਸਲਨ ਆਪਾਂ ਨੂੰ ਲੱਗਦਾ ਹੁੰਦਾ ਕਈ ਵਾਰੀ ਯਾਰ ਨਸ਼ੇ ਦੀ ਕਿਸੇ ਲੱਤ ਦਾ ਸ਼ਿਕਾਰ ਆ, ਉਹਨੂੰ ਆਪਾਂ ਸੁਝਾਅ ਦੇਈਏ। ਇਹ ਸਾਰੇ ਮਿੱਠੀਆਂ ਮਿੱਠੀਆਂ ਗੱਲਾਂ ਹੀ ਨੇ ਕਿ ਕੋਈ ਇਹਦਾ ਸਾਇੰਟੀਫਿਕ ਆਧਾਰ? ਮੈਂ ਇਸ ਬਾਰੇ ਪੁੱਛਿਆ। ਮੈਂ ਤੁਹਾਨੂੰ ਉਹੀ ਕਹਿ ਰਿਹਾ ਸੀ ਕਿ ਗੱਲਾਂ ਨੇ ਜਿਹੜੀਆਂ ਤੁਸੀਂ ਸਬਕੌਂਸ਼ੀਅਸ ਮਾਈਂਡ ਨੂੰ ਕਿਸੇ ਨੂੰ ਉਹਦੇ ਨੂੰ ਸਿੱਧਾ ਸੰਬੋਧਿਤ ਹੁੰਦੇ ਆ, ਜਦੋਂ ਉਹਨੂੰ ਸੰਬੋਧਿਤ ਹੁੰਦੇ ਤੇ ਉਹ ਤੁਹਾਡਾ ਅਸਰ ਬਹੁਤ ਹੁੰਦਾ। ਮੈਂ ਤੁਹਾਨੂੰ ਹੋਰ ਇੱਕ ਪ੍ਰੈਕਟੀਕਲ ਤੁਸੀਂ ਬੰਦੇ ਨੂੰ ਪੜ੍ਹਦੇ ਕਿੱਦਾਂ ਜੀ? ਮੈਂ ਬੈਠਾ, ਹਾਂ ਰਾਈਟ, ਮੈਂ ਤੁਹਾਡੇ ਸਾਹਮਣੇ ਬੈਠਾ, ਬਿਲਕੁਲ ਮੇਰੀ ਉਹ ਮਾਨਸਿਕ ਜਿਹੜੀ ਅਵਸਥਾ ਆ, ਮੇਰਾ ਸਬਕੌਂਸ਼ੀਅਸ ਮਾਈਂਡ ਉਹਨੂੰ ਕਿੱਦਾਂ ਪੜਦੇ ਹੋ? ਹਾਂ ਬਿਲਕੁਲ। ਅਸੀਂ ਕਰ ਰਹੇ ਹਾਂ ਕਿ ਕੁਝ ਗੱਲਾਂ ਬਾਤਾਂ ਆਪਾਂ, ਮੈਂ ਕਿਉਂਕਿ ਸਕੂਲ ਟੀਚਰ ਰਿਹਾ, ਮੈਂ ਉਹ ਵੱਡੀ ਉਮਰ 'ਚ ਆ ਕੇ ਤੇ ਗੱਲਾਂ ਛੱਡਤੀਆਂ। ਮੈਨੂੰ ਅੱਜ ਵੀ ਯਾਦ ਆ 1995 ਦੀ ਗੱਲ ਆ। ਮੇਰਾ ਸਕੂਲ ਸਰਕਾਰੀ ਹਾਈ ਸਕੂਲ ਰਾਮਗੜ੍ਹ ਸੀ। ਮੈਂ ਇੱਕ ਕਲਾਸ ਨੂੰ ਗੱਲਾਂ ਬਾਤਾਂ ਕਰਦਾ ਸਮਝਾਉਂਦਾ ਦੇਖਦਾ ਰਿਹਾ ਵੀ ਟੱਚ ਕਰਕੇ ਵੀ ਕਿਹੜਾ ਕਿਹੜਾ ਬੱਚਾ ਹੈ। ਕਰਦੇ ਮੈਂ ਦੇਖਿਆ ਕਿ ਆਹ 2 ਬੱਚੇ ਆ ਨਾ ਜਿਹੜੇ, ਇੱਕ ਲੜਕਾ ਸੀ ਇੱਕ ਲੜਕੀ, ਵੀ ਬਹੁਤ ਧਿਆਨ ਨਾਲ ਮੇਰੀ, ਕਿਉਂਕਿ ਇਹਦੇ 'ਚ ਕੰਸੰਟਰੇਸ਼ਨ, ਧਿਆਨ ਨੂੰ ਕੇਂਦਰਿਤ ਕਰਨਾ ਬਹੁਤ ਜ਼ਰੂਰੀ ਹੈ। ਜੇ ਕੋਈ ਨਹੀਂ ਕਰਦਾ, ਜਿੱਡਾ ਮਰਜ਼ੀ ਮਾਰ ਆ ਜੇ, ਉਹਦਾ ਕੁਝ ਨਹੀਂ ਕਰ ਸਕਦਾ। ਮੈਂ 2 ਬੱਚੇ ਕੱਢ ਲਏ। 2 ਬੱਚੇ ਕੱਢਣ ਤੋਂ ਬਾਅਦ ਮੈਂ ਉਹਨਾਂ ਨੂੰ ਐਂ ਬਿਠਾਇਆ, ਜਿਸ ਤਰ੍ਹਾਂ ਕਹ ਲਓ ਗੋਡਿਆਂ ਭਾਰ, ਟਾਟ 'ਤੇ ਬੈਠ ਕੇ। ਮੈਂ ਕਿਹਾ ਵੀ ਤੁਸੀਂ ਨਾ ਪਿਛਲੇ ਜਨਮ 'ਚ ਤੁਸੀਂ ਕੁਝ ਹੋਰ ਸੀ। ਕਹਿੰਦੇ ਜੀ ਐਂ ਕਿਵੇਂ ਸੀ? ਮੈਂ ਤੁਹਾਨੂੰ ਦੱਸਦਾ। ਮੈਂ ਬਿਠਾਇਆ, ਗੱਲਾਂ ਬਾਤਾਂ ਕਰੀਆਂ, ਮੈਂ ਉਹੀ ਸਮੂਹ ਨੀਂਦ ਦੀ ਕਿਰਿਆ ਦੁਹਰਾਈ। ਮੈਂ ਜਿਹੜਾ ਲੜਕਾ ਸੀ ਉਹਨੂੰ ਸੁਝਾਅ ਦਿੱਤਾ ਕਿ ਤੂੰ ਪਿਛਲੇ ਜਨਮ 'ਚ ਕੁੱਤਾ ਹੁੰਦਾ ਸੀ, ਹੁਣ ਤੂੰ ਕੁੱਤਾ ਬਣ ਚੁੱਕਿਆ, ਤੂੰ ਪਿਛਲੇ ਜਨਮ 'ਚ ਚਲਿਆ ਗਿਆ, ਤੂੰ ਆਵਾਜ਼ ਕੱਢ। ਉਹ ਬੂੰ ਕਰਨ ਲੱਗ ਗਿਆ। ਓਕੇ, ਮੇਰਾ ਟੈਸਟ ਕਲੀਅਰ ਹੋ ਗਿਆ। ਦੂਜੇ ਪਾਸੇ ਮੈਂ ਸੁਝਾਅ ਦਿੱਤਾ, ਮੈਂ ਕਿਹਾ ਤੂੰ ਪਿਛਲੇ ਜਨਮ 'ਚ ਬਿੱਲੀ ਸੀ, ਬੋਲ ਕੇ ਦਿਖਾ। ਉਹਨੇ ਮੈਂ ਕੀਤਾ 2 ਵਾਰੀ। ਮੈਂ ਕਿਹਾ ਮੈਂ ਤੇਰਾ ਇੱਕ ਟੈਸਟ ਹੋਰ ਕਰਨਾ, ਮੈਂ ਚੂਹਾ ਛੱਡਣ ਲੱਗਿਆ, ਮੈਂ ਦੇਖਣਾ ਵੀ ਤੂੰ ਫੜ ਸਕਦੀ ਹੈ ਕਿ ਨਹੀਂ ਫੜ ਸਕਦੀ। ਮੈਂ ਫਰਸ਼ ਦੇ ਉੱਤੇ ਜੇਬ ਤੋਂ ਪੈਨ ਲਾ ਕੇ ਝਰੀਟ ਮਾਰੀ, ਆਵਾਜ਼ ਪੈਦਾ ਕੀਤੀ। ਉਹਨੇ ਟਾਟ ਦੇ ਐਂ ਰੁੱਗ ਭਰ ਲਿਆ ਦੋਨਾਂ ਨਾਲ। ਜਿਹੜੀ ਇਹ ਵੀ ਇੱਕ ਇਫੈਕਟ ਹੈ। ਇਫੈਕਟ ਤਾਂ ਇੱਥੋਂ ਤੱਕ ਵੀ ਹੈਗਾ ਕਿ ਅਗਰ ਤੁਸੀਂ ਟੈਸਟ ਕਰਨਾ, ਜਿੰਨਾ ਇਹਦੇ ਇਤਿਹਾਸ ਦੇ ਵਿੱਚ ਪਿਆ ਕਿ ਜਦੋਂ ਹੁਣ ਵਾਂਗੂ ਬੇਹੋਸ਼ ਕਰਨ ਵਾਲੀਆਂ ਦਵਾਈਆਂ ਨਹੀਂ ਸੀ ਬਣੀਆਂ, ਤਾਂ ਜਿਹੜੇ ਸਾਡੇ ਉਹ ਵੱਡੇ ਸੀ ਉਹਨਾਂ ਨੇ ਆਪਣੀ ਪ੍ਰੈਕਟਿਸ 'ਚੋਂ ਚੀਰ-ਫਾੜ ਕਰਨ ਦੇ ਲਈ ਇਹ ਜਿਹੇ ਉਹਦਾ ਧਿਆਨ ਕਿਸੇ ਪਾਸੇ ਹੋਰ ਲਾ ਕੇ, ਜਿਹੜੀ ਜੇ ਟੈਸਟ ਆਪਾਂ ਨੂੰ ਇਹ ਵੀ ਇੱਕ ਟੈਸਟ 'ਚ ਹੀ ਆਉਂਦਾ। ਅਗਰ ਵਿਅਕਤੀ ਹਿਪਨੋਟਾਈਜ਼ ਹੋ ਗਿਆ, ਤੁਸੀਂ ਟੈਸਟ ਕਰਨਾ ਚਾਹੁੰਦੇ ਹੋ, ਤਾਂ ਜੇ ਉਹਨੂੰ ਤੁਸੀਂ ਸੁਝਾਅ ਦੇ ਦਿਓ ਕਿ ਹੁਣ ਤੇਰਾ ਹੱਥ ਆ ਜਿਹੜਾ ਇੱਥੋਂ ਤੋਂ ਲੈ ਕੇ ਮੈਂ ਸੁੰਨ ਕਰਤਾ, ਇਹਦੇ ਤੇ ਕੋਈ ਛੂਮਾ ਟੱਚ ਕਰਾਂ, ਕੁਝ ਵੀ ਕਰਾਂ, ਤੈਨੂੰ ਫੀਲਿੰਗ ਨਹੀਂ ਹੋਊਗੀ। ਜੇ ਤੁਸੀਂ ਪੱਗ ਪਿੰਨ ਵੀ ਮਾਰੋਗੇ ਪਿੱਛੇ ਨਹੀਂ ਖਿੱਚੂਗਾ। ਜਿਹੜਾ ਹੋ ਗਿਆ, ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਰਿਆਂ ਦਾ ਹੋਣਾ ਕੋਈ ਜ਼ਰੂਰੀ ਨਹੀਂ। ਵਿਗਿਆਨ ਇਹਨੂੰ ਅਸੀਂ ਇਸ ਕਰਕੇ ਨਹੀਂ ਕਹਿੰਦੇ ਕਿ ਸਾਰਿਆਂ ਤੇ ਇਹਦੇ ਰਿਜ਼ਲਟ ਆ ਜਿਹੜੇ ਸੇਮ ਨਹੀਂ, ਕਿਉਂਕਿ ਵਿਗਿਆਨ ਕਹਿੰਦਾ ਜਦੋਂ ਤੁਸੀਂ ਕਿਸੇ ਗੱਲ ਨੂੰ ਵਾਰ-ਵਾਰ ਰਿਪੀਟ ਕਰਦੇ ਹੋ ਤਾਂ ਉਹੀ ਰਿਜ਼ਲਟ ਆਉਣਾ ਚਾਹੀਦਾ। ਮਾਸਟਰ ਜਿਹੜੇ ਉਹ ਵਿਅਕਤੀ ਆਂਦੇ ਚ ਚੜੇਲ ਫਸ ਗਈ, ਭੂਤ ਆ ਗਿਆ, ਜਿਹੜੇ ਸਿਰ ਘੁਮਾਉਂਦੇ ਆ, ਉਹਨਾਂ ਕੋਲ ਵੀ ਇਹੋ ਜਿਹਾ ਵਿਗਿਆਨ ਹੁੰਦਾ ਕੋਈ? ਉਹ ਵੀ ਜਿਹੜੇ ਘੁਕਾਉਂਦੇ ਆ, ਉਹ 2 ਤਰ੍ਹਾਂ ਦੇ ਲੋਕ ਆ। ਇੱਕ ਲੋਕ ਉਹ ਆ ਜਿਹੜੇ ਮਾਨਸਿਕ ਰੋਗੀ ਆ, ਜਿਨ੍ਹਾਂ ਨੂੰ ਇਹ ਕਿਤੋਂ ਨਾ ਕਿਤੋਂ ਇਹ ਫੀਡ ਹੋ ਗਿਆ ਵੀ ਤੇਰੇ 'ਚ ਤਾਂ ਕੋਈ ਸ਼ਕਤੀ ਆ ਗਈ, ਜਿਹਨੂੰ ਅਸੀਂ ਆਪਾਂ ਕਹਿ ਲਓ ਵੀ ਕੁਛ ਇਸ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ 'ਚ ਵੀ ਲੈ। ਇੱਕ ਉਹ ਲੋਕ ਆ ਜਿਹੜੇ ਆਪਦਾ ਧੰਦਾ ਚਲਾਉਣ ਵਾਸਤੇ ਇਹ ਸਾਰਾ ਕੁਛ ਡਰਾਮਾ ਕਰਦੇ, ਜਿਹੜੀ ਇਹਨਾਂ 'ਚ ਬਹੁ ਗਿਣਤੀ ਡਰਾਮਾ ਕਰਨ ਵਾਲਿਆਂ ਦੀ ਆ। ਅਸੀਂ ਤਾਂ ਕਹਿੰਦੇ ਹੁੰਦੇ ਹਾਂ ਕਿ ਅਸੀਂ ਇਹਨੂੰ ਠੀਕ ਕਰ ਸਕਦੇ ਹਾਂ। ਹੁਣ ਜਿਹੜਾ ਤਾਂ ਮਾਨਸਿਕ ਰੋਗੀ ਉਹ ਤਾਂ ਕਹੂ ਮੈਨੂੰ ਠੀਕ ਕਰੋ, ਜਿਹਦਾ ਧੰਦਾ ਚੱਲਦਾ, ਜਿਹਦੀ ਕਮਾਈ ਜੁੜੀ ਆ, ਉਹ ਕਹੂ ਨਹੀਂ ਮੈਂ ਕਿਉਂ ਠੀਕ ਹੋਵਾਂ ਵੀ, ਉਹਦੀ ਤਾਂ ਸਾਰੀ ਕਮਾਈ ਜੁੜੀ ਹੋਈ ਆ। ਉਹਨਾਂ ਲਈ ਹੀ ਅਸੀਂ 5 ਲੱਖ ਰੁਪਇਆ ਰੱਖਿਆ ਕਿ ਜੇ ਤੁਹਾਡੇ ਕੋਲ ਕੁਛ ਹੈ ਅਸੀਂ ਚੁਣੌਤੀ ਦਿੰਦੇ ਹਾਂ। ਜੇ ਤੁਸੀਂ ਸੱਚੀਆਂ ਗੱਲਾਂ ਦੱਸ ਸਕਦੇ ਹੋ, ਅਸੀਂ ਚੁਣੌਤੀ ਦਿੰਦੇ ਹਾਂ। ਇੱਕ ਕਮਾਲ ਦੀ ਹੋਰ ਘਟਨਾ ਮੈਂ ਤੁਹਾਨੂੰ ਸੁਣਾਉਣ ਲੱਗਿਆ। ਤਲਵੰਡੀ ਸਾਬੋ ਹੈ, ਉੱਥੋਂ ਦਾ ਇੱਕ ਭੋਲਾ ਬਾਬਾ ਮਸ਼ਹੂਰ ਹੋਇਆ, ਪਬਲਿਕ ਹੈਲਥ 'ਚ ਜੋਬ ਕਰਦਾ ਸੀ, ਸਰਕਾਰੀ ਨੌਕਰੀ ਕਰਦਾ। ਉਹ ਪਿੰਡਾਂ 'ਚ ਜਾ ਕੇ ਲੋਕਾਂ ਦੇ ਘਰੇ ਦੀਵਾਨ ਲਾ ਕੇ ਐ ਮੋਢਿਆਂ 'ਤੇ ਸੰਗਲ ਮਾਰ ਕੇ ਚੌਂਕੀ ਲਾ ਕੇ ਪੁੱਛਾਂ ਕੱਢਦਾ ਹੁੰਦਾ। ਆਪਦੇ ਘਰੇ ਵੀ ਲਾਉਂਦਾ ਸੀ ਦੀਵਾਨ, ਪਿੰਡਾਂ 'ਚ ਜਾ ਕੇ ਵੀ। ਉਹਨੇ ਸਾਡੇ ਭਦੌੜ ਆ ਕੇ ਦੀਵਾਨ ਲਾ ਲਿਆ ਆਪਦਾ। ਹੁਣ ਇੱਕ ਤਾਂ ਇਹ ਸੀ ਵੀ ਆਪਾਂ ਸਿੱਧੀ ਉਹਦੇ ਨਾਲ ਡਾਇਲੌਗ 'ਚ ਪਈ ਜੀ। ਇੱਕ ਇਹ ਸੀ ਵੀ ਇਹ ਕੀ ਕਰਦਾ, ਆਪਾਂ ਇਹ ਦੇਖੋ ਪਹਿਲਾਂ। ਅਸੀਂ ਗਏ ਐਂ ਖਿੰਡ ਕੇ ਬਹਿ ਗਏ 5-4 ਜਾਣੇ ਉਹਦੇ ਦੀਵਾਨ 'ਚ। ਅਸੀਂ ਦੇਖਿਆ, ਉਹਨੇ ਹਾਕ ਮਾਰੀ, ਕਹਿੰਦਾ ਵੀ ਉਹ ਖੜੀ ਹੋ ਜਾਓ ਜਿਹੜੀ ਪਤੀ ਤੋਂ ਦੁਖੀ ਆ। 5-6 ਔਰਤਾਂ ਖੜੀਆਂ ਹੋ ਗਈਆਂ। ਉਹਨੇ ਵੀ ਦੇਖਿਆ, ਹੁਣ ਛਾਂਟਣਾ ਮਰੀਜ਼, ਕਹਿੰਦਾ ਵੀ ਉਹ ਖੜੀ ਹੋ ਜਾਓ ਜਿਹੜੀ ਪਤੀ ਦੀ ਸ਼ਰਾਬ ਪੀਣ ਤੋਂ ਦੁਖੀ ਆ। 2 ਰਹਿ ਗਈਆਂ। ਉਹਨੇ ਆਖਿਆ ਵੀ ਪੁੱਛ ਤਾਂ ਇੱਕ ਦੀ ਕੱਢਣੀ ਆ। ਕਹਿੰਦਾ ਵੀ ਉਹ ਖੜੀ ਰਹੋ ਜਿਹਦਾ ਪਤੀ ਦਾਰੂ ਪੀ ਕੇ ਕੁੱਟਦਾ। ਇੱਕ ਹੋ ਗਈ ਛਾਂਟਣ ਦਾ। ਹੁਣ ਉਹ ਤਾਂ ਕਹੂ ਵੀ ਮੇਰੀ ਸੱਚੀ ਪੁੱਛ ਕੱਢੀ, ਮੇਰਾ ਪਤੀ ਦਾਰੂ ਪੀ ਕੇ ਮੈਨੂੰ ਕੁੱਟਦਾ। 5 ਵਾਰੀ ਕੱਢੀ ਨਾ, 5 ਵਾਰੀ ਛਾਂਟ ਲਿਆ। ਐਂ ਕੀ ਗਿਆ, ਦੂਜੀ ਪੁੱਛ ਕੱਢਦੀ। ਕਹਿੰਦਾ ਵੀ ਉਹ ਔਰਤ ਖੜੀ ਹੋ ਜਾਓ ਜਿਹਨੇ ਕਣ ਪਾਇਆ ਪੁੱਛ ਲੈਣ ਵਾਸਤੇ, ਜਿਨ੍ਹਾਂ ਦੀ ਕੰਧ ਗੁਰਦੇਵ ਕੇ ਘਰ ਨਾਲ ਸਾਂਝੀ ਹੈ। ਹੁਣ ਰੌਲਾ ਕਿੱਥੇ ਸੀ ਵੀ ਜਿਹੜੇ ਏਜੰਟ ਨੇ ਦੱਸਿਆ ਵੀ ਇਹ ਔਰਤ ਕੌਣ ਹੈ,
ਕਿੰਨਾ ਦੀ ਆ, ਉਹਨੂੰ ਉਹਦੇ ਘਰ ਵਾਲੇ ਦਾ ਨਾਂ ਨਹੀਂ ਪਤਾ, ਪਰ ਉਹਨੂੰ ਐ ਪਤਾ ਵੀ ਇਹਨਾਂ ਦਾ ਘਰ ਉਹਨਾਂ ਦੇ ਘਰ ਨਾਲ ਲੱਗਦਾ, ਗੁਰਦੇਵ ਕੇ ਘਰ ਨਾਲ ਲੱਗਦਾ। ਯਾਨੀ ਕਿ ਵਿੱਚ ਏਜੰਟ ਹੁੰਦੇ ਉਹਨਾਂ ਦੇ। ਬਿਲਕੁਲ ਏਜੰਟ, ਛੋਟਾ ਡੇਰਾ ਥੋੜੇ ਏਜੰਟ, ਵੱਡਾ ਡੇਰਾ ਵਾਲੇ ਏਜੰਟ। ਵੀਆਈਪੀ ਪੁੱਛ ਵੀ ਕੱਢ ਦਿੰਦੇ ਆ ਇੱਕ। ਉਹਨਾਂ ਦਾ ਸਿਸਟਮ ਕੀ ਆ ਵੀ ਰਸ਼ ਬਹੁਤ ਪੈਂਦਾ, ਰੇਟ ਬੜਾ ਮਹਿੰਗਾ ਹੁੰਦਾ, ਵੀ ਫੀਸ ਜਮ੍ਹਾਂ ਕਰਾਓ ਕਾਊਂਟਰ ਤੇ, ਆਪਦਾ ਨਾਂ ਲਿਖਾਓ, ਪਤਾ ਲਿਖਾਓ, ਬਿਮਾਰੀ ਦੱਸੋ, ਸਾਰਾ ਕੁਝ ਦੱਸੋ। ਜਦੋਂ ਨੂੰ ਉਹਦੀ ਵਾਰੀ ਆਉਣੀ ਹੈ ਉਦੋਂ ਨੂੰ ਉਹ ਫੜ ਲਾ। ਹੁਣ ਤਾਂ ਜੋਗੀ ਵਾਲਾ ਵਧੀਆ, ਸੋ ਸਿੱਧਾ ਹੀ ਸੈਂਡ ਕਰਨਾ ਬਾਬੇ ਕੋਲੇ ਤੇ ਚਲਿਆ ਗਿਆ ਤੇ ਬਾਬਾ ਦੱਸ ਦੂਗਾ। ਇਦੋਂ ਵੀ ਨਾ ਕੀ ਹੋਰ ਹੁੰਦਾ, ਇੱਕ ਜਿਹੜਾ ਹੋਰ ਤਰੀਕਾ ਪੁੱਛ ਦੇਣ ਦਾ, ਉਹਨਾਂ ਦੇ ਏਜੰਟ ਬੱਸ ਸਟੈਂਡ ਤੋਂ ਲੈ ਕੇ ਡੇਰੇ ਤੱਕ ਫਿਰਦੇ ਆ ਸਧਾਰਨ ਗਾਹਕਾਂ ਦੇ ਰੂਪ 'ਚ। ਜਦੋਂ ਕੋਈ ਨਵਾਂ ਉਤਰਿਆ ਉਹ ਪੁੱਛਦਾ ਬਾਬੇ ਦਾ ਡੇਰਾ ਕਿੱਧਰ ਆ ਬਈ, ਉਹ ਕਹਿੰਦਾ ਆ ਜਾ, ਮੈਂ ਤੀਜੀ ਚੌਂਕੀ ਚੱਲਿਆ, ਮੇਰੇ ਨਾਲ ਹੀ ਆ ਜਾ, ਤੁਰਿਆ ਚੱਲ, ਮੈਂ ਵੀ ਉੱਥੇ ਹੀ ਜਾਣਾ। ਰਾਜ ਪੁੱਛ ਲੈਣਾ, ਰਾਜ ਉਹਨੇ ਪਹਿਲਾਂ ਆਪਦਾ ਦੱਸਣਾ, ਮੈਨੂੰ ਆਹ ਬਿਮਾਰੀ ਸੀ, ਇਹ ਬਿਮਾਰੀ ਵਾਸਤੇ ਮੈਂ ਜਦੋਂ ਪਹਿਲੀ ਚੌਂਕੀ ਆਇਆ ਮੈਨੂੰ ਨਾਂ ਲੈ ਕੇ ਆਵਾਜ਼ ਮਾਰੀ, ਮੇਰੀ ਤਕਲੀਫ ਦੱਸੀ ਤੇ ਮੈਨੂੰ ਤਾਂ 50% ਪਹਿਲੀ ਚੌਂਕੀ, ਹੁਣ ਤਾਂ ਮੈਂ ਧੰਨਵਾਦ ਕਰਨੀ ਆਇਆ, ਤੈਨੂੰ ਕੀ ਬਿਮਾਰੀ ਆ, ਤੂੰ ਕਿਹੜੇ ਪਿੰਡੋਂ ਆਇਆ, ਤੇ ਅਗਲਾ ਦੱਸ ਦਿੰਦਾ ਵੀ ਇਹ ਵੀ ਮੇਰੇ ਵਰਗਾ ਦੁਖੀ ਹੈ। ਜਦੋਂ ਉਹਨੂੰ ਦੱਸਤਾ ਤੇ ਫਿਰ ਉਹਦੀ ਪੁੱਛ ਸੱਚੀ। ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਜੇ ਤੁਹਾਨੂੰ ਕੋਈ ਮਿਲ ਗਿਆ ਬਾਬੇ ਤੋਂ ਪੁੱਛ ਲੈਣ ਤੋਂ ਪਹਿਲਾਂ, ਜਿਹੜਾ ਵੀ ਤੁਹਾਨੂੰ ਮਿਲ ਜੇ ਰਾਹ 'ਚ, ਤੁਸੀਂ ਉਹਨੂੰ ਨਕਲੀ ਨਾ ਨਕਲੀ ਤਕਲੀਫ ਦੱਸ ਦਿਓ। ਜੇ ਤੁਹਾਨੂੰ ਬਾਬਾ ਇਹ ਕਹਿ ਕੇ ਪੁੱਛ ਕੱਢ ਜੇ ਕਿ ਬਈ ਉਹ ਖੜਾ ਹੋ ਜੇ ਜਿਹੜਾ ਝੂਠ ਬੋਲਦਾ, ਅਸੀਂ 5 ਲੱਖ ਦਿੱਤੇ, ਨਹੀਂ ਕਹਿ ਸਕਦਾ, ਨਹੀਂ ਦੱਸ ਸਕਦਾ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਚਲੋ ਇਹ ਤਾਂ ਬੜੀਆਂ ਅਸੀਂ ਸ਼ੁਰੂ ਤੋਂ ਹੀ ਸੁਣਦੇ ਆਏ ਵੀ ਤਰਕਸ਼ੀਲ ਇਸ ਤਰੀਕੇ ਨਾਲ ਕਰਦੇ, ਪਰ ਜਿਹੜਾ ਤੁਸੀਂ ਮੈਨੂੰ ਇੱਕ ਚੀਜ਼ ਤੇ ਅਜੇ ਵੀ ਥੋੜਾ ਮਤਲਬ ਜਿਹੜਾ ਮੈਨੂੰ ਕੀ ਸਾਰਿਆਂ ਨੂੰ ਆਉਂਦਾ ਹੋਊਗਾ, ਜਿਹੜੀ ਚੀਜ਼ ਮੈਂ ਤੁਹਾਨੂੰ ਸਵਾਲ ਪੁੱਛਿਆ ਕਿ ਤੁਹਾਡੇ ਕੋਲ ਟੈਕਨੀਕ ਆ ਜਿਹਦੇ ਨਾਲ ਬੰਦੇ ਨੂੰ ਤੁਸੀਂ ਅਰਧ ਸਮੋਨ ਲੈ ਜਾਂਦੇ ਹੋ, ਹਿਪਨੋਟਾਈਜ਼ ਕਰ ਲੈਂਦੇ ਹੋ। ਇਸ ਟੈਕਨੀਕ ਦਾ ਫਿਰ ਹੌਲੀ ਹੌਲੀ ਤਰਕਸ਼ੀਲਾਂ ਚੋਂ ਵੀ ਲੋਕ ਟੁੱਟ ਕੇ ਕਿਤੇ ਜਾ ਕੇ ਕਿਤੇ ਇਹਦਾ ਮਿਸਯੂਜ਼ ਨਹੀਂ ਹੋਣਾ ਸ਼ੁਰੂ ਹੋ ਜਾਊਗਾ। ਕਰ ਸਕਦੇ ਸਾਰੇ ਲੋਕਾਂ ਨੂੰ ਸਿਖਾਇਆ ਹੋਊਗਾ ਇਹ ਚੀਜ਼, ਨਹੀਂ ਮੈਂ ਤੁਹਾਡੇ ਕੋਲ ਸਿੱਖ ਲੈਣਾ ਨਹੀਂ, ਆਪਣੀਆਂ ਤਾਂ ਕਿਤਾਬਾਂ ਛਪੀਆਂ ਹੋਈਆਂ, ਕੋਈ ਮਰਜ਼ੀ ਸਿੱਖ ਲੈ। ਆਪਣਾ ਤਾਂ ਸਮਝਾਉਣ ਤੋਂ ਆ ਕਿ ਬਈ ਇਹ ਗੱਲ ਸਮਝ ਲਓ, ਇਹਦੇ 'ਚ ਕੋਈ ਗੈਬੀ ਤਾਕਤ, ਕੋਈ ਤਾਂਤਰਿਕ ਵਿਦਿਆ ਨਹੀਂ ਹੈ। ਜਿੱਦਾਂ ਆਪਾਂ ਕਹਿੰਦੇ ਆ ਨਾ, ਜਦੋਂ ਜਿੱਦਾਂ ਧਰਮ ਚੱਲਦਾ ਉਹ ਇੱਕ ਲਹਿਰ ਹੁੰਦੀ ਆ, ਉਹ ਸਹੀ ਦਿਸ਼ਾ ਹੁੰਦੀ ਆ, ਜਦੋਂ ਉਹ ਧਰਮ ਸਥਾਪਿਤ ਹੋ ਜਾਂਦਾ ਫਿਰ ਉੱਤੇ ਕਿੰਤੂ ਪਰੰਤੂ ਕਰਨਾ ਬੰਦ ਹੋ ਜਾਂਦਾ ਤੇ ਧਰਮ ਨੂੰ ਪੂਜਣ ਵਾਲੀ ਚੀਜ਼ ਬਣ ਜਾਂਦੀ। ਤਰਕਸ਼ੀਲ ਲਹਿਰ ਵੀ ਕਿਤੇ ਏਦਾਂ ਨਹੀਂ ਹੋ ਜੂਗੀ। ਦੇਖੋ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਨਹੀਂ ਹੋਊਗੀ, ਲੱਗ ਸਕਦਾ ਕੋਈ ਵਿਅਕਤੀ ਇਧਰਲੀਆਂ ਸਾਰੀਆਂ ਗੱਲਾਂ ਦੇਖ ਕੇ ਥੋੜਾ ਜਿਹਾ ਦੂਰ ਜਾ ਕੇ ਬਾਬਾ ਬਣ ਕੇ ਚੌਂਕੀ ਲਾ ਲੇ, ਉਹਦਾ ਦੂਜੇ ਬਾਬਿਆਂ ਨਾਲੋਂ ਵੱਧ ਪਖੰਡ ਕਰੂ, ਬਾਹਲੀਆਂ ਗੱਲਾਂ ਸੱਚੀਆਂ ਦੱਸ ਸਕਦਾ, ਪਰ ਅਸੀਂ ਫਿਰ ਉੱਥੇ ਪਖੰਡ ਨੰਗਾ ਕਰਨ ਉਹਦਾ ਵੀ ਜਾ ਵੜਾਂਗੇ ਵੀ ਭਾਈ ਇਹ ਜਿਹੜੀਆਂ ਗੱਲਾਂ ਦੱਸਦਾ, ਜੇ ਸਾਨੂੰ ਐਂ ਪਤਾ ਲੱਗ ਗਿਆ ਵੀ ਸਾਡੇ ਵਾਲਾ ਹੀ ਆ, ਫਿਰ ਦੁੱਗਣਾ ਜਲੂਸ ਨਿਕਲੂ ਵੀ ਭਾਈ ਇਹਨੇ ਇਸ ਗੱਲ ਨੂੰ ਮਿਸਯੂਜ਼ ਅੱਛਾ, ਇੱਕ ਸਾਡੇ ਸਮਾਜਾਂ 'ਚ ਪੁਨਰ ਜਨਮ ਦੀ ਬੜੀ ਕਹਾਣੀ ਆਉਂਦੀ ਹੈ, ਉਹਦਾ ਵੀ ਤੁਸੀਂ ਕਈ ਕੇਸ ਇਦਾਂ ਦੇ ਖੋਲੇ ਆ, ਅੱਜ ਤੱਕ ਵੀ ਹੁਣ ਵੀ ਇਹੀ ਵੇਖਦੇ ਅਖਬਾਰਾਂ, ਅੱਜ ਜਦੋਂ ਮੈਂ ਨਿਊਜ਼ ਪਾਉਣ ਲੱਗਦਾ ਆਪਣੇ ਚੈਨਲ ਤੇ ਲਗਭਗ ਲੱਭ ਜਾਂਦੀ ਆ, ਹਰ ਦੂਜੇ ਤੀਜੇ ਮਹੀਨੇ ਕੋਈ ਸਟੋਰੀ ਬੱਚਾ ਕੋਈ ਸਟੋਰੀ ਆ ਜਾਂਦੀ ਹੈ। ਇਹ ਜਿਹੜੀ ਮਾਨਸਿਕਤਾ ਆ ਸਾਡੇ ਲੋਕਾਂ ਦੀ, ਅੱਜ ਕੱਲ੍ਹ ਤੀਰ ਵਾਲਾ ਬਾਬਾ ਤੁਰਿਆ ਫਿਰਦਾ, ਕਹਿੰਦੇ ਜੀ ਉਹ ਬੜੇ ਬੋਲ ਇਦਾਂ ਦੇ ਬੋਲ ਦਿੰਦਾ, ਕੋਈ ਪਿੰਡਰਾਲ ਬਾਬਾ। ਹੁਣ ਲੋਕੀ ਤੇ ਇੰਨਾ ਵੀ ਮੰਨ ਜਾਂਦੇ ਆ, ਪਿੱਛੇ ਦੀਪ ਸਿੱਧੂ ਜਾ ਬਾਹਰ ਤੋਂ ਹੋਇਆ ਪੁਨਰ ਜਨਮ ਵੀ ਕਰਤਾ ਉਹਨਾਂ ਪਿੰਡਰਾਲ ਇਹਨੂੰ ਗੁਜਰੇ ਹੀ, ਇਹਨੂੰ ਜੰਮਿਆ, ਇਦਾਂ ਹੋਇਆ, ਉਹ ਜੋੜ ਦਿੰਦੇ ਚੀਜ਼ਾਂ ਨੂੰ। ਇਹ ਜਿਹੜੀਆਂ ਚੀਜ਼ਾਂ ਵਰਤਾਰਾ ਸਾਡੇ ਸਮਾਜ 'ਚ ਆ, ਜਿਹੜਾ ਇਹ ਇੱਕ ਸਥਾਈ ਤੌਰ ਤੇ ਸਾਡੇ ਉੱਤੇ ਬੈਠਾ ਹੋਇਆ, ਘਾਸੀਆਂ ਪਈਆਂ ਨੇ, ਉਹ ਚੋਂ ਨਿਕਲਣਾ ਬੜਾ ਔਖਾ ਤੇ ਇਹਨੂੰ ਤੁਸੀਂ ਕਿੱਦਾਂ ਖੰਡਨ ਕਰਦੇ ਹੋ, ਇਹਨੂੰ ਕਿੱਦਾਂ ਸਮਝਾਉਂਦੇ ਹੋ ਵੀ ਨਹੀਂ, ਵੀ ਇਹ ਨਹੀਂ ਹੋ ਸਕਦਾ? ਦੇਖੋ, ਦੋ ਹੀ ਗੱਲਾਂ ਨੇ, ਇੱਕ ਅਧਿਆਤਮਵਾਦ ਚੱਲਦਾ ਪਿਆ ਵੀ ਸਾਰਾ ਕੁਝ ਉੱਪਰ ਵਾਲੇ ਨੇ ਕੀਤਾ, ਉਹਨੇ ਭੇਜਤਾ, ਸਵਾਸ ਵੀ ਗਿਣਤੇ, ਜਿੱਦੇ ਬੁਲਾਵਾ ਆ ਗਿਆ ਉਹਨੇ ਸੱਦ ਲਿਆ ਤੇ ਜਾ ਵੜਿਆ। ਇੱਕ ਆ ਵਿਗਿਆਨਕ ਥਿਊਰੀ। ਅੱਜ ਜੇ ਆਪਾਂ ਗੂਗਲ ਤੇ ਵੀ ਸਰਚ ਕਰੀਏ ਧਰਤੀ ਕਿਵੇਂ ਬਣੀ, ਉਹ ਤੇ ਆ ਜਾਊਗਾ ਵੀ ਅੱਗ ਸੂਰਜ ਨੂੰ ਟੁੱਟ ਕੇ ਅੱਗ ਦਾ ਗੋਲਾ ਠੰਡੀ ਹੋਈ। ਜੀਵ ਕਿਵੇਂ ਬਣੇ, ਪਹਿਲਾਂ ਇਹਦੇ ਪਾਣੀ ਦੇ ਵਿੱਚ ਇੱਕ ਸੈੱਲੇ ਜੀਵ ਅਮੀਬਾ ਪੈਰਾਮੀਸ਼ੀਅਮ ਬਣੇ, ਫਿਰ ਬਹੁਤ ਸੈੱਲੇ ਬਣ ਗਏ। ਪਹਿਲਾਂ ਰੀੜਧਾਰੀ ਸੀ, ਫਿਰ ਰੀੜਧਾਰੀ, ਚੌਪ ਆਏ, ਥਣਧਾਰੀ, ਅੱਗੇ ਬਾਂਦਰ ਆ ਗਿਆ, ਚਪਾਂਜੀ ਆ ਗਿਆ, ਗੋਰੀਲਾ ਆ ਗਿਆ ਤੇ ਮਨੁੱਖ ਬਣ ਗਿਆ। ਇਹ ਕਿਤੇ ਨਹੀਂ ਆਉਂਦਾ ਕਿ ਆਤਮਾ ਇੱਕ ਸੈੱਲੇ ਜੀਵ 'ਚ ਪਈ, ਕਿ 2 ਸੈੱਲੇ 'ਚ ਪਈ, ਸਿੱਧੇ ਮਨੁੱਖ 'ਚ ਆਈ ਆ, ਬਾਕੀਆਂ 'ਚ ਨਹੀਂ, ਕਿਉਂਕਿ ਧਾਰਨਾਵਾਂ ਉਹੋ ਜਿਹੀਆਂ ਚੱਲਦੀਆਂ ਵੀ 84 ਲੱਖ ਹੈ। ਜਦੋਂ ਉਹ 84 ਲੱਖ ਦੀ ਗੱਲ ਕਰਾਂਗੇ ਫਿਰ ਤਾਂ ਹੋਊਗੀ ਸਾਰਿਆਂ 'ਚ ਹੀ, ਫਿਰ ਤਾਂ ਐਂ ਵੀ ਹੋਊਗਾ ਵੀ ਜਿਵੇਂ ਅਮੀਬਾ ਹੈਗਾ ਉਹ ਥੋੜਾ ਵੱਡਾ ਹੁੰਦਾ, ਉਹ 2 ਹਿੱਸਿਆਂ 'ਚ ਟੁੱਟ ਜਾਂਦਾ, ਵੀ ਆਤਮਾ ਕਿਹੜੇ 'ਚ ਰਹੇਗੀ, ਜਿਉਂਦੇ ਦੋਨੇ ਹੀ ਹੁੰਦੇ ਆ। ਸਵਾਲ ਬੜੇ ਆ। ਤਰਕਸ਼ੀਲ ਸੋਸਾਇਟੀ ਦਾ ਮਤਲਬ ਕਿਸੇ ਸਵਾਲ ਕਰੋਗੇ ਤੁਸੀਂ ਸੱਚ ਦੇ, ਜੇ ਜਮਾਂ ਸੱਚ ਨਹੀਂ ਨਾ ਲੱਭਿਆ ਤਾਂ ਨੇੜੇ ਜ਼ਰੂਰ ਜਾ ਵੜੋਗੇ। ਹੁਣ ਇਹ ਆਤਮਾ ਦਾ ਹੀ ਸੰਕਲਪ ਹੈ। ਅਸੀਂ ਦੇਖਿਆ ਛੋਟੇ ਹੁੰਦੇ ਸਾਡੇ ਮਾਲਵੇ 'ਚ, ਹੁਣ ਵੀ ਕੁਛ ਥਾਵਾਂ 'ਤੇ ਚੱਲਦਾ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਮੌਤ ਹੁੰਦੀ, ਉਹਨੂੰ ਜਿੱਥੇ ਨਲਾਇਆ ਜਾਂਦਾ ਤਾਂ ਉੱਥੇ ਨਾ ਬਾਅਦ 'ਚ ਸਵਾਹ ਦੀ ਖੰਡਾ ਕੇ ਪੋਚਾ ਜਿਹਾ ਦੇ ਕੇ ਉੱਤੇ ਬੱਠਲ ਤਸਲਾ ਮੂੰਹ ਦਾ ਮਾਰ ਦਿੰਦੇ।
ਵੀ ਇਹ ਜਿਹੜੀ ਜੂਨ 'ਚ ਪਿਆ ਸਵੇਰੇ ਰਾਤ ਗੁਜ਼ਰਨ ਤੋਂ ਬਾਅਦ ਉੱਥੇ ਉਹਦੀ ਪੈੜ ਆ ਜੂ, ਇਹ ਕਿਹੜੀ ਜੂਨ 'ਚ ਪੈ ਗਿਆ। ਦਿਖਦੇ ਹੁੰਦੇ ਸੀ ਨਾ। ਤੇ ਮੈਨੂੰ ਨਹੀਂ ਸੀ ਪਤਾ ਮੈਂ ਤਰਕਸ਼ੀਲ ਬਣ ਕੇ ਇਹਨਾਂ ਗੱਲਾਂ 'ਚ ਪੈ ਜਾਊਂਗਾ, ਤੇ ਮੈਨੂੰ ਬੜਾ ਚਾਅ ਹੁੰਦਾ ਸੀ ਵੀ ਜਿਹੜਾ ਮਰੇ ਆਪਦੇ ਮਰੇ ਵੀ ਹੁੰਦਾ ਸੀ ਨਾ, ਮੈਂ ਕਿਹੜੀ ਜੂਨ 'ਚ ਜਾਊਂ ਬਈ। ਮੈਂ ਜਾਣਾ ਹਰੇਕ ਥਾਂ ਦੇਖਣਾ, ਔਰ ਹਰੇਕ ਥਾਂ ਦੇਖਣਾ ਤਾਂ ਉਹ ਬੱਚੇ ਦੀ ਜੂਨ ਹੀ ਪਿਆ ਹੁੰਦਾ ਸੀ। ਜੋ ਪੈੜ ਤੜਕੇ ਦੇਖਣੀ ਨਾ, ਬੱਚੇ ਦੀ ਪੈੜ ਹੁੰਦੀ ਸੀ ਉੱਥੇ। ਮਨ ਹੈਰਾਨ ਹੁੰਦਾ ਵੀ ਨਾਲੇ ਕਹਿੰਦੇ 84 ਲੱਖ ਜੂਨਾਂ, ਵੀ 83 ਲੱਖ 99,999 ਤੋਂ ਬਾਅਦ ਮਨੁੱਖਾ ਜਨਮ, ਵੀ ਇਹ ਤਾਂ ਸਿੱਧਾ ਹੀ ਪੈ ਗਿਆ। ਹੁਣ ਇਹ ਗੱਲ ਪਰਿਵਾਰ ਨੂੰ, ਜਿਹਦਾ ਉਹ ਵਿਅਕਤੀ ਵਿਛੜ ਗਿਆ, ਜਿਹੜਾ ਦੁਖੀ ਹੈ, ਉਹਨੂੰ ਦੁੱਖ ਚੋਂ ਕੱਢਣ ਵਾਸਤੇ ਤਾਂ ਹੈਗੀ ਠੀਕ, ਵੀ ਕਿਉਂ ਰੋਈ ਕਰਲਾਈ ਜਾਂਦੇ ਹੋ, ਛੱਡੋ ਵੀ ਉਹ ਤਾਂ ਆਪਣਾ ਤਾਂ ਬੰਦਾ ਸਿੱਧਾ ਹੀ ਬੱਚੇ ਦੀ ਜੂਨ ਪੈ ਗਿਆ। ਹੁਣ ਤੁਸੀਂ ਉਹਦੀ ਆਤਮਾ ਨੂੰ ਤੰਗ ਨਾ ਕਰੋ। ਪਰ ਉਦੋਂ ਵੀ ਵੱਧ ਇਹ ਖਤਰਨਾਕ ਹੋਊਗੀ ਕਿ ਸਾਡੇ ਮਨਾਂ 'ਚੋਂ ਜਨਮਾਂ ਵਾਲਾ ਸੰਕਲਪ ਆ ਜਿਹੜਾ, ਉਹਦਾ ਬੀਜ ਆ ਜਿਹੜਾ ਉੱਥੇ ਬੀਜ ਦਿੱਤਾ ਜਾਂਦਾ। ਹੋਇਆ ਵੀ ਕੀ, ਆਦਤ ਸੀਗੀ, ਪੁੱਛਦੇ ਪਛਾਉਂਦੇ ਕਰਦੇ ਗਏ। ਇੱਕ ਜਦੋਂ ਦੇਖਿਆ ਇੱਕ ਥਾਂ ਤੇ ਇੱਕ ਬਜ਼ੁਰਗ ਮਰਿਆ ਤੇ ਉੱਥੇ ਸੱਪ ਦੀ ਲੀਹ ਆ ਗਈ ਬੱਚੇ ਦੀ ਪੈੜ ਨਾਲ। ਮੈਂ ਉਦੋਂ ਸ਼ਾਇਦ 9ਵੀਂ 'ਚ ਸੀਗਾ। ਬੜਾ ਹੈਰਾਨ ਹੋਇਆ ਮਨ ਵੀ ਸਾਰੇ ਤਾਂ ਬੱਚੇ ਦੀ ਜੂਨ ਜਾਂਦੇ ਸੀ, ਇਹ ਸੱਪ ਕਿਵੇਂ ਬਣ ਗਿਆ। ਪੁੱਛਦੇ ਪਛਾਉਂਦੇ ਜੀ ਮੈਨੂੰ ਇੱਕ ਬੰਦਾ ਮਿਲ ਗਿਆ, ਹੁਣ ਇਸ ਦੁਨੀਆ ਦੇ ਨਹੀਂ ਹੈ, ਮੌਤ ਹੋ ਗਈ। ਮੇਰੇ ਦਾਦਿਆਂ ਦੇ ਥਾਂ ਲੱਗਦਾ ਸੀ ਉਦੋਂ, ਇਹ ਗੱਲ 75 ਕੁ ਦੀ ਹੈ, 74-75 ਦੀ। ਮੈਂ ਕਿਹਾ ਕੀ ਹੁੰਦਾ, ਕਿਵੇਂ ਹੁੰਦਾ, ਇਹ ਸੱਪ ਕਿਉਂ ਬਣ ਗਿਆ, ਸਾਰੇ ਤਾਂ ਬੱਚੇ ਬਣੇ ਆ। ਉਹਨੇ ਮੈਨੂੰ ਜਿਹੜੀ ਗੱਲ ਪਤੇ ਦੀ ਦੱਸੀ, ਕਹਿੰਦਾ ਇਹ ਨਾ ਸਾਂਝੇ ਕੰਮ ਨੂੰ ਪਿੰਡ 'ਚ ਬਾਸ਼ ਫੰਡ ਕਿਸੇ ਨੂੰ ਨਹੀਂ ਸੀ ਦਿੰਦਾ, ਤੇ ਸਾਰੇ ਇਹਨੂੰ ਕਹਿੰਦੇ ਹੁੰਦੇ ਸੀ ਕੁੰਡਲੀ ਮਾਰ ਲਾ ਸੱਪ ਦੀ ਜੂਨ ਪਏਗਾ। ਤੇ ਮੈਂ ਕਿਹਾ ਫਿਰ ਇਹ ਸੱਪ ਦੀ ਜੂਨ ਇੱਥੇ ਕਿਵੇਂ ਆ ਗਈ। ਜਦੋਂ ਮੈਂ ਖੇੜੇ ਪਿਆ ਰਿਹਾ ਉਹਨੇ ਦੱਸਿਆ ਜਿਹੜੀ ਗੱਲ ਮੇਰੇ ਅੱਜ ਵੀ ਮਨ ਲੱਗਦੀ ਹੈ। ਕਹਿੰਦਾ ਨਾ ਹਰੇਕ ਲਾਣੇ 'ਚ ਕਿਸੇ ਨਾ ਕਿਸੇ ਦਾ ਇਹ ਟਿੱਕਿਆ ਜਿਹੀ ਹੁੰਦਾ ਵੀ ਇਹ ਭਾਈ ਉਦੋਂ ਬਾਅਦ ਦੀਆਂ ਰਸਮਾਂ ਸਾਰੀਆਂ ਇਹਨੇ ਪੂਰੀਆਂ ਕਰਾਉਣੀਆਂ, ਤੇ ਉਹਨੂੰ ਪਤਾ ਹੁੰਦਾ ਬਈ ਉਹ ਬੱਠਲ ਤਸਲਾ ਚੱਕ ਕੇ ਜਦੋਂ ਥੱਕੇ ਟੁੱਟੇ ਰੋਕ ਲਾ ਕੇ ਹੰਬੇ ਹਰੇ ਸਾਰੇ ਸੌਂਗੇ, ਉਹ ਚੱਕ ਕੇ ਤੂੰ ਐਂ ਕਰਕੇ ਐਂ ਲਾ ਦੀ ਤੇ ਬੱਚੇ ਦੀ ਪੈੜ ਬਣ ਜਾਂਦੀ ਹੈ। ਹੁਣ ਵੀ ਜੇ ਆਪਾਂ ਐਂ ਮਿੱਟੀ ਵਿਛਾ ਕੇ ਐਂ ਕਰ ਦਈਏ ਤੇ ਬੱਚੇ ਦੀ ਪੈੜ ਆ ਜਾਂਦੀ ਆ। ਮੈਂ ਕਿਹਾ ਐਂ ਆਉਂਦੀ ਹੈ, ਇਹਦਾ ਮਤਲਬ ਕੋਈ ਬੰਦਾ ਪਾਉਂਦਾ। ਫਿਰ ਮੈਂ ਕਿਹਾ ਵੀ ਇਹ ਸੱਪ ਦੀ ਪੈੜ ਕਿਹਨੇ ਪਾਈ ਹੈ ਇਹ ਦੱਸ। ਉਹ ਮੈਨੂੰ ਹੌਲੀ ਕਿਤੇ ਨੇ ਕਹਿੰਦਾ ਆਪਣੇ ਵਾਲੇ ਲਾਣੇ 'ਚ ਜ਼ਿੰਮੇਵਾਰੀ ਮੇਰੇ ਕੋਲੇ ਆ, ਵੀ ਇਹ ਕੰਮ ਮੈਂ ਕਰਿਆ। ਜਾਣੀ ਕਹਿਣ ਦਾ ਮਤਲਬ ਕੀ ਆ ਕਿ ਇਹ ਹੁਣ ਰਹਿ ਗਈ ਉਦੋਂ ਗੱਲ ਜਿਹੜੀਆਂ ਬਣਦੀਆਂ ਸਟੋਰੀਆਂ ਹੁਣ, ਕਿ ਜੀ ਫਲਾਣਾ ਮਰਿਆ ਸੀ, ਉਹਨੇ ਹੁਣ ਉਹ ਫਲਾਣੇ ਥਾਂ ਜਨਮ ਲੈ ਲਿਆ, ਤੇ ਉਹ ਆਪਦੇ ਪਿਛਲੇ ਜਨਮ ਦੇ ਮਾਂ ਪਿਓ ਸਾਣ ਲਏ, ਭੈਣ ਭਾਈ ਰਿਸ਼ਤੇਦਾਰ, ਉਹਨੇ ਸਾਰੀਆਂ ਗੱਲਾਂ ਸੱਚੀਆਂ ਦੱਸ ਦਿੱਤੀਆਂ। ਜਿੱਥੋਂ ਤੱਕ ਤਾਂ ਇਹਨਾਂ ਦੇ ਚੈਲੰਜ ਦੀ ਗੱਲ ਆ, ਚੈਲੰਜ ਦੀ ਤਾਂ ਇਹ ਵੀ ਅਸੀਂ ਇਹ ਕੇਸਾਂ ਦੀ ਪੜਤਾਲ ਕੀਤੀ ਹੈ। ਅਗਲਾ ਪਿਛਲਾ ਜਨਮ ਨਾਂ ਦੀ ਪੂਰੀ ਇੱਕ ਕਿਤਾਬ ਆਪਾਂ ਛਾਪੀ ਹੋਈ ਹੈ, ਜਿਹ 'ਚੋਂ ਸਾਰੀਆਂ ਸਟੋਰੀਆਂ ਪਿੱਛੇ ਕੀ ਕੰਮ ਕਾਰਨ ਕੰਮ ਕਰਦੇ ਸੀ, ਉਹ ਸਟੋਰੀਆਂ ਅਸੀਂ ਲੱਭੀਆਂ। ਉਹਦੇ ਵਿੱਚੋਂ ਅਸੀਂ ਇਹੋ ਜਿਹੇ ਕੇਸ ਵੀ ਲੱਭੇ ਵੀ ਮਰਨ ਵਾਲਾ ਤਾਂ ਮਰਿਆ ਨਵੰਬਰ 'ਚ, ਤੇ ਜਿਹੜਾ ਜਨਮਿਆ ਉਸੇ ਸਾਲ ਉਹ ਜੂਨ 'ਚ ਜੰਮ ਪਿਆ ਸੀ। ਕਿਉਂਕਿ ਜਿਹਨੇ ਸਟੋਰੀ ਮਿਲਾਉਣੀ ਹੁੰਦੀ ਆ ਉਹ ਇੰਨੀਆਂ ਬਰੀਕੀਆਂ 'ਚ ਨਹੀਂ ਨਾ ਪੈਂਦਾ। ਹੁਣ ਤੁਸੀਂ ਆਪ ਹੀ ਸੋਚ ਲਓ ਵੀ ਇਹ ਇੱਕ ਗੱਲ ਨਾਲ ਹੀ ਰੱਦ ਹੋ ਗਿਆ। ਹਾਂ, ਜਿਹੜੀ ਗੱਲ ਆ ਵਿਗਿਆਨੀਆਂ ਦੀ, ਮਨੋਵਿਗਿਆਨੀ ਕੀ ਕਹਿੰਦੇ ਆ, ਸਭ ਤੋਂ ਵੱਧ ਜਿਹੜੀ ਹੈ ਵਰਜੀਨੀਆ ਯੂਨੀਵਰਸਿਟੀ 'ਚ ਅਮਰੀਕਾ ਨੇ ਇਹਦੇ 'ਤੇ ਰਿਸਰਚ ਹੋਈ ਹੈ। 2500 ਕੇਸਾਂ ਦਾ ਉਹ ਕਹਿੰਦੇ ਆ ਡਾਟਾ ਉਹਨਾਂ ਨੇ ਸਟੱਡੀ ਕੀਤਾ। ਉਹਦੇ 'ਚ ਕੀ ਆ ਕਿ 4 ਸਾਲ ਤੋਂ ਲੈ ਕੇ 6-7 ਸਾਲ ਤੱਕ ਬੱਚੇ ਦੇ ਵਿੱਚ ਇਸ ਤਰ੍ਹਾਂ ਦੀ ਮਾਨਸਿਕਤਾ ਪੈਦਾ ਹੁੰਦੀ ਹੈ। ਉਹ 3 ਗੱਲਾਂ ਕਹਿੰਦੇ ਆ। ਇੱਕ ਤਾਂ ਹੁੰਦਾ ਕਿ ਡਿਲੂਜਨਲੀ ਥਿੰਕਿੰਗ, ਉਹਨੂੰ ਉਹ ਜਿਹਾ ਸੁਪਨਮਈ ਸੁਪਨੇ ਆਉਂਦੇ ਆ ਵੀ ਤੂੰ ਨਹੀਂ ਇਸ ਘਰ 'ਚ, ਤੇਰਾ ਤਾਂ ਹੋਰ ਹੀ ਘਰ ਸੀ। ਇੱਕ ਉਹ ਕਹਿੰਦੇ ਕਿ ਬੱਚਾ ਮਾਪਿਆਂ 'ਚੋਂ ਕਿਸੇ ਦੇ ਬਿਹੇਵੀਅਰ ਕਰਕੇ ਰਿਐਕਟਿਵ ਹੋ ਜਾਂਦਾ ਹੈ। ਵੱਡੇ ਵੀ ਕਈ ਵਾਰੀ ਕਹਿ ਦਿੰਦੇ ਨਾ ਵੱਡੇ ਬੱਚੇ, ਤੁਸੀਂ ਮੇਰੇ ਖਾਤਰ ਸੋਚਦੇ ਨਹੀਂ, ਤੁਸੀਂ ਨਹੀਂ ਮੇਰੇ ਮਾਂ ਪਿਓ ਕਿਤੇ ਐਂ ਕਰਦੇ ਆ, ਉਹ ਬੱਚਾ ਐਂ ਸ਼ੁਰੂ ਕਰਦਾ। ਇੱਕ ਉਹ ਤੀਜੀ ਗੱਲ ਜਿਹੜੀ ਉਹ ਕਹਿੰਦੇ ਡੀ ਅਟੈਚਮੈਂਟ ਹੋ ਜਾਂਦੀ ਉਹਨੂੰ ਪਰਿਵਾਰ ਨਾਲ। ਹੁਣ ਹੋ ਜਾਂਦੀ ਹੈ ਉਹ ਕੁਛ ਗੱਲਾਂ ਊਟ ਪਟਾਂਗ ਕਹਿੰਦਾ। ਜੇ ਉਹਦੀ ਸਟੋਰੀ ਨੂੰ ਨਾ ਕੋਈ ਚੱਕੇ, ਉਹ ਸਾਲ 2 ਸਾਲ 'ਚ ਬੰਦ ਹੋ ਜਾਂਦੀ ਆ। ਇਹ ਸਟੋਰੀ ਸਿਰਫ ਉਹਨਾਂ ਮੁਲਕਾਂ 'ਚ ਹੀ ਬਣਦੀ ਹੈ ਜਿਹੜੇ ਮੁਲਕਾਂ ਦਾ, ਜਿਹੜੇ ਧਰਮਾਂ ਦਾ ਪੁਨਰ ਜਨਮ 'ਚ ਵਿਸ਼ਵਾਸ ਹੈ। ਮੁਸਲਿਮ ਕੰਟਰੀਆਂ 'ਚ ਪੁਨਰ ਜਨਮ ਦੀ ਸਟੋਰੀ ਨਹੀਂ ਬਣਦੀ। ਉੱਥੇ ਜੇ ਕੋਈ ਬੱਚਾ ਇਹੋ ਜਿਹੀ ਗੱਲ ਕਰਦਾ ਉਹ ਡਾਕਟਰ ਕੋਲੇ ਲੈ ਜਾਂਦੇ ਆ ਕਿ ਸਾਡਾ ਬੱਚਾ ਆਵਾ ਤਵਾ ਜਿਹਾ ਬੋਲੀ ਜਾਂਦਾ, ਇਹਨੂੰ ਕੋਈ ਇਹਦਾ ਟਰੀਟ ਕਰੋ। ਇਹ ਸਾਡੇ ਭਾਰਤੀ ਸਮਾਜ 'ਚ ਜ਼ਿਆਦਾ ਕਰਕੇ ਚੱਲਦਾ। ਹਿੰਦੂ ਸਮਾਜ ਦਾ ਜਿੱਥੇ ਸਾਰਾ ਅਸਰ ਹੈ ਕਿ ਪੁਨਰ ਜਨਮ ਹੁੰਦਾ, ਉੱਥੇ ਉਹ ਸਾਰਾ ਕੁਝ ਹੁੰਦਾ। ਜਿਹੜੀਆਂ ਗੱਲਾਂ ਉਹ ਦੱਸਦਾ, ਅਗਰ ਉਹਦੀਆਂ ਦੱਸੀਆਂ ਗੱਲਾਂ ਤੇ ਉਹਨੂੰ ਆਪਾਂ ਲੈ ਜਾਈਏ, ਉੱਥੇ ਹੋਊਗਾ ਕੁਛ ਨਹੀਂ। ਅੱਜ ਤੱਕ ਜਿਹੜੇ ਤਰਕਸ਼ੀਲ ਸੁਸਾਇਟੀ ਨੇ ਕੇਸਾਂ ਦੀ ਪੜਤਾਲ ਕੀਤੀ ਹੈ, ਕਿਸੇ 'ਚ ਵੀ ਉਸ ਬੱਚੇ ਨੇ ਆਪਦਾ ਪਿਛਲੇ ਜਨਮ ਦਾ ਨਾਂ ਨਹੀਂ ਦੱਸਿਆ, ਆਪਦੀ ਮਾਂ ਦਾ ਨਾਂ ਨਹੀਂ ਦੱਸਿਆ, ਆਪਦੇ ਪਿਓ ਦਾ ਨਾਂ ਨਹੀਂ ਦੱਸਿਆ। ਉਹ ਕੀ ਦੱਸਦਾ, ਮੇਰਾ ਇਹ ਪਿੰਡ ਨਹੀਂ, ਮੇਰਾ ਪਿੰਡ ਫਲਾਣਾ, ਸਾਡਾ ਤਾਂ ਗੁਰਦੁਆਰੇ ਕੋਲੇ ਘਰ ਆ, ਸਾਡਾ ਤਾਂ ਐਂ ਆ। ਇਹੋ ਜਿਹੀਆਂ 4 ਗੱਲਾਂ ਦੱਸਦਾ। ਉਸ ਤੋਂ ਬਾਅਦ ਕੀ ਹੁੰਦਾ, ਫਿਰ ਉਹ ਸਟੋਰੀ ਨੂੰ ਲੈ ਕੇ
ਥੋੜਾ ਮੋਟਾ ਜੇ ਕੋਈ ਨੇੜੇ ਮਿਲਦਾ ਉਹ ਪਿੰਡ ਦੇ ਨਾਂ ਨਾਲ, ਪਿੱਛੇ ਜੇ ਇੱਕ ਦੋ ਕੇਸ ਹੋਏ ਉਹਨਾਂ ਦੇ ਜਾ ਕੇ ਸਪੀਕਰ 'ਚ ਹੀ ਬੁਲਾਤਾ ਉਸ ਪਿੰਡ 'ਚ ਵੀ ਭਾਈ ਆ ਇੱਕ ਲੜਕੀ ਨੇ ਫਲਾਣੇ ਪਿੰਡ ਜਨਮ ਲਿਆ, ਉਹ ਆਪਣੇ ਪਿੰਡ ਦਾ ਪਿਛਲਾ ਜਨਮ ਦੱਸਦੀ ਆ, ਐਕਸੀਡੈਂਟ ਹੋ ਕੇ ਮਰੀ ਸੀ, ਕਿੰਨਾ ਦੀ ਆ, ਹੋਰ ਕੁਛ ਨਹੀਂ, ਨਾ ਨਹੀਂ ਮਾਂ, ਨਹੀਂ ਤਾਂ ਜੇ ਨਾ ਪਤਾ ਉਹ ਸਿੱਧਾ ਅਗਲੇ ਦੇ ਘਰੇ ਜਾਓ ਤੇ ਗੱਲਾਂ ਦੱਸ ਦਿਓ। ਉਹ ਜੀ ਫਿਰ ਪੂਰੀ ਸਟੋਰੀ ਪੜ੍ਹਿਆ ਤੇ ਅਸੀਂ ਜਦੋਂ ਉਹਦਾ ਸਾਰਾ ਵਿਸ਼ਲੇਸ਼ਣ ਕੀਤਾ ਤੇ ਉਸ ਸਟੋਰੀ 'ਚ ਜਿਹੜੀਆਂ ਗੱਲਾਂ ਸੋਸ਼ਲ ਮੀਡੀਆ ਤੇ ਆਈਆਂ ਉਹਨਾਂ 'ਚੋਂ ਐਂ ਕਹਿ ਲਓ ਵੀ ਉਵੇਂ ਸੱਚੀ ਕੋਈ ਨਹੀਂ ਜਿਵੇਂ ਬਣਾਤੀ। ਹਾਂ, ਕੁਝ ਗੱਲਾਂ ਨੂੰ ਇਕੱਠੀਆਂ ਕਰਤਾ, ਕਿਉਂਕਿ ਜਿਹੜੇ ਪਰਿਵਾਰ ਨੂੰ ਜਾ ਕੇ ਇਹ ਦੱਸਿਆ ਜਾਂਦਾ ਵੀ ਤੁਹਾਡੇ ਬੱਚੇ ਨੇ ਹੁਣ ਉੱਥੇ ਜਨਮ ਲੈ ਲਿਆ, ਉਹਦੀਆਂ ਤਾਂ ਭਾਵਨਾਵਾਂ ਜੁੜ ਜਾਂਦੀਆਂ ਨਾ ਵੀ ਸਾਡਾ ਵਿਛੜ ਗਿਆ ਸੀ, ਹੁਣ ਅਸੀਂ ਉਹਨੂੰ ਦੇਖ ਕੇ ਆਉਣਾ। ਉਹ ਜਾਂਦੇ ਆ, ਮੋਹ ਪਿਆਰ ਕਰਦੇ ਆ, ਸ਼ਗਨ ਦਿੰਦੇ ਆ, ਉਹ ਸਾਰੀਆਂ ਰਸਮਾਂ ਬੱਚੇ ਦੀਆਂ ਪੂਰੀਆਂ ਕਰਦੇ ਆ ਕਿਉਂਕਿ ਉਹ ਜਜ਼ਬਾਤੀ ਤੌਰ ਤੇ ਜੁੜ ਜਾਂਦੇ ਆ। ਪਰ ਤਰਕਸ਼ੀ ਸੋਸਾਇਟੀ ਸਮਝਦੀ ਆ ਵੀ ਨਾ ਤਾਂ ਆਤਮਾ ਦਾ ਵਜੂਦ ਆ ਕੋਈ, ਜਦੋਂ ਆਤਮਾ ਦਾ ਵਜੂਦ ਨਹੀਂ ਫਿਰ ਪੁਨਰ ਜਨਮ ਕਿਹੜੀ ਚੀਜ਼ ਆ। ਇਹੋ ਜਿਹਾ ਕੋਈ ਸੋਰਸ ਹਜੇ ਤੱਕ ਨਹੀਂ ਮਿਲਿਆ ਵੀ ਪਹਿਲੇ ਉਸ 'ਚੋਂ ਚੇਤਨਾ ਜਿਹੜੀ ਹੈ ਉਹ ਦੂਸਰੇ ਜਨਮ 'ਚੋਂ ਕਿਹੜੇ ਢੰਗ ਨਾਲ ਜਾਂਦੀ ਹੈ। ਸੋ ਅੱਜ ਤੱਕ ਕਿਸੇ ਨੇ, ਕਿਉਂਕਿ ਤਰਕਸ਼ੀ ਸੋਸਾਇਟੀ ਦਾ ਤਾਂ ਹੈਗਾ, ਅਗਰ ਕੋਈ ਪੁਨਰ ਜਨਮ ਨੂੰ ਸਿੱਧ ਕਰ ਦੇ ਤਾਂ ਤਰਕਸ਼ੀ ਸੋਸਾਇਟੀ ਖਤਮ, ਫਿਰ ਤਾਂ ਸਾਰਾ ਕੁਝ ਹੀ ਹੈਗਾ ਨਾ, ਦੇਵੀ ਸ਼ਕਤੀਆਂ, ਗੈਬੀ ਸ਼ਕਤੀਆਂ, ਜਾਦੂ, ਮੰਤਰ, ਇਲਮ, ਸਾਰਾ ਕੁਝ ਹੈਗਾ। ਸੋ ਤਰਕਸ਼ੀ ਸੋਸਾਇਟੀ ਸਮਝਦੀ ਹੈ ਅਗਰ ਕਿਤੇ ਇਹੋ ਜਿਹੀ ਗੱਲ ਵਾਪਰਦੀ ਹੈ, ਠੀਕ ਹੈ, ਮਾਪਿਆਂ ਨੂੰ ਤਸੱਲੀ ਦੇਣ ਵਾਸਤੇ ਤਾਂ ਕੁਝ ਵੀ ਕਹਿ ਲਈਏ, ਪਰ ਇਹ ਬੱਚਿਆਂ ਦੇ ਮਨਾਂ ਦੇ ਵਿੱਚੋਂ ਇਹ ਧਾਰਨਾ ਜੇ ਆਪਾਂ ਪਾ ਦਾਂਗੇ ਤਾਂ ਆਪਾਂ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਾਂ। ਜੀ ਅਖੀਰ ਦੇ ਵਿੱਚ ਅਸੀਂ ਇੱਕ ਵਾਰੀ ਫੇਰ ਦੱਸ ਦਈਏ ਕਿ ਜੋ ਕੁਝ ਗੱਲਾਂ ਸਾਨੂੰ ਮਾਸਟਰ ਜੀ ਨੇ ਦੱਸੀਆਂ ਜਾਂ ਦੋਦਰ ਸਾਹਿਬ ਦੱਸ ਕੇ ਗਏ ਆ, ਇਹਨਾਂ ਦਾ ਬਿਲਕੁਲ ਵਿਗਿਆਨਕ ਆਧਾਰ ਹੈ ਤੇ ਇਹਦੇ ਲਈ ਬਹੁਤ ਸਾਰੀਆਂ ਲਿਟਰੇਚਰ ਕਿਤਾਬਾਂ ਦੇ ਰੂਪ ਦੇ ਵਿੱਚ ਸਾਡੇ ਉੱਥੇ ਮੌਜੂਦ ਹੈ ਤਰਕਸ਼ੀਲ ਸੁਸਾਇਟੀ ਕੋਲੋਂ। ਜਦੋਂ ਤੁਸੀਂ ਐਤਵਾਰ ਵਾਲੇ ਦਿਨ ਵਰਸਾਈਲ ਜਿਹੜਾ ਹੈਗਾ ਜੀ ਬੈਂਕਟ ਹਾਲ ਜਾਂ ਕਨਵੈਨਸ਼ਨ ਸੈਂਟਰ, ਉੱਥੇ ਪਹੁੰਚਣਾ ਹੈ। 11:30 ਵਜੇ ਇਹਨਾਂ ਦਾ ਇਹ ਸਮਾਗਮ ਸ਼ੁਰੂ ਹੋਏਗਾ। ਉੱਥੇ ਤੁਹਾਨੂੰ ਇਹ ਸਾਰਾ ਲਿਟਰੇਚਰ ਵੀ ਮਿਲੇਗਾ। ਕਈ ਵਾਰ ਇੱਦਾਂ ਗੱਲ ਕੀਤੀ ਸਾਡੀ ਸਮਝ 'ਚ ਨਹੀਂ ਆਉਂਦੀ, ਲਿਖੇ ਹੋਏ ਤੇ ਸਾਡਾ ਵਿਸ਼ਵਾਸ ਜ਼ਿਆਦਾ ਹੁੰਦਾ, ਫਿਰ ਉਹਨੂੰ ਬਰੀਕੀ ਜਦੋਂ ਪੜ੍ਹਦੇ ਹੋ ਤੁਸੀਂ ਬਾਰ-ਬਾਰ ਪੜ੍ਹਦੇ ਹੋ ਤੇ ਤੁਹਾਨੂੰ ਉਹ ਗੱਲ ਜਿਹੜੀ ਆ ਉਹਦੀ ਸਮਝ ਪੈ ਜਾਂਦੀ ਆ। ਸੋ ਹਰ ਵਿਸ਼ੇ ਦੇ ਉੱਤੇ, ਭਾਵੇਂ ਉਹ ਪੁਨਰ ਜਨਮ ਦੀ ਗੱਲ ਕਰ ਰਹੇ ਆ, ਦੋਦਰ ਸਾਹਿਬ ਸਾਨੂੰ ਹੋਰ ਬਹੁਤ ਕੁਝ ਦੱਸ ਕੇ ਗਏ ਆ, ਜਿਹੜੀਆਂ ਰੇਖਾ ਵਾਲੇ ਦੱਸਦੇ ਨੇ ਪੰਡਿਤ ਲੋਕ, ਉਹਨਾਂ ਦਾ ਮਸਤਕ ਰੇਖਾ ਕੀ ਆ, ਖਗੋਲ ਵਿਗਿਆਨ ਕੀ ਆ, ਇਹ ਸਾਰੀਆਂ ਚੀਜ਼ਾਂ ਤੁਸੀਂ ਸਮਝ ਸਕੋਗੇ ਜੇ ਉੱਥੇ ਤੁਸੀਂ ਜਾ ਕੇ ਬੁੱਕਸ ਜਿਹੜੀਆਂ ਨੇ ਉਹ ਪ੍ਰਾਪਤ ਕਰੋ, ਉਹਨਾਂ ਦੇ ਵਿਚਾਰ ਸੁਣੋ ਤੇ ਇਸ ਲਹਿਰ ਦੇ ਨਾਲ ਜੁੜੋ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਸਹੀ ਪ੍ਰਪੇਖ 'ਚ ਸਮਝ ਸਕੋ। ਇਹੀ ਸਾਡਾ ਸੁਨੇਹਾ ਜੀ। ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਧੰਨਵਾਦ। ਬਹੁਤ ਬਹੁਤ ਧੰਨਵਾਦ ਹਰਜੀਤ ਜੀ ਤੁਹਾਡਾ, ਰੂਬਰੂ ਕੀਤਾ ਇੰਨੇ ਲੋਕਾਂ ਦੇ। ਬਹੁਤ ਸ਼ੁਕਰੀਆ ਜੀ, ਬੜੀ એનર્ਜੀ ਨਾਲ ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ ਸਾਨੂੰ। ਬਹੁਤ ਧੰਨਵਾਦ ਜੀ। ਓਕੇ। ਅਣਖੀਲੇ ਪੰਜਾਬੀ ਯੋਧਿਆਂ ਦੇ ਹੌਸਲੇ ਅਤੇ ਦਲੇਰੀ ਦੀ ਦਾਸਤਾਨ ਪੇਸ਼ ਕਰਦਾ ਹੈ।